ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਜੀ ਦੇ ਦਾਸ ਗੁਰਦੀਪ ਸਿੰਘ ਵੱਲੋਂ ਆਪ ਜੀ ਦਾ ਤਹਿ ਦਿਲੋਂ ਸੰਗਤ ਟੈਲੀਵਿਜ਼ਨ ਉੱਪਰ ਸਵਾਗਤ ਹੈ। ਜਿਵੇਂ ਕਿ ਆਪ ਜਾਣਦੇ ਹੋ ਕਿ ਅੱਜ ਦੀ ਸਾਡੀ ਵਿਸ਼ੇਸ਼ ਔਰ ਖਾਸ ਗੱਲਬਾਤ ਦਾ ਮੁੱਦਾ ਜੂਨ 84 ਦਾ ਉਹ ਘੱਲੂਘਾਰਾ ਹੈ ਜਿਹੜਾ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਜਿਸ ਮੰਜ਼ਰ ਨੂੰ। ਉਸ ਦੇ ਲਈ ਸਾਡੇ ਨਾਲ ਸਾਡੇ ਸਤਿਕਾਰਯੋਗ ਵੀਰਾਂ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਸੀ ਉਸ ਗੱਲਬਾਤ ਨੂੰ ਆਪਾਂ ਅੱਗੇ ਵਧਾਵਾਂਗੇ। ਔਰ ਇਸ ਦੇ ਵਿੱਚ ਸਤਿਕਾਰਯੋਗ ਗੁਰਦਿਆਲ ਸਿੰਘ ਅਟਵਾਲ ਸਾਹਿਬ ਇਸ ਵਕਤ ਜਾ ਚੁੱਕੇ ਨੇ ਔਰ ਉਹਨਾਂ ਦੀ ਜਗ੍ਹਾ ਉੱਪਰ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਸਾਹਿਬ ਜੀ ਜਿਹੜੇ ਕਿ ਅਖੰਡ ਕੀਰਤਨੀ ਜਥੇ ਵੱਲੋਂ ਉਹਨਾਂ ਦੀ ਨੁਮਾਇੰਦਗੀ ਕਰਦੇ ਹੋਇਆਂ ਸਾਡੇ ਨਾਲ ਸ਼ਾਮਲ ਹੋਏ ਨੇ। ਭਾਈ ਸਾਹਿਬ ਬਲਬੀਰ ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਇਲਾਵਾ ਸਾਡੇ ਨਾਲ ਅਮਰੀਕ ਸਿੰਘ ਜੀ ਸੋਹਤਾ ਸਾਹਿਬ ਔਰ ਸ਼ਰੀ ਸਾਹਿਬ ਸੰਧੂ ਸਾਹਿਬ ਮੈਂ ਨਾਮ ਭੁੱਲ ਗਿਆ ਤੁਹਾਡਾ, ਕੋਈ ਨਹੀਂ ਸ਼ਰੀ ਸਾਹਿਬ ਦਾ, ਮੇਰੇ ਸ਼ਰੀ ਸਾਹਿਬ ਪਿੱਛੇ ਬੈਠੇ ਪਰਮਜੀਤ ਦੇ ਹੁਣਾਂ ਦੇ ਅੱਗੇ ਬੈਠੇ ਜਿਹੜੇ ਤੁਹਾਡਾ ਕੁਲਦੀਪ ਸਿੰਘ ਸਾਹਿਬ, ਮਾਫ ਕਰਨਾ ਮੈਂ ਮਾਈਂਡ ਚੋਂ ਆਫ ਹੋ ਗਿਆ। ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਸਾਹਿਬ ਜੀ ਜਿਹੜੇ ਸਾਡੇ ਨਾਲ ਹੁਣ ਸ਼ਾਮਲ ਹੋਏ ਨੇ। ਤੋ ਗੱਲਬਾਤ ਦਾ ਸਿਲਸਿਲਾ ਆਪਾਂ ਫਿਰ ਉਸ ਤਰ੍ਹਾਂ ਸ਼ੁਰੂ ਕਰਦੇ ਹਾਂ। ਲੇਕਿਨ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ, ਆਪਣੇ ਵਿਊਅਰਸ ਨੂੰ ਦੱਸਦਾ ਚੱਲਾਂ ਕਿ ਇਸ ਦੌਰ ਦੇ ਵਿੱਚ ਆਪ ਜੀ ਦੀਆਂ ਫੋਨ ਕਾਲਸ ਵੀ ਸ਼ਾਮਲ ਰਹਿਣਗੀਆਂ। ਸਾਡੀ ਸਕਰੀਨ ਉੱਪਰ ਸਾਡਾ ਟੈਲੀਫੋਨ ਨੰਬਰ ਆਏਗਾ, ਆਪ ਸਾਡੇ ਨਾਲ ਫੋਨ ਰਾਹੀਂ ਰਾਬਤਾ ਕਰ ਸਕੋਗੇ, ਫੋਨ ਰਾਹੀਂ ਆਪ ਆਪਣੀ ਸ਼ਮੂਲੀਅਤ ਕਰ ਸਕੋਗੇ। ਇਸ ਤੋਂ ਇਲਾਵਾ ਆਪਾਂ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਅਰਦਾਸ ਕਰਾਂਗੇ, ਜਿਹੜੀ ਕਿ ਅਰਦਾਸ ਸਤਿਕਾਰਯੋਗ ਸਰਵਣ ਸਿੰਘ ਜੀ ਬੇਬੇਕੀ ਹੁਣੀ ਆਪਣੀ ਮੁਬਾਰਕ ਜ਼ੁਬਾਨ ਤੋਂ ਕਰਨਗੇ ਔਰ ਉਸ ਦੇ ਲਈ ਸਤਿਕਾਰਯੋਗ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਹੁਣਾਂ ਦੀ ਰਿਹਾਈ, ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅਕਾਲ ਤਖਤ ਸਾਹਿਬ ਵਿਖੇ ਅੱਜ 11 ਜੂਨ ਨੂੰ ਅਰਦਾਸ ਦਿਹਾੜਾ ਮਨਾਇਆ ਗਿਆ ਹੈ, ਭੁੱਲਰ ਸਾਹਿਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਹੈ। ਇਸ ਤੋਂ ਇਲਾਵਾ ਆਪਾਂ ਸਨਮਾਨਿਤ ਕਰਾਂਗੇ ਆਖਿਰ ਦੇ ਵਿੱਚ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੀ ਖੇਲਾ ਸਾਹਿਬ ਜਿਹੜੇ ਮੇਰੇ ਨਾਲ ਖੱਬੇ ਪਾਸੇ ਬੈਠੇ ਨੇ। ਉਹਨਾਂ ਦੀਆਂ ਜਿਹੜੀਆਂ ਮਹਾਨ ਅਣਥੱਕ ਸੇਵਾਵਾਂ ਨੇ, ਉਹਨਾਂ ਸੇਵਾਵਾਂ ਦਾ ਸਨਮਾਨ ਸੰਗਤ ਟੈਲੀਵਿਜ਼ਨ ਦੇ ਸਾਰੇ ਵਿਊਅਰਸ ਦੇ ਵੱਲੋਂ, ਸੰਗਤ ਟੈਲੀਵਿਜ਼ਨ ਨੂੰ ਦੇਖਣ ਵਾਲਿਆਂ ਚਾਹਣ ਵਾਲਿਆਂ ਵੱਲੋਂ ਉਹਨਾਂ ਦਾ ਸੰਗਤ ਰੂਪ ਦੇ ਵਿੱਚ ਆਪਾਂ ਸਨਮਾਨ ਕਰਾਂਗੇ, ਸਤਿਕਾਰ ਕਰਾਂਗੇ। ਤੋ ਇਸ ਤੋਂ ਇਲਾਵਾ 8 ਵਜੇ ਤੋਂ ਬਾਅਦ ਇੱਕ ਖਾਸ ਅਤੇ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੇ ਲਈ ਹੋਏਗਾ, ਆਪ ਇਸ ਪ੍ਰੋਗਰਾਮ ਨੂੰ ਵੀ ਸੁਣਨਾ ਨਾ ਭੁੱਲਣਾ। ਇਸ ਤੋਂ ਇਲਾਵਾ ਜਿਹੜਾ 5 ਜੂਨ ਨੂੰ ਜਿਹੜੀ ਜਾਗਰਤੀ ਆਈ ਹੈ ਉਸ ਦੇ ਲਈ ਸਤਿਕਾਰਯੋਗ ਜੋਗਾ ਸਿੰਘ ਸਾਹਿਬ ਜੀ ਧੰਨਵਾਦ ਵੀ ਕਰਨਾ ਚਾਹੁੰਦੇ ਨੇ ਔਰ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ 5 ਜੂਨ ਨੂੰ ਪੁੱਜੀਆਂ ਹੋਈਆਂ ਸੰਗਤਾਂ ਦਾ ਆਪ ਧੰਨਵਾਦ ਵੀ ਕਰੋ। ਔਰ ਜੋਗਾ ਸਿੰਘ ਸਾਹਿਬ ਜੀ ਆਪ ਇਹ ਵੀ ਦੱਸੋ ਕਿ ਜਿਹੜੀਆਂ ਗੱਲਾਂ ਹੁਣ ਤੱਕ ਹੋਈਆਂ ਆਪ ਕਿੱਥੋਂ ਤੱਕ ਸਹਿਮਤ ਹੋ ਕਿ ਜੂਨ 84 ਤੋਂ ਬਾਅਦ ਸਾਡੇ ਵਿੱਚ ਕੀ ਨਿਗਾਰ ਆਇਆ ਜਾਂ ਅਸੀਂ ਉੱਪਰ ਗਏ ਹਾਂ? ਜੇ ਤਾਂ ਨਿਗਾਰ ਆਇਆ ਤਾਂ ਉਸ ਦਾ ਕਾਰਨ ਕੀ ਸੀ? ਆਪ ਆਪਣੀ ਸੋਚ ਦੇ ਮੁਤਾਬਕ ਕੀ ਸੋਚਦੇ ਹੋ? ਕਿਉਂਕਿ ਤੁਸੀਂ ਉਸ ਸਫਾ ਦੇ ਵਿੱਚ ਜਾ ਕੇ ਵਿਚਰਦੇ ਹੋ, ਇਸ ਕਰਕੇ ਇੱਕ ਬਿਹਤਰ ਤਜਰਬੇ ਦੇ ਮੁਤਾਬਕ ਤੁਸੀਂ ਦੱਸ ਸਕਦੇ ਹੋ ਕਿ ਕਿਉਂ ਕਦੀ ਅਸੀਂ ਉੱਪਰ ਜਾਂਦੇ ਹਾਂ, ਕਦੀ ਅਸੀਂ ਥੱਲੇ ਆ ਜਾਂਦੇ ਹਾਂ। ਐਸਾ ਕਿਉਂ ਹੁੰਦਾ ਕਿ ਕਦੀ ਕਿਹਾ ਜਾਂਦਾ ਕਿ ਅਸੀਂ ਫੇਲ ਹੋ ਗਏ ਹਾਂ ਇਸ ਪੁਆਇੰਟ ਦੇ ਉੱਤੇ, ਕਦੀ ਕਿਹਾ ਜਾਂਦਾ ਕਿ ਨਹੀਂ ਜੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹਾਂ। ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਆਪ ਦੀ ਸੋਚ ਕੀ ਹੈ? ਆਪ ਦਾ ਮੈਂ ਸਵਾਗਤ ਵੀ ਕਰਦਾ ਦੂਸਰੇ ਦੌਰ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜੀ, ਜਿਹੜੀਆਂ ਸਿੱਖ ਸੰਸਥਾਵਾਂ ਨੇ, ਗੁਰੂ ਘਰਾਂ ਨੇ, ਸਿੱਖ ਸੰਗਤਾਂ ਨੇ 5 ਜੂਨ ਨੂੰ ਆਪਣਾ ਯੋਗਦਾਨ ਪਾਇਆ ਉਸ ਰੋਸ ਮੁਜ਼ਾਹਰੇ ਦੇ ਵਿੱਚ, ਜਿਹੜਾ ਆਪਾਂ 84 ਦੀ ਜੋ ਦਰਬਾਰ ਸਾਹਿਬ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਹਿਰਮਤੀ ਹੋਈ ਤੇ ਸਿੰਘ ਸ਼ਹੀਦ ਹੋਏ ਉਹਨਾਂ ਦੀ ਯਾਦ ਵਿੱਚ ਸੀ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਪਹਿਲੀ ਵਾਰੀ ਇੰਨੀ ਗਿਣਤੀ ਦੇ ਵਿੱਚ ਇਸ ਸਾਲ ਸੰਗਤਾਂ ਸ਼ਾਮਲ ਹੋਈਆਂ ਲਲਣ ਮੁਜ਼ਾਹਰੇ ਦੇ ਵਿੱਚ, ਤੇ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਤੇ ਜ਼ਰੂਰ ਸਾਨੂੰ ਇਸ ਸਾਲ ਮਹਿਸੂਸ ਹੋਇਆ ਕਿ ਕੌਮ ਦੇ ਵਿੱਚ ਫਿਰ ਕਾਫੀ ਜਾਗਰਤਾ ਆਈ ਹੈ ਔਰ ਮੈਂ ਸੋਚਦਾ ਇਹ ਸਿੱਖ ਮੀਡੀਆ ਕਰਕੇ ਆਈ ਹੈ। ਤੇ ਮੇਰੀ ਆਪਣੀ ਨਿੱਜੀ ਸੋਚ ਹੈ, ਮੈਨੂੰ ਪਤਾ ਨਹੀਂ ਇਹਨਾਂ ਕੋਈ ਸਹਿਮਤ ਹੋਵੇ ਕਿ ਨਹੀਂ ਹੋਵੇ, ਜੇ ਆਪਾਂ ਆਪਣਾ ਮੀਡੀਆ ਹੀ ਕੰਟਰੋਲ ਕਰ ਲਈਏ ਤੇ ਇੰਨਾ ਤਾਕਤਵਰ ਬਣਾ ਦਈਏ ਤਾਂ ਮੇਰਾ ਖਿਆਲ ਆਪਣੇ ਕਿਸੇ ਸਿੱਖ ਨੂੰ, ਕਿਸੇ ਭਾਈ ਨੂੰ ਲੜਾਈ ਕਰਕੇ ਕੋਈ ਆਪਣੀ ਗੱਲ ਬਣਾਉਣ ਦੀ ਲੋੜ ਨਹੀਂ ਹੈਗੀ। ਜੇ ਆਪਾਂ ਉਹ ਮੀਡੀਆ ਰਾਹੀਂ ਬਣਾ ਸਕਦੇ ਹਾਂ, ਮੇਰਾ ਇਹ
ਇਸ 5 ਜੂਨ ਤੋਂ ਬਾਅਦ ਮੇਰਾ ਮਨ ਇਹ ਗੱਲ ਮੰਨਦਾ ਆ ਤੇ ਅਕੀਦਾ ਤੁਹਾਡਾ ਬਣਿਆ। ਪਰ ਤੁਸੀਂ ਕਿਹਾ ਕਿ ਪਹਿਲੀ ਵਾਰੀ ਇੰਨਾ ਹੋਇਆ, ਪਰ ਵਿਵੇਕੀ ਸਾਹਿਬ ਨੇ ਕਿਹਾ ਸੀਗਾ ਕਿ 84 ਤੋਂ ਬਾਅਦ ਇੱਕਦਮ ਵੀ ਉਦੋਂ ਵੀ ਕੱਟ ਹੋਇਆ ਸੀ ਇੰਨਾ। 84 ਤੋਂ ਬਾਅਦ ਪਹਿਲੀ ਵਾਰ ਹੋਇਆ। 84 ਤਾਂ ਇਦੋਂ ਬਹੁਤ ਜ਼ਿਆਦਾ ਸੀ, ਮਤਲਬ 84 ਦੇ ਵਿੱਚ ਸੀ, ਫਿਰ ਘਟਦਾ ਗਿਆ। ਹਾਂ, ਘਟਦਾ ਗਿਆ। ਲੇਕਿਨ ਕੰਪੈਰੀਟਿਵਲੀ ਇਸ ਵਾਰੀ ਇੱਕ ਤੁਸੀਂ ਇਹਨੂੰ ਜਾਗਰਤੀ ਦੇ ਤੌਰ ਤੇ ਦੇਖਦੇ ਹੋ? ਹਾਂਜੀ, ਮੈਂ ਇਹਨੂੰ ਜਾਗਰਤੀ ਦੇ ਤੌਰ ਤੇ ਦੇਖਦਾ। ਕੀ ਕਾਰਨ ਹੋਇਆ ਕਿ ਉਹ ਜਾਗਰਤੀ ਪੰਜਾਬ ਦੇ ਵਿੱਚ ਕਿਉਂ ਨਹੀਂ ਆ ਸਕੀ, ਇੱਥੇ ਵਿਦੇਸ਼ਾਂ ਦੇ ਵਿੱਚ ਤਾਂ ਆਈ? ਪੰਜਾਬ ਦੇ ਵਿੱਚ ਹੀ ਉਦੋਂ ਜਿਹੜੇ ਨੌਜਵਾਨ ਸੀ ਉਹ ਤਕਰੀਬਨ ਸਾਰੇ ਮਾਰ ਦਿੱਤੇ ਗਏ ਜਾਂ ਵਿਦੇਸ਼ਾਂ ਚਲੇ ਗਏ। ਦੀ ਗੱਲ ਕਰ ਰਹੇ ਹਾਂ, ਅੱਜ ਉਹ ਜਾਗਰਤੀ ਜਿਹੜੀ ਅੱਜ ਆਈ ਹੈ, ਜਿਹੜੀ ਤੁਸੀਂ ਕਿਉਂਕਿ ਤੁਸੀਂ ਹੁਣ 5 ਜੂਨ ਦੀ ਗੱਲ ਕੀਤੀ ਹੈ, ਉਹ ਪੰਜਾਬ ਦੇ ਵਿੱਚ ਜਾਗਰਤੀ ਕਿਉਂ ਨਹੀਂ ਆਈ? ਪੰਜਾਬ 'ਚ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਉਸ ਲੈਵਲ ਤੇ ਤਾਂ ਨਹੀਂ ਆ ਸਕੀ। ਕੋਈ ਤਸ਼ੱਦਦ ਦਾ ਡਰ ਹੈ ਜਾਂ ਪੁਲਿਸ ਦੀ ਫੜੋ ਫੜੀ, ਇਹ ਵੀ ਲੋਕਾਂ ਦੇ ਜ਼ੁਲਮ ਬਹੁਤ ਜ਼ਿਆਦਾ ਹੋਇਆ ਆਪਣੇ ਸਾਹਮਣੇ। ਜਿਸ ਤਰ੍ਹਾਂ ਤੁਸੀਂ ਕਿਹਾ ਸੀਗਾ ਕਿ ਇਹ ਜਾਗਰਤੀ ਮੀਡੀਆ ਕਰਕੇ ਆਈ ਹੈ, ਤੁਸੀਂ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਮੀਡੀਆ ਇੰਨਾ ਸਟਰੋਂਗ ਨਹੀਂ ਹੈ? ਜਿਹੜਾ ਪੰਜਾਬ 'ਚ ਮੀਡੀਆ ਆਜ਼ਾਦ ਹੀ ਹੈ ਨਹੀਂਗਾ। ਜਿਹੜਾ ਪੰਜਾਬ ਦਾ ਮੀਡੀਆ ਉਹਨੂੰ ਖਬਰ ਉਹ ਛਾਪਣੀ ਆ ਜਿਹੜੀ ਉੱਥੇ ਦੀ ਸਰਕਾਰ ਦੇ ਮਨ ਲੱਗਦੀ ਹੋਵੇ ਜਾਂ ਸਰਕਾਰ ਦੀ ਮਨਜ਼ੂਰੀ ਹੋਵੇ। ਉੱਥੇ ਦਾ ਮੀਡੀਆ ਇੰਡੀਪੈਂਡੈਂਟ ਨਹੀਂ। ਜੇ ਆਪਾਂ ਕੋਈ ਮੀਡੀਆ ਇੰਡੀਪੈਂਡੈਂਟ ਹੋਵੇ, ਮੀਡੀਆ ਇੰਨਾ ਸਟਰੋਂਗ ਹੋਵੇ, ਜਿਸ ਤਰ੍ਹਾਂ ਇੱਥੇ ਕੋਈ ਗੱਲ ਪੰਜਾਬ 'ਚ ਹੁੰਦੀ ਆ, ਇੱਥੇ ਉਹਦਾ ਜ਼ਿਆਦਾ ਪ੍ਰੋਪੋਗੰਡਾ ਹੁੰਦਾ। ਪੰਜਾਬ 'ਚ ਇੱਥੋਂ ਫੋਨ ਕਰਕੇ ਦੱਸਦੇ ਜੀ ਆਹ ਗੱਲ ਹੋ ਗਈ। ਪੰਜਾਬ 'ਚ ਲੋਕਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ। ਸੋ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਮੀਡੀਆ ਵੱਲ ਬਹੁਤ ਧਿਆਨ ਦੇ ਦੇਣਾ ਕਿ ਆਪਣਾ ਜਿਹੜਾ ਮੀਡੀਆ ਆਜ਼ਾਦ ਹੋਵੇ ਤੇ ਸਟਰੋਂਗ ਹੋਵੇ, ਤੇ ਆਪਣੀ ਜਾਨੀ ਬਹੁਤ ਹਿੱਸਾ ਲੜਾਈ ਮੀਡੀਆ ਰਾਹੀਂ ਆਪਾਂ ਲੜ ਸਕਦੇ ਹਾਂ। ਔਰ ਸਾਰੇ ਸਤਿਕਾਰਯੋਗ ਜਿਹੜੇ ਮੇਰੇ ਸਾਰੇ ਕੌਮ ਦੇ ਆਗੂ ਹਨ ਜਾਂ ਸੇਵਾਦਾਰ ਹਨ, ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਟਰੋਂਗ ਮੀਡੀਆ ਪੰਜਾਬ ਦੇ ਵਿੱਚ ਪੈਦਾ ਕਰਨ ਬਾਰੇ ਆਪਾਂ ਸਾਰੇ ਸੋਚੀਏ, ਤਾਂ ਜੋ ਆਪਣੀਆਂ ਬਹੁਤ ਮੁਸ਼ਕਲਾਂ ਉਹ ਮੀਡੀਆ ਰਾਹੀਂ ਹੀ ਹੱਲ ਹੋ ਸਕਦੀਆਂ। ਉਹ ਕਿਸ ਤਰ੍ਹਾਂ ਹੋ ਸਕਦਾ ਸਟਰੋਂਗ ਮੀਡੀਆ? ਜਦ ਤੁਸੀਂ ਆਪੇ ਕਹਿ ਰਹੇ ਕਿ ਮੀਡੀਆ ਤਾਂ ਖਰੀਦਿਆ ਜਾ ਚੁੱਕਿਆ ਹੈ, ਜਿਹੜਾ ਮੀਡੀਆ ਉੱਥੇ ਜਾਏਗਾ ਉਹਨੂੰ ਵੀ ਖਰੀਦ ਲਿਆ ਜਾਏਗਾ। ਸਟਰੋਂਗ ਕਿਸ ਤਰ੍ਹਾਂ ਆਪਾਂ ਕੀ ਭਾਵਨਾ ਜਗਾ ਸਕਦੇ? ਆਪਾਂ ਨੂੰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ, ਕੋਈ ਨਾ ਕੋਈ ਅਖਬਾਰ ਜਾਂ ਰੇਡੀਓ ਜਾਂ ਟੈਲੀਵਿਜ਼ਨ ਜਿਹੜਾ ਇੰਡੀਆ ਦੇ ਵਿੱਚ ਜਿੱਦਾਂ ਆਪਾਂ ਇੱਥੇ ਦੇਖ ਸਕਦੇ ਆਪਾਂ ਦੇਖ ਸਕੀਏ ਜੀ। ਤੇ ਮੈਨੂੰ ਉਮੀਦ ਆ ਕਿ ਆਪਣਾ ਜਿਹੜਾ ਇੱਥੇ ਮੀਡੀਆ ਇੰਗਲੈਂਡ ਦਾ ਜਾਂ ਬਾਕੀ ਹੈਗਾ, ਜ਼ਰੂਰ ਕਿਸੇ ਦਿਨ ਆਪਾਂ ਪੰਜਾਬ 'ਚ ਬੈਠਿਆਂ ਵੀ ਦੇਖ ਸਕਾਂਗੇ। ਔਰ ਆਪਾਂ ਨੂੰ ਇੱਥੋਂ ਬੈਠਿਆਂ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ। ਆਪਾਂ ਨੂੰ ਗਿਵ ਅਪ ਤਾਂ ਕਰ ਨਹੀਂ ਸਕਦੇ, ਨਾ ਕਰਨਾ ਚਾਹੀਦਾ। ਹੌਸਲਾ ਰੱਖਣਾ ਚਾਹੀਦਾ। ਆਪਣੀ ਲੜਾਈ ਲੰਮੀ ਆ। ਤੇ ਵੈਸੇ ਜਾਨੀ ਮੀਡੀਆ ਤੇ ਖਾਸ ਕਰਕੇ ਸਭ ਤੋਂ ਜ਼ਿਆਦਾ ਧਿਆਨ ਇਸ ਮੌਕੇ ਮੀਡੀਆ ਵੱਲ ਦੇਣ ਦੀ ਲੋੜ ਹੈ ਕਿ ਮੀਡੀਆ ਰਾਹੀਂ ਆਪਾਂ ਲੋਕਾਂ ਨੂੰ ਜਾਗਰਤ ਕਰ ਸਕਦੇ ਹਾਂ, ਘਰ ਘਰ ਆਪਣਾ ਸੁਨੇਹਾ ਪਹੁੰਚਾ ਸਕਦੇ ਹਾਂ। ਜਿਸ ਤਰ੍ਹਾਂ ਜਦੋਂ ਕੋਈ ਪ੍ਰੋਗਰਾਮ ਇੱਥੇ ਹੁੰਦਾ, ਸਾਰਾ ਯੂਰਪ ਦੇ ਵਿੱਚ ਇੱਕੋ ਟਾਈਮ ਲੋਕਾਂ ਨੂੰ ਪਤਾ ਲੱਗ ਜਾਂਦਾ, ਲੱਖਾਂ ਲੱਖਾਂ ਸੰਗਤਾਂ ਨੂੰ। ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਪਤਾ ਲੱਗੇ ਤਾਂ ਪੰਜਾਬ ਦੇ ਵਿੱਚ ਅੱਜ ਵਾਤਾਵਰਨ ਹੋਰ ਹੁੰਦਾ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਹਾਲੀ ਵਾਲਾ ਪਿੱਛੇ ਜਿਹਾ ਹੋਇਆ, ਉਹ ਬਾਹਰਲੇ ਮੀਡੀਆ ਕਰਕੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਾ, ਉੱਥੇ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ। ਸੋ ਮੀਡੀਆ ਸਟਰੋਂਗ ਦੀ ਬੜੀ ਜ਼ਰੂਰਤ ਹੈ। ਬਾਕੀ ਜਿਹੜੀ ਆਪਣੀ ਪਹਿਲਾਂ ਵਿਚਾਰ ਚੱਲਦੀ ਸੀ ਕਿ ਸੱਚੀ ਤਾਂ ਗੱਲ ਹੈ 84 ਤੋਂ ਬਾਅਦ ਕਈ ਵਾਰੀ ਜਿਹੜਾ ਸਾਡਾ 5 ਜੂਨ ਦਾ ਮੁਜ਼ਾਹਰਾ ਉਹ 2, 2.5, 3,000, 5,000 ਦੇ ਥੱਲੇ ਥੱਲੇ ਗਿਣਤੀ ਚੱਲ ਗਈ ਸੀ। ਠੀਕ ਹੈ। ਤੇ ਅਸੀਂ ਬੜੇ ਮਹਿਸੂਸ ਕਰਦੇ ਸੀਗੇ ਵੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਜਿੰਨੇ ਜਾਣੇ ਵੀ ਹੈਗੇ ਆ, ਤਾਂ ਵੀ ਉਹ ਉਨੀ ਗਿਣਤੀ ਕਿਉਂ ਨਹੀਂ ਹੋ ਰਹੀ। ਤੇ ਹੁਣ ਮਹਾਰਾਜ ਦੀ ਕਿਰਪਾ ਮੀਡੀਆ ਦੇ ਸਦਕੇ। ਜਾਂ ਦੂਸਰੀ ਗੱਲ ਡਾਕਟਰ ਸਾਹਿਬ, ਮੇਰਾ ਯਕੀਨ ਹੈ, ਮੈਨੂੰ ਨਹੀਂ ਪਤਾ ਇਫੈਕਟ ਹੈਗਾ ਕਿ ਨਹੀਂ ਹੈਗਾ, ਜਦੋਂ 84 ਦਾ ਘੱਲੂ ਘਾਰਾ ਹੋਇਆ ਨਾ, ਅਸੀਂ ਪ੍ਰਪੇਅਰ ਨਹੀਂ ਸੀ ਇਸ ਕੰਮ ਲਈ। ਜਾਣੀ ਅਸੀਂ ਸੋਚ ਕੇ ਨਹੀਂ ਸੀ ਤੁਰੇ ਅਸੀਂ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਕਰਨੀ, ਚਾਹੇ ਇਸ ਪਾਸੇ ਅਸੀਂ ਤੁਰਨਾ। ਆਪਾਂ ਸਾਰੇ ਆਪਣੇ ਆਪਣੇ ਕੰਮ ਕਰਦੇ, ਜਦੋਂ ਕੌਮ ਤੇ ਭਾਰੀ ਪਿਆ ਇੱਕਦਮ ਉਹਨੂੰ ਆਪਣੀ ਦਿਸ਼ਾ ਹੋ ਗਈ। ਜਿਹੜੇ ਆਪਣੇ ਹੁਣ ਨੌਜਵਾਨ ਇੱਥੇ ਪੜ੍ਹੇ ਲਿਖੇ ਆ, ਉਹ ਵੈਲ ਕੁਆਲੀਫਾਈਡ ਆ ਉਹ ਗੱਲ ਕਰਨ ਨੂੰ, ਜਿਹੜੀ ਕਿ ਆਪਾਂ ਪਹਿਲਾਂ ਵੈਲ ਕੁਆਲੀਫਾਈਡ ਨਹੀਂ ਸੀ। ਬੇਸ਼ੱਕ ਇਸ ਤਰ੍ਹਾਂ ਝੇੜੀ ਜੂ ਨਹੀਂ ਕਰੇ, ਕੁਰਬਾਨੀ ਦਾ ਜਜ਼ਬਾ ਕੌਮ ਸੀ, ਕੁਰਬਾਨੀ ਕੌਮ ਨੇ ਇੰਨੇ ਕੌਮ ਸ਼ਹੀਦ ਪੈਦਾ ਕੀਤੇ, ਭਾਈ ਬਲਵੰਤ ਸਿੰਘ ਵਰਗੇ, ਭਾਈ ਹਵਾਰੇ ਵਰਗੇ, ਜਾਂ ਹੋਰ ਬਾਬਾ ਮਾਨੋ ਚਾਲ, ਭਾਈ ਸੁਖਦੇਵ ਸਿੰਘ, ਭਾਈ ਗੁਰਨਾਨਕ ਸਿੰਘ, ਕਿੰਨੇ ਵੱਡੇ ਵੱਡੇ ਯੋਧੇ ਪੈਦਾ ਕੀਤੇ। ਕੌਮ ਦੇ ਜਜ਼ਬੇ ਦੀ ਕਦੇ ਘਾਟ ਨਹੀਂ ਆਈ, ਕੌਮ ਦਾ ਜਜ਼ਬਾ ਉਸੇ। ਦੂਜੀ ਗੱਲ ਆ ਕਿ ਆਪਾਂ ਵੋਟਾਂ ਪਾ ਕੇ ਉਹਨਾਂ ਲੋਕਾਂ ਨੂੰ ਮੋਹਰੇ ਕਰ ਦਿੱਤਾ ਜਿਨ੍ਹਾਂ ਦੇ ਅੰਦਰ ਪੰਥਕ ਪ੍ਰੇਮ ਹੈ ਨਹੀਂ, ਗੱਦੀ ਤੱਕ ਦਾ ਹੀ ਆ। ਜਿਸ ਤਰ੍ਹਾਂ ਤੁਸੀਂ ਸਵਾਲ ਕਰ ਰਹੇ ਸੀਗੇ ਵੀ ਉਹ ਜਿਹਦਾ ਸੌਦਾ ਸਾਹਿਬ ਦਾ ਪ੍ਰੋਗਰਾਮ ਕਰ ਰਿਹਾ ਪੰਜਾਬ ਦੇ ਵਿੱਚ, ਜਦੋਂ ਉਹਨਾਂ ਦੇ ਵਿਰੁੱਧ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਤਾਂ ਪੋਲੀਟੀਸ਼ੀਅਨਾਂ ਨੇ ਅਕਾਲ ਤਖਤ ਦੇ ਜਥੇਦਾਰਾਂ ਨੇ ਦਬਕਾ ਮਾਰ ਕੇ ਫੂਕੇ ਹੀ ਕੱਢ ਦਿੱਤੀ, ਤਾਂ ਉਹ ਖੜੇ ਹੀ ਨਹੀਂ ਸਕੇ। ਆਪਣੇ ਹੁਕਮਨਾਮੇ ਤੇ ਅਕਾਲ ਤਖਤ ਦੇ ਜਥੇਦਾਰ ਨਹੀਂ ਖੜੇ ਹੋ ਰਹੇ। ਸਿਰਫ ਦਲਜੀਤ ਸਿੰਘ ਬਿੱਟੂ ਜਾਂ ਉਹ ਦੂਸਰੇ ਇੱਕ ਹੋਰ ਨੌਜਵਾਨ ਬਾਬਾ, ਉਹਨਾਂ ਦਾ ਕੀ ਨਾਂ ਆ, ਕਿਹੜੇ ਬਾਬਾ, ਜਿਹੜੇ ਦਾਦੂਵਾਲ ਵਾਲੇ, ਬਲਜੀਤ ਸਿੰਘ ਜੀ, ਇਹਨਾਂ ਤੋਂ ਬਿਨਾਂ ਉਹਨਾਂ ਦੇ ਵਿਰੁੱਧ ਕਿਸੇ ਨੇ ਮੋਰਚਾ ਨਹੀਂ ਲਿਆ। ਅਜੇ ਤੱਕ ਇਹ ਗ੍ਰਿਫਤਾਰੀਆਂ ਦੇ ਰਹੇ ਆ। ਸੋ ਜਿਹੜੇ ਗ੍ਰਿਫਤਾਰੀਆਂ ਦੇ ਰਹੇ ਜਾਂ ਉੱਥੇ ਜਦੋਜਹਿਦ ਕਰ ਰਹੇ, ਆਪਾਂ ਨੂੰ
ਉਹਨਾਂ ਨੂੰ ਸ਼ਾਬਾਸ਼ੇ ਕਹਿਣਾ ਚਾਹੀਦਾ ਤੇ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ। ਜਿਨ੍ਹਾਂ ਨੇ ਸਿੰਘ ਸਾਹਿਬ, ਹੁਕਮਨਾਮਾ ਕੱਢਿਆ ਉਹ ਸਾਰੇ ਆਪਣੇ ਹੁਕਮਨਾਮਾ ਕੱਢਣ ਤੋਂ ਮੁਨਕਰ ਹੋਇਆ ਜੀ, ਇਹ ਗੱਲ ਨਾ ਕਰੋ। ਤੁਸੀਂ ਇਹਦਾ ਕਾਰਨ ਸੋਚਦੇ ਹੋ ਕਿ ਜਿਹੜੀ ਸਾਡਾ ਉੱਪਰਲੀ ਜਿਹੜੀ ਹਾਈ ਕਮਾਂਡ ਹੈ ਉਹਦੇ ਵੱਲੋਂ ਦਬਕਾ ਜਾਂ ਵਾਟਐਵਰ, ਨਾਲ ਹੀ ਤੁਸੀਂ ਕਿਹਾ ਕਿ ਸਿੱਖਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਜਿਨ੍ਹਾਂ ਦਾ ਪੰਥ ਪਿਆਰ ਨਹੀਂ ਸੀ ਬਿਲਕੁਲ ਆਪਣੇ ਪੰਜਾਬ ਦੇ ਲੋਕਾਂ ਨੇ, ਪਰ ਪਿਛਲੇ 27 ਵਰਿਆਂ ਤੋਂ ਉਹੀ ਜਿੱਤਦੇ ਆ ਰਹੇ ਜਿਨ੍ਹਾਂ ਦਾ ਪੰਥ ਪਿਆਰ ਨਹੀਂ ਸੀ। ਇਹੀ ਕਾਰਨ ਹੈ ਜਾਂ ਹੋ ਸਕਦਾ ਹੈ ਕਿ ਪੰਥ ਪਿਆਰ ਵਾਲੇ ਨਹੀਂ ਜਿੱਤਣ ਕਰਕੇ ਪੰਥ ਦੇ ਵਿੱਚ ਨਿਗਾਰ ਆਇਆ, ਇਹੀ ਕਾਰਨ। ਪਰ ਇਹ ਪੰਥ ਦੇ ਨਾਲ ਨਾ ਪਿਆਰ ਕਰਨ ਵਾਲੇ ਕਿੰਨੀ ਕੁ ਦੇਰ ਤੱਕ ਜਿੱਤਦੇ ਰਹਿਣਗੇ, ਜਦੋਂ ਕਿ ਪੰਜਾਬ ਦੇ ਵਿੱਚ ਤਾਂ ਅਜੇ ਜਾਗਰਤੀ ਦੀ ਲਹਿਰ ਤੁਰੀ ਨਹੀਂ ਔਰ ਇੰਨੀ ਦੇਰ ਤੱਕ ਤਾਂ ਪੰਥ ਦਾ ਬਹੁਤ ਨੁਕਸਾਨ ਹੋ ਜਾਏਗਾ। ਆਪਣੇ ਜਥੇਬੰਦੀ ਦੇ ਪੱਖੋਂ ਤੁਸੀਂ ਕੀ ਸੋਚਦੇ ਹੋ? ਸਾਡੇ ਖਿਆਲ ਤਾਂ ਜੀ ਬਹੁਤ ਨੁਕਸਾਨ ਹੋਇਆ, ਤੇ ਜਦੋਂ ਵੀ ਅਸੀਂ ਪਿੰਡਾਂ 'ਚ ਜਿਹਨੂੰ ਵੀ ਪ੍ਰਚਾਰ ਕਰਨ ਭੇਜਦੇ ਆ ਉਹੀ ਤਾਂ ਜੇਲ੍ਹ 'ਚ ਪਾਉਂਦੇ ਆ, ਪ੍ਰਚਾਰ ਵੀ ਨਹੀਂ ਕਰਨ ਦਿੰਦੇ। ਤੁਸੀਂ ਜਾਣੀ ਖਾਲਸਤਾਨ ਦੀ ਗੱਲ ਤੱਕ ਪਾਸੇ ਛੱਡੋ, ਤੁਸੀਂ ਸਿੱਖੀ ਪ੍ਰਚਾਰ ਦੀ ਗੱਲ ਕਰੋ ਤਾਂ ਵੀ ਤੁਹਾਨੂੰ ਜੇਲ੍ਹ 'ਚ ਪਾਉਂਦੇ ਆ। ਪਾਲ ਸਿੰਘ ਆਪਣੇ ਸਾਹਮਣੇ, ਤੁਸੀਂ ਜਥੇਬੰਦੀ ਨੇ ਪਾਲ ਸਿੰਘ ਸਾਹਿਬ ਵਾਸਤੇ ਕੀ ਕੀਤਾ? ਜਥੇਬੰਦੀ ਜੀ ਉਹਦੇ ਲਈ ਆਪਣਾ ਕੰਪੇਨ ਕਰ ਰਹੀ ਆ, ਤੇ ਉਸ ਕੰਪੇਨ ਦਾ ਕੀ ਅਸਰ ਹੋਇਆ? ਉਹਨਾਂ ਨੂੰ ਤਾਂ ਜੇਲ੍ਹ ਦੇ ਵਿੱਚ ਤਸੀਹੇ ਦਿੱਤੇ ਜਾਂਦੇ, ਔਰ ਇੱਥੋਂ ਤੱਕ ਵੀ ਪਤਾ ਲੱਗਾ ਕਿ ਉਹਨਾਂ ਦੀ ਇੱਕ ਅੱਖ ਨੇ ਕੰਮ ਕਰਨਾ ਬੰਦ ਕਰਤਾ। ਬਿਲਕੁਲ ਬਿਲਕੁਲ। ਤੁਸੀਂ ਕੀ ਕੋਈ ਇਸ ਤਰ੍ਹਾਂ ਦੀ ਵੀ ਕੋਈ ਪਟੀਸ਼ਨ ਨਹੀਂ ਕਰ ਸਕਦੇ ਕਿ ਜੇਲ੍ਹ ਦੇ ਵਿੱਚ ਉਹਨਾਂ ਦਾ ਇਲਾਜ ਵੀ ਨਹੀਂ ਹੋ ਰਿਹਾ, ਕੱਲ ਨੂੰ ਕੁਝ ਹੋਰ ਨੁਕਸਾਨ ਹੋ ਜਾਏਗਾ? ਕਰ ਰਹੇ ਹਾਂ ਜੀ, ਅਸੀਂ ਇਹਦੇ ਪੂਰਾ ਕੰਪੇਨ ਗਰੁੱਪ ਬਣਾਇਆ ਹੈ। ਅਸੀਂ ਬਾਰ-ਬਾਰ ਕੰਪੇਨ ਦਾ ਅਸਰ ਕੀ ਹੈ? ਸ਼ੁਰੂ ਹੋ ਰਿਹਾ ਜੀ, ਉਮੀਦ ਹੈ ਸਾਨੂੰ ਜ਼ਰੂਰ ਰੰਗ। ਹਾਲੇ ਤੱਕ ਕੋਈ ਅਸਰ? ਹਾਂਜੀ, 19 ਤਰੀਕ ਲਈ ਅਸੀਂ ਉਹਨਾਂ ਲਈ ਸਾਰੇ ਪੰਥ ਨੂੰ ਅਰਦਾਸ ਕਰਨ ਲਈ ਵੀ ਬੇਨਤੀ ਕੀਤੀ ਆ। ਜਦੋਂ ਅਕਾਲ ਤਖ਼ਤ ਦੇ ਜਥੇਦਾਰ ਇੱਥੇ ਆਏ ਸੀ, ਪਛਾਦੀ ਚੰਗੇ ਜਾਂ ਨਹੀਂ ਚੰਗੇ ਫੇ ਵੀ ਜਿਹੜੇ ਹੈਗੇ ਆ ਚਿੱਠੀ ਪੱਤਰ ਉਹਨਾਂ ਨੂੰ ਦੇਣਾ ਪੈਂਦਾ, ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਅਕਾਲ ਤਖ਼ਤ ਤੋਂ ਵੀ ਕਰ। ਕੀ ਜਵਾਬ ਦਿੱਤਾ ਤੁਹਾਨੂੰ? ਜਵਾਬ ਤਾਂ ਉਹਨਾਂ ਨੇ ਕੋਈ ਨਹੀਂ ਦਿੱਤਾ। 19 ਤਰੀਕ ਨੂੰ ਦੇਖਾਂਗੇ, ਮੈਨੂੰ ਉਮੀਦ ਹੈ ਨਹੀਂ, ਪਰ ਅਸੀਂ ਆਪਣੀ ਡਿਊਟੀ ਪੂਰੀ ਕੀਤੀ ਆ। 19 ਤਰੀਕ ਨੂੰ ਕੀ ਹੈਗਾ? ਅਸੀਂ ਕਿਹਾ ਸੀ ਭਾਈ ਪਾਲ ਸਿੰਘ ਉਹਨਾਂ ਦੇ ਜਿੱਦਾਂ ਅੱਜ ਜਾਂ ਕੱਲ੍ਹ ਨੂੰ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਲਈ ਅਰਦਾਸ ਕਰ ਰਹੇ ਆ, ਇਸੇ ਤਰ੍ਹਾਂ 19 ਤਰੀਕ ਨੂੰ ਅਸੀਂ ਕਿਹਾ ਸੀਗਾ ਵੀ ਭਾਈ ਪਾਲ ਸਿੰਘ ਲਈ ਕੌਮੀ ਤੌਰ ਤੇ ਅਰਦਾਸ ਕੀਤੀ ਜਾਵੇ ਸਮੁੱਚੀ ਕੌਮ ਵੱਲੋਂ। ਤੇ ਇੱਕ ਉਹ ਹਾਈਲਾਈਟ ਹੋ ਜਾਂਦੇ ਆ, ਤੇ ਦੂਸਰਾ ਉਹਨਾਂ ਨੂੰ ਮਤਲਬ ਉਹਨਾਂ ਨੇ ਜਵਾਬ ਨਹੀਂ ਦਿੱਤਾ ਇਸ ਚੀਜ਼ ਦਾ ਵੀ ਅਸੀਂ ਕਰਾਂਗੇ ਜਾਂ ਨਹੀਂ ਕਰਾਂਗੇ, ਕੁਝ ਵੀ ਨਹੀਂ, ਨਾ ਨੈਗੇਟਿਵ ਨਾ ਹਾਂ ਭਰੀ ਨਾ ਭਰੀ, ਪਰ ਤੁਸੀਂ ਡੇਟ ਦੇ ਦਿੱਤੀ ਆਪਣੇ ਵੱਲੋਂ ਕਿ ਇਸ ਡੇਟ ਨੂੰ ਦਿੱਤੀ ਜਾਵੇ। ਅਸੀਂ ਜਿੰਨੇ ਇੱਕ ਇੰਗਲੈਂਡ ਦੇ ਗੁਰਦੁਆਰੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਾਂਗੇ, ਯੂਰਪ ਦੇ, ਅਮਰੀਕਾ, ਕੈਨੇਡਾ। ਦਿਨ ਹੀ ਕਿਉਂ ਚੁਣਿਆ? ਅਸੀਂ ਵੈਸੇ ਹੀ ਉਹ ਜਦੋਂ ਸਾਰੇ ਬੈਠੇ ਸੀ 19 ਜੂਨ ਦਾ ਦਿਨ ਚੁਣਿਆ, ਕੋਈ ਖਾਸ ਵਜ੍ਹਾ ਪਾਸ ਹੋ ਗਿਆ, ਕੋਈ ਖਾਸ ਵਜ੍ਹਾ ਨਹੀਂ ਸੀ। ਪਰ ਤੁਹਾਨੂੰ ਘੱਲੂ ਘਰ ਤੋਂ ਬਾਅਦ ਦਾ ਹੀ ਹੋਵੇ ਕਿ ਘੱਲੂ ਘਰ ਤੁਹਾਨੂੰ ਇਸ ਗੱਲ ਦੀ ਉਮੀਦ ਹੈ ਕਿ ਉਹ ਅਰਦਾਸ ਕਰਨਗੇ ਜਦ ਉਹਨਾਂ ਨੇ ਜਵਾਬ ਹੀ ਕੋਈ ਨਹੀਂ ਦਿੱਤਾ? ਤੁਸੀਂ ਕਹਿੰਦੇ ਅਸੀਂ ਦੇਖ ਰਹੇ ਹਾਂ 19 ਤਰੀਕ ਵਾਲੇ ਦਿਨ, ਪਰ ਅਸੀਂ ਬਾਹਰਲੇ ਗੁਰਦੁਆਰਿਆਂ 'ਚ ਤਾਂ ਕਰ ਰਹੇ ਹਾਂ। ਵੈਸੇ ਅਕਾਲ ਤਖ਼ਤ ਤੋਂ ਮੈਨੂੰ ਉਮੀਦ ਨਹੀਂ ਹੈ। ਨਹੀਂ ਉਮੀਦ ਹੈ ਕਿ ਉਹ ਉੱਥੇ ਅਰਦਾਸ। ਭਾਈ ਸਾਹਿਬ ਜੀ, ਜੇ ਉਹ ਬਿਆਨਾਂ ਦੇ ਮਸਲੇ ਦੇ ਵਿੱਚ ਕੋਰਟ ਨੂੰ ਇਹ ਚਿੱਠੀ ਦੇਣ ਨੂੰ ਤਿਆਰ ਨਹੀਂ ਬਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੱਥਾ ਟਿਕਾਉਣਾ ਗੁਰਮਤ ਦੇ ਖਿਲਾਫ ਆ, ਤਾਂ ਗੁਰਦੁਆਰੇ ਕੋਈ ਵੀ ਆ ਸਕਦਾ, ਤਾਂ ਹੋਰ ਉੱਥੋਂ ਮੈਂ ਕੋਈ ਆਸ, ਮੇਰੇ ਮਨ 'ਚ ਕੋਈ ਆਸ ਨਹੀਂ। ਔਰ ਜਿਹੜਾ ਅੱਜ ਕੱਲ੍ਹ ਆਪਣੇ ਸਿੱਖਾਂ ਦੀ ਹਾਲਾਤ ਆ ਹੁਣ, ਜਾਂ ਆਪਣੀ ਦੁਰਦਸ਼ਾ ਆ, ਇਹਦੇ ਜ਼ਿੰਮੇਵਾਰ ਕੁਛ ਹਾਲ ਤੱਕ ਉਹ ਸਿਆਸੀ ਲੋਕ ਆ ਜਿਨ੍ਹਾਂ ਦੇ ਕੋਲ ਤਾਕਤ ਆ ਗਈ, ਤਾਂ ਧਾਰਮਿਕ ਮੁੱਦਿਆਂ ਲਈ ਉਹਨਾਂ ਜਥੇਦਾਰਾਂ ਨੂੰ ਵਰਤ ਲੈਂਦੇ ਆ। ਜਿਹੜਾ ਉਹਨਾਂ ਦੇ ਨਹੀਂ ਪਸੰਦ ਉਹ ਪੰਥ ਚੋਂ ਬਾਹਰ, ਜਿਹੜਾ ਉਹਨਾਂ ਦੇ ਪਸੰਦ ਜਿੰਨਾ ਮਰਜੀ ਕਰੈਤੀਆ ਹੋਵੇ ਉਹ ਪ੍ਰਵਾਨ। ਜਾਣੀ ਇਹ ਪੰਥ ਦੇ ਵਿੱਚ ਬੜੀ ਮਾੜੀ ਸੋਚ ਲਾਗੂ ਹੋ ਗਈ ਕਿ ਮੈਰਿਟ ਦੇ ਆਧਾਰ ਤੇ ਜਾਂ ਦੋਸ਼ਾਂ ਦੇ ਆਧਾਰ ਤੇ ਅੱਜ ਕੱਲ ਕਿਸੇ ਨੂੰ ਦੂਰ ਜਾਂ ਨੇੜੇ ਨਹੀਂ ਕੀਤਾ ਜਾਂਦਾ। ਅੱਜ ਕੱਲ ਬਾਦਲ ਸਾਹਿਬ ਨੂੰ ਕੌਣ ਕਬੂਲ ਆ, ਕਿਹੜਾ ਨਹੀਂ ਕਬੂਲ, ਉਹਦੇ ਆਧਾਰ ਤੇ ਬੰਦੇ ਨੂੰ ਸਨਮਾਨਿਤ ਜਾਂ ਦੂਰ ਕੀਤਾ ਜਾਂਦਾ। ਇਹ ਪੰਥ ਲਈ ਬੜੀ ਹਾਨੀਕਾਰਕ ਗੱਲ ਆ। ਤੇ ਇੱਕ ਪਰਿਵਾਰ ਸਾਰਾ ਪੰਥ ਨੂੰ, ਸਾਰੀ ਸ਼੍ਰੋਮਣੀ ਕਮੇਟੀ ਨੂੰ ਹਾਈਜੈਕ ਕਰਕੇ ਬਹਿ ਜਾਵੇ, ਔਰ ਸਾਰੀ ਕੌਮ ਹੈਲਪਲੈਸਲੀ ਫੀਲ ਕਰਦੀ ਆ, ਕਿਸੇ ਹੱਥ ਵਾਸਤੇ ਕੁਛ ਵੀ ਨਹੀਂ, ਸਾਰਾ ਕੁਛ ਤਾਂ ਉਹਨਾਂ ਕੋਲ ਆ। ਅਕਾਲ ਤਖ਼ਤ ਦੇ 10,000 ਉਹਨਾਂ ਨੇ ਚੇਂਜ ਕਰਾਉਣੇ, ਹੁਕਮਨਾਮਾ ਉਹਨਾਂ ਨੇ ਕਢਾਉਣਾ ਜਾਂ ਬੰਦ ਕਰਾਉਣਾ। ਜਿੱਦਾਂ ਹੁਣ ਕੱਢਿਆ ਸੀ ਸੌਦਾ ਸਾਧ ਲਈ, ਉਹਨਾਂ ਨੇ ਇੱਕ ਦਬਕਾ ਮਾਰਿਆ, ਜਥੇਦਾਰ ਵੀ ਬਹਿ ਗਏ। ਮੇਰਾ ਭਾਵ ਕਹਿਣ ਦਾ ਕਿ ਜਥੇਦਾਰ ਤਾਂ ਇੱਕ EMPLOYEE ਬਣ ਕੇ ਰਹਿ ਗਏ। ਤੁਸੀਂ ਇੱਕ ਸਟਰੋਂਗ ਜਥੇਬੰਦੀ ਨੂੰ ਬਿਲੋਂਗ ਕਰਦੇ ਹੋ, ਇਸ ਪੱਖੋਂ ਕਿਸੇ ਵੀ ਜਥੇਬੰਦੀ ਨੇ ਫਿਲਹਾਲ ਕੋਈ ਸਟਰੋਂਗ ਆਵਾਜ਼ ਨਹੀਂ ਚੁੱਕੀ? ਅਸੀਂ ਤਾਂ ਜੀ ਬਥੇਰੀ ਆਵਾਜ਼ ਚੁੱਕੀ ਆ। ਜਿਹੜਾ ਆਵਾਜ਼ ਚੱਕਦਾ, ਸਾਰੇ ਸਾਡੀ ਜਾਣ ਪਛਾਣ ਵਾਲੇ ਤਾਂ ਸਾਰੇ ਉੱਥੇ ਜੇਲ੍ਹ ਦੇ ਅੰਦਰ ਆ। ਜਿਹੜਾ ਵੀ ਸਿੰਘ ਆਵਾਜ਼ ਚੱਕਦਾ ਦੂਜੇ ਦਿਨ ਅੰਦਰ ਹੁੰਦਾ। ਅਸੀਂ ਆਪਣੇ ਪੱਖੋਂ ਕੋਈ ਕਸਰ ਨਹੀਂ ਛੱਡੀ, ਤੇ ਬਾਹਰਲੇ ਜਿਹੜੇ ਅਸੀਂ ਉੱਥੇ ਜਾ ਨਹੀਂ ਸਕਦੇ, ਤੇ ਇੱਥੇ ਆਵਾਜ਼ ਉਠਾ ਸਕਦੇ। ਜਿਹੜੇ ਉੱਥੇ ਆ ਉਹ ਸਾਰੇ ਤਕਰੀਬਨ ਅੰਦਰ ਆ। ਤੁਸੀਂ ਦੇਖ ਰਹੇ ਹੋ ਕਿ ਉਸ ਆਵਾਜ਼ ਦਾ ਫਿਲਹਾਲ ਕੋਈ ਅਸਰ ਕੋਈ ਨਹੀਂ। ਸਾਨੂੰ ਪੂਰੀ ਭਰੋਸਾ ਸਤਿਗੁਰੂ ਤੇ, ਅਸੀਂ ਆਪਣਾ ਹੌਸਲਾ ਨਹੀਂ ਛੱਡਦੇ, ਤਾਂ ਜ਼ਰੂਰ ਸਤਿਗੁਰੂ ਬਖਸ਼ਿਸ਼ ਕਰਨਗੇ। ਕੋਈ ਦਿਨ ਕਰੇ ਤੁਹਾਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ। ਮੈਂ ਭਾਈ ਸਾਹਿਬ ਦੇ ਨਾਲ ਗੱਲ ਕਰਦਾ, ਭਾਈ ਸਾਹਿਬ ਬਲਵੀਰ ਸਿੰਘ ਸਾਹਿਬ ਜੀ, ਆਪ ਜੀ ਨੂੰ ਫਤਿਹ ਬੁਲਾਣਾ। ਵਾਹਿਗੁਰੂ ਜੀ ਕਾ ਖਾਲਸਾ।
ਭਾਈ ਸਾਹਿਬ ਜੀ, ਤੁਹਾਡੀ ਜਗ੍ਹਾ ਦੇ ਉੱਤੇ ਤੁਹਾਡੇ ਤੋਂ ਪਹਿਲਾਂ ਗੁਰਦਿਆਲ ਸਿੰਘ ਜੀ ਅਟਵਾਲ ਬੈਠੇ ਹੋਏ ਸਨ ਇਸੇ ਜਗ੍ਹਾ ਉੱਤੇ। ਤੁਸੀਂ ਜ਼ਾਹਿਰ ਤੌਰ ਉੱਪਰ ਇਹ ਪ੍ਰੋਗਰਾਮ ਨਹੀਂ ਸੁਣ ਸਕੇ ਹੋਣੇ ਕਿਉਂਕਿ ਤੁਸੀਂ ਜਾਂ ਬਾਹਰ ਹੋ ਗਏ ਜਾਂ ਕਾਰ ਦੇ ਵਿੱਚ ਹੋ ਗਏ ਉਸ ਵਕਤ। ਗੁਰਦਿਆਲ ਸਿੰਘ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਮੁੱਦਿਆਂ ਉੱਪਰ ਫੇਲ ਹੋਏ ਆ। ਤੁਸੀਂ ਕੀ ਇਸ ਗੱਲ ਨਾਲ ਸਹਿਮਤ ਹੋ ਕਿ ਅਸੀਂ ਕਿਸੇ ਮੁੱਦੇ ਉੱਪਰ ਫੇਲ ਹੋਏ ਆ? ਜੇ ਹੋਏ ਆ ਤਾਂ ਕਿਉਂ ਹੋਏ? ਜਿਸ ਤਰ੍ਹਾਂ ਭਾਈ ਜੋਗਾ ਸਿੰਘ ਨੇ ਕੀਤੀ ਹੈ ਨਾ, ਜਦੋਂ ਅਕਾਲ ਤਖਤ ਤੇ ਹਮਲਾ ਹੋਇਆ ਜੀ, ਉਸ ਟਾਈਮ ਤੇ ਕੌਮ ਪ੍ਰਿਪੇਅਰ ਨਹੀਂ ਸੀ। ਠੀਕ ਹੈ। ਜਿਸ ਤਰ੍ਹਾਂ ਅਸੀਂ ਕੋਈ ਏਮ ਲੈ ਕੇ ਕੌਮ ਨਹੀਂ ਸੀ ਤੁਰੀ। ਪਹਿਲਾਂ ਇੱਕ ਅਨੰਦਪੁਰ ਦਾ ਮਤਾ ਲੈ ਕੇ ਤੁਰੇ ਸੀਗੇ ਜੀ, ਤੇ ਉਹਦੇ ਵਿੱਚ ਵੀ ਚਲੋ ਆਪਣੇ ਹੀ ਧੋਖਾ ਦੇ ਗਏ ਜੀ। ਉਹਨਾਂ ਅਨੰਦਪੁਰ ਦਾ ਮਤਾ ਹੀ ਛੱਡ ਦਿੱਤਾ। ਹਾਂਜੀ, ਠੀਕ ਹੈ। ਇਸ ਕਰਕੇ ਉਹਨਾਂ ਸਿੰਘਾਂ ਦੀ ਸ਼ਹੀਦੀਆਂ ਵੀ ਹੋਈਆਂ, ਅਕਾਲ ਤਖਤ ਤੇ ਅਟੈਕ ਵੀ ਹੋਇਆ, ਅਨੇਕਾਂ ਸਿੰਘ ਸ਼ਹੀਦ ਹੋਏ, ਦਿੱਲੀ ਵਿੱਚ ਸ਼ਹੀਦ ਹੋ ਗਏ। ਤੇ ਜਦੋਂ ਸਿਆਣੇ ਬੰਦੇ ਕੋਈ ਚੀਜ਼ ਲੈ ਕੇ ਤੁਰਨ, ਕੋਈ ਮੁੱਦਾ ਲੈ ਕੇ ਤੁਰਨ, ਤਾਂ ਉਹਦੇ ਵਿੱਚ ਸਫਲਤਾ ਹੁੰਦੀ ਹੈ। ਉਹ ਵੈਸੇ ਜ਼ਰੂਰੀ ਵੀ ਨਹੀਂ ਹੈ ਜੀ। ਜਿੱਦਾਂ ਹੁਣ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਕਈ ਉਤਰਾਅ ਚੜ੍ਹਾਅ ਆਏ। 1857 ਦਾ ਗਦਰ ਹੋਇਆ, ਉਸ ਤੋਂ ਬਾਅਦ ਵਿੱਚ ਸਿੰਘ ਵੀ ਸ਼ਹੀਦ ਹੋਏ, ਹੋਰ ਵੀ ਕੌਮਾਂ ਦੇ ਬੰਦੇ ਸ਼ਹੀਦ ਹੋਏ। ਠੀਕ ਹੈ। ਉਹਦੇ ਵਿੱਚ ਕਦੀ ਚੜ੍ਹਤ ਆ ਜਾਂਦੀ ਸੀ, ਕਦੀ ਖੜੋਤ ਆ ਜਾਂਦੀ ਸੀ। ਇਦਾਂ ਹੀ ਜਦੋਂ ਸਿੱਖ ਸੰਘਰਸ਼ ਚੱਲਿਆ ਗੁਰੂ ਨਾਨਕ ਸਾਹਿਬ ਤੋਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਤਾਈਂ ਸਿੰਘਾਂ ਨੂੰ ਜੰਗਲਾਂ ਵਿੱਚ ਲੁਕਣਾ ਪਿਆ। ਜਦੋਂ ਕੋਈ ਬੰਦਾ ਕੋਈ ਕੰਮ ਕਰਦਾ, ਉੱਥੇ ਕਿਤੇ ਨਾ ਕਿਤੇ ਕੋਈ ਘਾਟ ਰਹਿ ਜਾਂਦੀ ਹੈ। ਉਹਨੂੰ ਤੁਸੀਂ ਫੇਲਿਅਰ ਮੰਨ ਦਿੰਦੇ ਹੋ। ਫਿਰ ਉਸ ਘਾਟ ਨੂੰ ਕੀ ਫੇਲਿਅਰ ਮੰਨਿਆ ਜਾ ਸਕਦਾ ਹੈ? ਘਾਟ ਕਮੀ ਹੋ ਸਕਦੀ, ਗਲਤੀਆਂ ਵੀ ਹੋ ਸਕਦੀਆਂ, ਪਰ ਕੀ ਫੇਲਿਅਰ ਸ਼ਬਦ ਆਪਾਂ ਦੇ ਸਕਦੇ ਹਾਂ? ਫੇਲਿਅਰ ਤਾਂ ਨਹੀਂ ਮੰਨਣਾ ਚਾਹੀਦਾ ਉਹਨੂੰ, ਕਿਉਂਕਿ ਉਹਦੇ ਵਿੱਚ ਉਹਨੂੰ ਦਰੁਸਤ ਕਰਨਾ ਸਾਡਾ ਫਰਜ਼ ਬਣਦਾ। ਠੀਕ ਹੈ। ਕਿਉਂਕਿ ਜੇ ਕੋਈ ਗਲਤੀ ਹੋ ਗਈ, ਗਲਤੀਆਂ ਹੁਣ ਕੋਈ ਤੁਸੀਂ ਮਕਾਨ ਹੀ ਬਣਾਉਣਾ ਹੋਵੇ, ਉਹਦੇ ਵਿੱਚ ਕੋਈ ਚੀਜ਼ ਰਹਿ ਜਾਂਦੀ ਹੈ, ਆਪਾਂ ਉਹਨੂੰ ਫਿਰ ਦਰੁਸਤ ਕਰ ਲੈਂਦੇ ਆ। ਪਰ ਜਿਹੜੀ ਖੜੋਤ ਵੀ ਆਈ, ਉਹ ਖੜੋਤ ਵੀ ਕਿਉਂ ਆਈ? ਖੜੋਤ ਤਾਂ ਹੁਣ ਜਦ ਕੌਮ ਪੂਰੀ ਨਾਲ ਨਹੀਂ ਤੁਰੀ, ਕਿਉਂਕਿ ਜਾਗਰਤੀ ਨਹੀਂ ਸੀ। ਆਪਾਂ ਨੂੰ ਇਹ ਚੀਜ਼ ਦਾ ਮੰਨਣਾ ਪੈਣਾ ਵੀ ਕੌਮ ਵਿੱਚ ਪੂਰੀ ਜਾਗਰਤੀ ਨਹੀਂ ਸੀ। ਇਸ ਕਰਕੇ ਜਿੰਨਾ ਪਹਿਲਾਂ ਪ੍ਰਚਾਰ ਕਰਕੇ ਜਾਂ ਬੱਚਿਆਂ ਦੇ ਨੌਜਵਾਨਾਂ ਵਿੱਚ ਅੰਦਰ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਜਿੰਨਾ ਚਿਰ ਨਹੀਂ ਪੈਦਾ ਕਰਦਾ ਵੀ ਅਸੀਂ ਹੈਗੇ ਗੁਲਾਮ ਤੇ ਅਸੀਂ ਆਪਣਾ ਰਾਜ ਲੈਣਾ ਆ। ਝੇੜੂ ਸਾਹਿਬ ਨੇ ਕਿਹਾ ਸੀਗਾ ਕਿ 1.5 ਲੱਖ ਸਿੰਘ ਸ਼ਹੀਦ ਹੋਇਆ। ਜੇ 1.5 ਲੱਖ ਸਿੰਘਾਂ ਦੀ ਸ਼ਹੀਦੀ ਵੀ ਜਾਗਰਤੀ ਨਹੀਂ ਲਿਆ ਸਕੀ ਤਾਂ ਫਿਰ ਜਾਗਰਤੀ ਕਦੋਂ ਆਏਗੀ? ਦੇਖੋ ਜੀ, ਜਿਹੜੇ ਇਨੋਸੈਂਟ ਬੰਦੇ ਮਾਰੇ ਤਾਂ ਉਹਨਾਂ ਦਾ ਤਾਂ ਕੋਈ ਪਤਾ ਨਹੀਂ ਕਿੰਨੇ ਮਾਰ ਦਿੱਤੇ। ਨਹੀਂ, ਮੈਂ ਇਹ ਤਾਂ ਪੁੱਛ ਨਹੀਂ ਰਿਹਾ, ਮੈਂ ਤਾਂ ਤੁਹਾਨੂੰ ਇਹ ਸਵਾਲ ਕਰ ਰਿਹਾ ਕਿ ਇੰਨੇ ਸਿੰਘਾਂ ਦੀ ਸ਼ਹਾਦਤ ਵੀ ਜੇ ਜਾਗਰਤੀ ਨਹੀਂ ਲਿਆ ਸਕੀ। ਜਿਹੜੇ ਲੜਾਕੂ ਸਿੰਘ ਸੀਗੇ ਉਹ ਤਾਂ ਇੰਨੇ ਨਹੀਂ ਸੀ। 1.5 ਲੱਖ ਸ਼ਹੀਦ ਹੋਇਆ। ਆਪਾਂ ਨੂੰ ਵੈਸੇ ਫਿਗਰ ਸਹੀ ਦੱਸਣੀ ਚਾਹੀਦੀ ਆ, ਕਿਉਂਕਿ ਉਹਦੇ ਵਿੱਚ ਮੇਰੇ ਕੋਲ ਤਾਂ ਇਸ ਵੇਲੇ 400 ਦੀ ਲਿਸਟ ਆ। ਸਿਰਫ 400? ਜਿਹੜੇ ਮੇਰੇ ਕੋਲ ਲਿਸਟ ਆ 400 ਦੀ ਹੈ, ਜਿਹੜੇ ਸਿੰਘ ਸ਼ਹੀਦ ਹੋਏ ਜਥੇਬੰਦੀਆਂ ਦੇ ਨਾਲ। ਯਾਨੀ ਕਿ 20 ਸਾਲਾਂ ਦੇ ਵਿੱਚ ਬਹੁਤ ਸਾਰਿਆਂ ਦਾ ਪਤਾ ਵੀ ਨਹੀਂ ਹੈ ਕਿੰਨੇ ਵੀ ਸਿੰਘ ਸ਼ਹੀਦ ਹੋਏ ਆ। ਨੋਬਡੀ ਨੋਜ਼। ਅਜੇ ਤੇ ਆਪਣੀ ਪੂਰੀ ਲਿਸਟ ਅਸੀਂ ਬਣਾ ਨਹੀਂ ਸਕੇ, ਕਿਉਂਕਿ ਜਿਹੜਾ ਸਿੰਘ ਨੂੰ ਭੇਜੀਦਾ ਆ ਉਹਦੇ ਤੇ ਕੋਈ ਨਾ ਕੋਈ। ਪਰ 400 ਵਿੱਚ ਔਰ 1.5 ਲੱਖ ਦੇ ਵਿੱਚ ਤੇ ਬਹੁਤ ਫਰਕ ਹੈ। ਨਹੀਂ, ਜਿਹੜੇ ਲੜਾਕੂ ਸਿੰਘ ਅੰਦਾਜ਼ਾ ਵੀ ਹੋਵੇ ਤਾਂ ਜਿਹੜੇ ਲੜਾਕੂ ਸਿੰਘ ਆ ਉਹਨਾਂ ਦੀ ਮੈਂ ਗੱਲ ਕਰਦਾ ਜੀ। ਤੇ ਜਿਹੜੇ ਇਨੋਸੈਂਟ ਬੰਦੇ ਫੜ ਪਿੰਡਾਂ 'ਚੋਂ ਮਾਰ ਦਿੱਤੇ, ਜਾਂ ਹਰਮੰਦਰ ਸਾਹਿਬ ਮਾਰ ਦਿੱਤੇ, ਦਿੱਲੀ ਵਿੱਚ ਮਾਰ ਦਿੱਤੇ, ਜੇ ਆਪਾਂ ਸਾਰਾ ਕਾਊਂਟ ਕਰਦੇ ਤਾਂ ਇੰਨੇ ਕੁ ਹੋ ਹੀ ਸਕਦੇ ਆ। ਪਰ ਆਪਣੇ ਕੋਲ ਕੋਈ ਤੁਸੀਂ ਕਹਿੰਦੇ ਲਿਸਟ ਨਹੀਂ ਹੈ। ਪਰ ਮੇਰਾ ਪ੍ਰਸ਼ਨ ਤੇ ਇਹ ਸੀਗਾ ਕਿ ਚਲੋ ਸ਼ਹੀਦ ਤਾਂ ਇੱਕ ਵੀ ਜਿਹੜਾ ਹੈ ਉਹ ਵੀ ਜਾਗਰਤੀ ਲਿਆ ਦਿੰਦਾ ਹੈ, ਕਿਉਂਕਿ ਕਈ ਕੌਮਾਂ ਵਾਲੇ ਸਾਨੂੰ ਇਸ ਗੱਲ ਦਾ ਤਾਨਾ ਦਿੰਦੇ ਆ ਕਿ ਸਾਡੇ ਇੱਕ ਸ਼ਹੀਦ ਹੋਇਆ ਸੀ ਤੇ ਅਸੀਂ ਇੰਨੇ ਆਪਣੇ ਧਰਮ ਦੇ ਵਿੱਚ ਲੈ ਆਉਂਦੇ, ਤਾਂ ਸਾਡੇ ਤਾਂ ਸ਼ਹੀਦ ਹੀ ਇੰਨੇ ਹੋਏ ਆ। ਤੇ ਉਹ ਸ਼ਹੀਦ ਸਾਡੇ ਆਪਣੇ, ਅਸੀਂ ਹੋਰ ਬਾਹਰੋਂ ਤਾਂ ਕੀ ਕਿਸੇ ਨੂੰ ਸਿੰਘ ਸਜਾਣਾ ਸੀ, ਸਾਡੇ ਆਪਣੇ ਅੰਦਰ ਹੀ ਜਾਗਰਤੀ ਨਾ ਪੈਦਾ ਕਰ ਸਕੇ। ਇਹਦੇ ਪਿੱਛੇ ਕੀ ਤੁਸੀਂ ਕਾਰਨ ਸੋਚਦੇ ਹੋ? ਕਿਉਂ ਕਾਰਨ ਜੇ ਸੱਚ ਬੋਲੀਏ ਤਾਂ ਪੰਜਾਬ ਦੀ ਸਿਚੁਏਸ਼ਨ ਬਾਹਰਲੇ ਮੁਲਕਾਂ ਨਾਲੋਂ ਟੋਟਲੀ ਡਿਫਰੈਂਟ ਹੈ ਜੀ। ਕਿਸੇ ਦੇਸ਼ ਵਿੱਚ ਦੋ ਕੌਮਾਂ ਵਸਦੀਆਂ ਹੁੰਦੀਆਂ, ਜਾਂ ਕ੍ਰਿਸਚੀਅਨ ਹੋਣ ਜਾਂ ਮੁਸਲਮਾਨ ਹੋਣ, ਜਾਂ ਮੁਸਲਮਾਨ ਜਾਣ ਜਾਂ ਹੋਰ ਕਿਸੇ ਫਿਰਕੇ ਦੇ ਬੰਦੇ ਹੋਣ, ਤਾਂ ਉੱਥੇ ਰੈਗੂਲੇਸ਼ਨ ਲਿਆਉਣਾ ਈਜ਼ੀ ਹੁੰਦਾ ਜੀ। ਪੰਜਾਬ ਦੇ ਅੰਦਰ ਸਾਡੇ ਵਿੱਚ ਵੰਡੀਆਂ ਇੰਨੀਆਂ ਗੌਰਮੈਂਟਾਂ ਨੇ ਪਾਤੀਆਂ 1947 ਤੋਂ ਲੈ ਕੇ। ਕੋਈ ਰਾਧਾ ਸਵਾਮੀ ਬਣਾਤਾ, ਕੋਈ ਕਿਸੇ ਫਿਰਕੇ ਨਾਲ ਬਣਾ ਸਿੱਖ ਵੰਡ ਦਿੱਤੇ। ਤੇ ਉੱਥੇ ਜਿਹੜੇ ਪੰਥ ਦੀ ਜਾਂ ਪੰਜਾਬ ਦੀ ਆਵਾਜ਼ ਉਠਾਉਣ ਵਾਸਤੇ ਬਹੁਤ ਥੋੜੇ ਰਹਿ ਗਏ ਜੀ, ਕਿਉਂਕਿ ਕੋਈ ਨਾਮਧਾਰੀ ਬਣ ਗਿਆ, ਕੋਈ ਰਾਧਾ ਸਵਾਮੀ ਬਣ ਗਿਆ, ਕੋਈ ਨਿਰੰਕਾਰੀ ਨਰਕਧਾਰੀ ਬਣ ਗਿਆ, ਉਧਰ ਉਹਨਾਂ ਪਿੱਛੇ ਲੱਗ ਗਿਆ। ਉਹਨਾਂ ਨੂੰ ਤਾਂ ਸਿੱਖ ਕਾਜ਼ ਦੇ ਨਾਲ ਕੋਈ ਗੱਲ ਹੈ ਹੀ ਨਹੀਂ ਨਾ। ਤੇ ਇਸ ਕਰਕੇ ਇਹ ਵੀ ਬੜੀ ਵੱਡੀ ਘਾਟ ਆ। ਵੀ ਦੂਜੀ ਹੈ ਕਿ ਅਸੀਂ ਸਾਡੇ ਕੌਮ ਵਿੱਚ ਕਈ ਐਸੇ ਇਲਾਕੇ ਆ ਜਿੱਥੇ
ਲੋਕਾਂ ਨੂੰ ਪਤਾ ਹੀ ਨਹੀਂ। ਇਸ ਪਾਸੇ ਗਰੀਬੀ ਦੀ ਰੇਖਾ ਤੋਂ ਵੀ ਉਹ ਥੱਲੇ ਆ, ਜਾਂ ਬਾਰਡਰ ਦਾ ਇਲਾਕਾ ਦੇ ਲਾਗੇ ਲਾਗੇ ਦੇਖ ਲਓ, ਉਧਰਲੇ ਪਾਸੇ ਲੋਕਾਂ ਨੂੰ ਇਸ ਚੀਜ਼ ਜਾਗਰਤੀ ਨਹੀਂ ਹੈ। ਕੁਛ ਇੱਕ ਦੋ ਜ਼ਿਲ੍ਹੇ ਆ ਜਿੱਥੇ ਜ਼ਿਆਦਾ ਪ੍ਰਚਾਰ ਜਾਂ ਪੜ੍ਹੇ ਲਿਖੇ ਲੋਕ ਆ, ਇੱਥੇ ਥੋੜਾ ਜ਼ਿਆਦਾ ਹੋਇਆ। ਤੇ ਬਹੁਤ ਸਾਰੀਆਂ ਗੱਲਾਂ ਇਹ ਹੈਗੀਆਂ ਵੀ ਜਾਗਰਤੀ ਲਿਆਉਣੀ ਪਹਿਲਾਂ ਜ਼ਰੂਰੀ ਆ, ਨਾ ਵੀ ਸੰਘਰਸ਼ ਦੇ ਵਿੱਚ ਵੀ ਲਿਆਂਦੀ ਜਾ ਸਕਦੀ ਆ ਕਿ ਜਿਹੜੇ ਸਾਡੇ ਪੜ੍ਹੇ ਲਿਖੇ ਬੁੱਧੀਵਾਨ ਲੋਕ ਹੈਗੇ ਆ, ਉਹ ਜਿੰਨਾ ਚਿਰ ਅਸੀਂ ਬੱਚੇ ਦੇ ਮਨ ਵਿੱਚ ਇਹ ਨਹੀਂ ਭਰਦੇ ਵੀ ਤੁਸੀਂ ਗੁਲਾਮ ਆ ਜੀ, ਤੁਹਾਡੇ ਹੱਕ ਖੋਏ ਜਾ ਰਹੇ ਆ, ਜਦੋਂ ਉਹਨਾਂ ਦੇ ਮਨ ਵਿੱਚ ਇਹ ਗੱਲ ਕਰ ਜਾਵੇ, ਜਾਂ ਜਿੱਦਾਂ ਸਕੂਲਾਂ ਦੇ ਨੌਜਵਾਨ ਆ ਜਾਂ ਕਾਲਜਾਂ ਦੇ ਬੱਚੇ ਆ, ਜਿੰਨਾ ਚਿਰ ਉਹ ਨਹੀਂ ਉੱਠਦੇ ਉਹਨਾਂ ਚਿਰ ਰੈਵੋਲੂਸ਼ਨ ਲਿਆਉਣਾ ਬੜਾ ਔਖਾ ਹੁੰਦਾ। ਕੁਛ ਚੰਦ ਬੰਦੇ ਵਿਚਾਰੇ ਉਦੋਂ ਉੱਠੇ ਸੀ, ਕੌਮ ਦਾ ਦਰਦ ਲੈ ਕੇ ਉਹਨਾਂ ਨੇ ਦਬਾ ਦਿੱਤੇ, ਮਾਰ ਦਿੱਤੇ। ਨਾਲੇ ਉੱਥੇ ਪੁੱਛਦਾ ਕੌਣ ਆ? ਬਾਹਰਲਾ ਮੀਡੀਆ ਤਾਂ ਸਾਰਾ ਉਹਨਾਂ ਨੇ ਬੰਦ ਕਰ ਦਿੱਤਾ। ਇੱਕ ਪ੍ਰਸ਼ਨ ਹੋਰ ਵੀ ਹੁੰਦਾ, ਮੈਂ ਆਡੀਅנס ਦੇ ਵੱਲ ਆਉਣਾ, ਕਿ ਬਲਵੀਰ ਸਿੰਘ ਸਾਹਿਬ ਨੇ ਕਿਹਾ ਕਿ ਦਬਾ ਦਿੱਤੇ, ਮਾਰ ਦਿੱਤੇ, ਲੇਕਿਨ ਸਾਡੇ ਵਿੱਚ ਇੱਕ ਕਹਾਵਤ ਹੈ ਕਿ ਜਿਉਂ-ਜਿਉਂ ਮਨੂੰ ਵੜਦਾ ਅਸੀਂ ਦੂਣ ਸੁਆਣੇ ਹੋਏ। ਕੀ ਉਸ ਕਹਾਵਤ ਨੂੰ ਅਸੀਂ ਭੁੱਲ ਗਏ? ਸਵਤਾ ਸਾਹਿਬ, ਮੈਂ ਆਪ ਜੀ ਵੱਲ ਆਉਣਾ, ਆਪ ਇਸ ਸੰਘਰਸ਼ ਦੇ ਵਿੱਚ ਜਦੋਂ ਤੋਂ ਮੈਂ ਦੇਖ ਰਿਹਾ ਉਦੋਂ ਤੋਂ ਜੂਝ ਰਹੇ ਹੋ, ਲੜ ਰਹੇ ਹੋ, ਔਰ ਇਸ ਵਕਤ ਆਪ ਜਿਹੜੀ ਕੌਂਸਲ ਆਫ ਖਾਲਿਸਤਾਨ ਹੈ ਉਹਦੇ ਇੱਕ ਪ੍ਰਧਾਨ ਹੋਣ ਦੇ ਨਾਤੇ ਵੀ ਔਰ ਇੱਕ ਪ੍ਰਬੰਧਕ ਹੋਣ ਦੇ ਨਾਤੇ ਵੀ। ਬਲਵੀਰ ਸਿੰਘ ਸਾਹਿਬ ਨੇ ਗੱਲ ਕੀਤੀ ਕਿ ਜਾਗਰਤੀ ਜਿਹੜੀ ਹੈ ਉਹ ਲਿਆਣੀ ਬਹੁਤ ਜ਼ਰੂਰੀ ਹੈ, ਤਾਂ ਉਹ ਹੈ ਵੀ ਜ਼ਰੂਰੀ। ਤੁਸੀਂ ਕੀ ਸੋਚਦੇ ਹੋ ਇੱਕ ਪ੍ਰਬੰਧਕ ਹੋਣ ਦੇ ਨਾਤੇ ਔਰ ਇੱਕ ਜਿਹੜੀ ਕੌਂਸਲ ਆਫ ਖਾਲਿਸਤਾਨ ਦੇ ਪ੍ਰਧਾਨ ਹੋਣ ਦੇ ਨਾਤੇ, ਕਿ ਕਿਸ ਤਰ੍ਹਾਂ ਜਾਗਰਤੀ ਲਈ ਜਾ ਸਕਦੀ ਹੈ? ਮਤਲਬ ਮੈਂ ਇੱਕ ਜਗ੍ਹਾ ਦੀ ਜਾਗਰਤੀ ਦੀ ਗੱਲ ਕਰਾਂ ਵੀ ਜੇ ਅਸੀਂ ਕਹਿ ਦਈਏ ਇੱਥੇ ਜਾਗਰਤੀ ਆਉਣੀ ਸ਼ੁਰੂ ਹੋਈ ਹੈ ਤੇ ਉਹਦੇ ਲਈ ਪੰਜਾਬ ਦੇ ਵਿੱਚ ਜਾਗਰਤੀ ਫਿਲਹਾਲ ਨਹੀਂ ਆ ਰਹੀ, ਜਾਂ ਜੇ ਬਾਹਰਲੇ ਮੁਲਕਾਂ ਦੇ ਵਿੱਚ ਜਾਗਰਤੀ ਆਈ ਹੈ ਤੇ ਸਾਡੇ ਆਪਣੇ ਵਤਨ ਜਿਹਨੂੰ ਜਿੱਥੇ ਅਸੀਂ ਬਣਾਉਣਾ ਹੈ ਵਤਨ ਆਪਣਾ, ਉੱਥੇ ਜਾਗਰਤੀ ਨਹੀਂ ਆਈ, ਤਾਂ ਉਸ ਮੱਦੇ ਨਜ਼ਰ ਤੁਸੀਂ ਕੀ ਸੋਚਦੇ ਹੋ ਕਿ ਕੀ ਹੋਣਾ ਚਾਹੀਦਾ ਹੈ, ਕਿ ਜਾਗਰਤੀ ਲਿਆਉਣ ਦਾ ਕੀ ਤਰੀਕਾ ਹੋਣਾ ਚਾਹੀਦਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇਹ ਜਿਹੜਾ ਕੁਐਸਚਨ ਹੈ ਜੀ, ਇਹ ਬਹੁਤ ਹੀ ਇੰਪੋਰਟੈਂਟ ਜੀ, ਬਹੁਤ ਹੀ ਡੂੰਘਾ, ਜੀ, ਤੇ ਆਪਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਵੀ ਸਾਡੇ ਨਾਲ ਹੋਇਆ ਜੀ। ਪਹਿਲੀ ਗੱਲ ਤਾਂ ਇਹ ਆ ਕਿ 1984 ਦੇ ਵਿੱਚ ਇੱਕ ਹਿੰਦੁਸਤਾਨ ਦੀ ਤਾਕਤਵਰ ਸਰਕਾਰ ਨੇ ਜੀ ਸਾਡੇ ਹਰਮੰਦਰ ਸਾਹਿਬ ਤੇ ਸਾਰੇ ਪੰਜਾਬ ਨੂੰ ਜੀ ਸੀਲ ਕੀਤਾ, ਜੀ, ਢਾਹ ਢੇਰੀ ਕਰ ਦਿੱਤਾ। ਉਹਦੇ ਵਿੱਚ ਅਸੀਂ ਉਹਨੂੰ ਡਿਫੈਂਡ ਕੀਤਾ, ਅਟੈਕ ਨਹੀਂ ਕੀਤਾ। ਇਹ ਗੱਲ ਆਪਾਂ ਨੂੰ ਸਮਝ ਲੈਣੀ ਚਾਹੀਦੀ ਆ। ਉਸ ਤੋਂ ਬਾਅਦ 1992 ਤੇ ਖਾਲਸਾ ਪੰਥ ਦੀ ਚੜ੍ਹਤ ਰਹੀ ਔਰ ਉਹਨਾਂ ਨੇ ਕੁਰਬਾਨੀਆਂ ਵੀ ਕੀਤੀਆਂ, ਆਪਣਾ ਜਿੰਨਾ ਵੀ ਉਹਨਾਂ ਤੋਂ ਕੰਮ ਹੋ ਸਕਦਾ ਸੀ ਉਹ ਕੀਤਾ ਜੀ। ਉਹਦੇ ਵਿੱਚ ਇਹ ਸੀ ਕਿ ਕਿਉਂਕਿ ਅਸੀਂ ਤਿਆਰੀ ਦੇ ਨਾਲ, ਸੋਚ ਦੇ ਨਾਲ, ਸਮਝ ਦੇ ਨਾਲ ਅਸੀਂ ਉਹ ਗੱਲ ਨਹੀਂ ਕੀਤੀ ਸੀ, ਇਸ ਕਰਕੇ ਸਾਨੂੰ ਉਹ ਜਿਹੜੀਆਂ ਮੁਸ਼ਕਲਾਂ ਸੀ ਉਹ ਸਾਹਮਣੇ ਆਈਆਂ ਜੀ। ਉਹ ਕਿਉਂ ਆਈਆਂ ਕਿ ਹਿੰਦੁਸਤਾਨ ਦੀ ਸਰਕਾਰ ਨੇ ਜੀ ਡੈਮੋਕ੍ਰੇਸੀ ਦਾ ਬੁਰਕਾ ਪਾਇਆ, ਕਰ ਰਹੇ ਸੀ ਡਿਕਟੇਟਰਸ਼ਿਪ, ਰਸ਼ੀਆ ਦੇ ਨਾਲ ਉਹਨਾਂ ਦੇ ਨਾਲ ਸੰਧੀਆਂ ਕੀਤੀਆਂ ਸੀ। ਉਹ ਸਾਰਾ ਹੋਣ ਦੇ ਨਾਲ ਸਾਨੂੰ ਇਸ ਗੱਲ ਤੇ ਬਹੁਤ ਹੀ ਘਾਟਾ ਪਿਆ। ਤੇ ਜਿਹੜੀ ਇਲੈਕਸ਼ਨ ਹੋਈ ਸੀ ਜਿਹਦੇ ਵਿੱਚ ਬਿਆਨਸੂ 2.5% ਦੇ ਨਾਲ ਕਾਮਯਾਬ ਹੋ ਕੇ ਸਿੰਘਾਂ ਨੂੰ ਸ਼ਹੀਦ ਕੀਤਾ, ਉਹ ਵੀ ਇੱਕ ਸਾਡੀ ਮਿਸਟੇਕ ਕਹਿ ਲਓ ਜਾਂ ਉਹ ਸਾਡੀ ਅਣਜਾਣਪੁਣਾ ਸੀ ਕਿ ਅਸੀਂ ਬਾਈਕਾਟ ਕੀਤਾ। ਉਹ ਜੁਝਾਰੂਆਂ ਨੇ ਬਾਈਕਾਟ ਨਹੀਂ ਸੀ ਕੀਤਾ। ਮੈਂ ਤੁਹਾਡੇ ਕੋਲ ਤਰੀਕਾ ਪੁੱਛਿਆ ਸੀ ਕਿ ਜਾਗਰਤੀ ਕਿਸ ਤਰ੍ਹਾਂ ਆ ਸਕਦੀ ਹੈ। ਤੁਸੀਂ ਕਿਹਾ ਕਿ 1992 ਤੱਕ ਚੜ੍ਹਤ ਰਹੀ, ਤੁਸੀਂ ਦੱਸੋ ਕਿ ਕਿਸ ਤਰੀਕੇ ਦੀ ਚੜ੍ਹਤ ਸੀ ਜਿਹਨੂੰ ਤੁਸੀਂ ਚੜ੍ਹਤ ਮੰਨ ਕੇ ਚੱਲ ਰਹੇ ਹੋ 1992 ਤੱਕ? ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਆਪਾਂ ਨੂੰ ਕਰਨਾ ਕੀ ਚਾਹੀਦਾ, ਉਹ ਇਹ ਆ ਕਿ ਇਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਸਾਰੀਆਂ ਜਿੰਨੀਆਂ ਬਾਹਰਲੇ ਮੁਲਕ ਵਾ ਉਹਨਾਂ ਦੇ ਵਿੱਚ ਆਪੋ ਆਪਣਾ ਕੰਮ ਕਰਨ ਦੀ ਲੋੜ ਆ। ਜਿਸ ਤਰੀਕੇ ਦੇ ਨਾਲ ਅੱਜ ਆਪਾਂ ਇੱਥੇ ਬੈਠੇ ਆ, ਮੀਡੀਆ ਦੇ ਥਰੂ ਸਾਰੇ ਬੰਦਿਆਂ ਨੂੰ ਐਜੂਕੇਟ ਕਰ ਰਹੇ ਆ, ਦੱਸ ਰਹੇ ਆ ਵੀ ਸਾਡੇ ਨਾਲ ਕੀ ਵਰਤ ਰਿਹਾ। ਉਹ ਟਾਈਮ ਲੰਘ ਗਿਆ ਜਿਹੜਾ ਕਿ 1984 ਦੇ ਵਿੱਚ ਸੀ, ਜਿਸ ਵੇਲੇ ਹਿੰਦੁਸਤਾਨ ਦੀ ਸਰਕਾਰ ਮੀਡੀਆ ਨੂੰ ਬਾਹਰ ਸਿੱਟ ਕੇ, ਮੀਡੀਆ ਨੂੰ ਕੰਟਰੋਲ ਕਰਕੇ ਸਿੱਖਾਂ ਨੂੰ ਸ਼ਹੀਦ ਕੀਤਾ ਤੇ ਉਹਨਾਂ ਦੇ ਨਾਲ ਬੇਇਨਸਾਫੀਆਂ ਕੀਤੀਆਂ। ਅੱਜ ਜਿਹੜਾ ਮੀਡੀਆ ਆ, ਇਹ ਟੈਲੀਵਿਜ਼ਨ ਮੀਡੀਆ, ਜਿਹੜਾ ਆਪਣੇ ਹੈਗਾ ਡਿਜੀਟਲ ਮੀਡੀਆ,
ਟੈਲੀਫੋਨਸ, ਪ੍ਰਿੰਟ ਐਂਡ ਇਲੈਕਟ੍ਰਿਕ ਮੀਡੀਆ ਕਹ ਲਓ ਨਾ, ਪ੍ਰਿੰਟ ਵੀ, ਇਲੈਕਟ੍ਰਿਕ ਤੇ ਪ੍ਰਿੰਟ ਦੋਨਾਂ ਦਾ, ਇਲੈਕਟ੍ਰੋਨਿਕ ਮੀਡੀਆ ਕਹ ਲਓ ਸੰਜੀ, ਸਾਰਾ ਜਿਹੜਾ ਮੀਡੀਆ ਆ ਇਹ ਹੁਣ ਹਿੰਦੁਸਤਾਨ ਦੀ ਸਰਕਾਰ ਕੰਟਰੋਲ ਨਹੀਂ ਕਰ ਸਕਦੀ। ਪਰ ਪੰਜਾਬ 'ਚ ਕੀਤਾ ਹੋਇਆ ਨਾ, ਨਹੀਂ ਪੰਜਾਬ ਦੇ ਵਿੱਚ ਕੀਤਾ ਹੈ, ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਬਾਹਰ ਨਹੀਂ ਕੰਟਰੋਲ ਕਰ ਸਕਦੀ। ਹੁਣ ਜਿਹੜੀ ਚੀਜ਼ ਇੱਥੋਂ ਬਾਹਰੋਂ ਪੰਜਾਬ ਦੇ ਵਿੱਚ ਜਾਣੀ ਆ, ਪੰਜਾਬ ਦੇ ਲੋਕਾਂ ਨੇ ਸਮਝਣੀ ਆ, ਪੰਜਾਬ ਦੇ ਸਿੱਖਾਂ ਨੇ ਸਮਝਣੀ ਆ, ਉਹ ਉਹਨਾਂ ਨੇ ਵੀ ਤਾਂ ਉਸ ਗੱਲ ਨੂੰ ਕਰਨਾ ਆ। ਹੁਣ ਆਰਾਮਦੇਵ ਦੀ ਗੱਲ ਚੱਲ ਰਹੀ ਆ, ਤੁਹਾਡੇ ਸਾਹਮਣੇ ਹੀ ਆ ਕੀ ਕੁਝ ਹੋਇਆ, ਉਹ 1 ਸਕਿੰਟ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਪਤਾ ਲੱਗ ਗਿਆ। ਇਸੇ ਤਰੀਕੇ ਦੇ ਨਾਲ ਤੁਸੀਂ ਉਸ ਗੱਲ ਦਾ ਜਵਾਬ ਨਹੀਂ ਦੇ ਰਹੇ। ਤੁਸੀਂ ਕਿਹਾ ਕਿ 1992 ਤੱਕ ਸਾਡੀ ਚੜ੍ਹਦੀ ਕਲਾ ਰਹੀ, ਚੜ੍ਹਤ ਰਹੀ। ਤੁਸੀਂ ਕਿਸ ਕਿਸਮ ਦੀ ਚੜ੍ਹਦੀ ਕਲਾ ਜਾਂ ਚੜ੍ਹਤ ਸੋਚਦੇ ਹੋ ਜਿਹੜੀ ਰਹੀ 92 ਤੱਕ ਔਰ ਜਿਹੜੀ 92 ਤੋਂ ਬਾਅਦ ਨਹੀਂ ਰਹੀ? 92 ਤੇ ਹੀ ਅਸੀਂ ਆਪਣੇ ਜਿਹੜਾ ਹਰਮੰਦਰ ਸਾਹਿਬ ਤੇ ਅਟੈਕ ਹੋਇਆ, ਉਹਨੂੰ ਸਾਂਭਿਆ, ਉਹਦੇ ਤੇ ਜਾਨੀ ਸਾਰੀ ਕੰਮ ਕਰਕੇ ਲੋਕਾਂ ਨੂੰ ਜਾਗਰਤ ਕਰਨ ਤੇ। ਸਾਂਭਿਆ ਕਿਹੜੀ ਚੀਜ਼ ਨੂੰ ਤੁਸੀਂ ਸਵਤਾ ਸਾਹਿਬ? ਸਾਂਭਿਆ ਕਿਹੜੀ ਚੀਜ਼ ਨੂੰ? ਦੇਖੋ ਹੁਣ ਸਾਂਭਣ ਨੂੰ ਜਿਸ ਵੇਲੇ ਕੋਈ ਵੀ ਕੰਮ ਕਰਦੇ ਆ ਉਹਦੇ ਵਿੱਚ ਆਪਣਾ ਕੰਮ ਕਰਦਿਆਂ ਤੇ ਹਾਂਜੀ ਉਹਨੂੰ ਬਿਲਡ ਕਰਨ ਤੇ, ਹੁਣ ਇਹ ਤਾਂ ਹੈ ਨਹੀਂ ਕਿ ਰਾਤੋਂ ਰਾਤ ਘਰ ਬਣ ਜਾਂਦਾ ਆ, ਉਹਦੇ ਲਈ ਸਾਰੇ ਸਾਧਨ ਇਕੱਠੇ ਕਰਨੇ ਪੈਂਦੇ ਆ। ਤੁਸੀਂ ਕਿਹੜੀ ਚੀਜ਼ ਨੂੰ ਸਾਂਭਿਆ? ਦੇਖੋ ਹੁਣ ਇੱਕੋ ਚੀਜ਼ ਜਿਹੜੀ ਆ ਕਿ ਘਰ ਘਰ ਬੱਚੇ ਨੂੰ ਅੱਜ ਇਹ ਪਤਾ ਲੱਗ ਗਿਆ ਕਿ ਸਾਡੇ ਘਰ ਤੋਂ ਬਗੈਰ, ਆਪਣੇ ਘਰ ਬਣਾਉਣ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਤੁਸੀਂ ਸੋਚਦੇ ਹੋ ਬਹੁਤ ਵੱਡੀ, ਤੁਸੀਂ ਸੋਚਦੇ ਹੋ ਕਿ ਹਰ ਬੱਚਾ ਸੋਚ ਰਿਹਾ ਕਿ ਆਪਣਾ ਸਾਡੀ ਆਜ਼ਾਦੀ ਤੋਂ ਬਿਨਾਂ ਸਾਡੇ ਘਰ ਤੋਂ ਬਿਨਾਂ ਗੁਜ਼ਾਰਾ ਨਹੀਂ। ਜਿਹੜੇ ਬੱਚੇ ਤੁਸੀਂ ਸੋਚਦੇ ਕਿਸੇ ਨੂੰ ਵੀ, ਪਰ ਸਾਰੀ ਕੌਮ ਤਾਂ ਤੁਹਾਡੇ ਨਾਲ ਨਹੀਂ ਹੈ, ਤੁਹਾਡੇ ਮੁੱਦੇ ਦੇ ਨਾਲ ਸਾਰੀ ਕੌਮ ਨਹੀਂ ਹੈ। ਡਾਕਟਰ ਸਾਹਿਬ ਇਹ ਨਾ ਕਹੋ ਕਿ ਸਾਡੇ ਨਾਲ ਨਹੀਂ। ਹੁਣ ਉਹਨਾਂ ਨੂੰ ਤੁਸੀਂ ਦੱਸੋ ਜੇ ਸਾਰੀ ਕੌਮ ਤੁਹਾਡੇ ਨਾਲ ਹੈ ਤਾਂ ਉਹਨਾਂ ਦੀ ਜਿਹੜੀ ਮੁਸ਼ਕਲਾਂ ਉਹ ਵੀ ਸਮਝਣ ਦੀ ਲੋੜ ਆ। ਕਿਹਨਾਂ ਦੀ? ਜਿਹੜੇ ਤੁਹਾਡੇ ਨਾਲ ਨਹੀਂ, ਜਿਹੜੇ ਪੰਜਾਬ ਦੇ ਵਿੱਚ ਉਹਨਾਂ ਨੂੰ ਤਾਂ ਆਪਣੇ ਜੀਣ ਦੇ ਸਾਧਨ ਪੂਰੇ ਕਰਨ ਲਈ ਆਪਣਾ ਕੰਮ ਕਰ ਰਹੇ ਆ। ਇੱਕ ਪਾਸੇ ਤੁਸੀਂ ਕੁਰਬਾਨੀ ਦੀ ਗੱਲ ਕਰਦੇ ਹੋ, ਦੂਸਰੇ ਪਾਸੇ ਕੁਰਬਾਨੀ ਕਰ ਰਹੇ ਆ, ਕੁਰਬਾਨੀਆਂ ਹੋਈਆਂ ਨਹੀਂ ਜਾਂ ਤੱਕ ਉਹ ਕੁਰਬਾਨੀਆਂ ਹੋਈਆਂ ਨਹੀਂ। ਜੇ ਤੇ ਇਹ ਆਪਾਂ ਸੋਚਾਂਗੇ ਕਿ ਸਾਡੇ ਜੀਣ ਦੇ ਸਾਧਨ ਸਾਡੇ ਪਹਿਲਾਂ ਨੇ, ਸਾਡੇ ਆਪਣੇ ਮੁਹਾਵਜ਼ ਪਹਿਲਾਂ ਨੇ, ਫਿਰ ਕੁਰਬਾਨੀ ਕਿਸ ਤਰ੍ਹਾਂ ਕਰ ਸਕਦੇ? ਪਰ ਜਿਹੜੇ ਬੰਦੇ ਕਰ ਰਹੇ ਆ, ਕੀ ਬੰਦਾ ਸਿੰਘ ਬਹਾਦਰ ਨੇ ਕੁਰਬਾਨੀ ਨਹੀਂ ਕੀਤੀ? ਕੀ ਅੱਜ ਜਿੰਨੇ ਸ਼ਹੀਦ ਹੋਏ ਆ ਉਹਨਾਂ ਨੇ ਕੁਰਬਾਨੀਆਂ ਨਹੀਂ ਕੀਤੀਆਂ? ਨਹੀਂ, ਮੈਂ ਉਸ ਤੋਂ ਬਾਅਦ ਦੀ ਗੱਲ ਕਰ ਰਿਹਾ। ਜਦੋਂ ਤੁਸੀਂ ਕਹਿ ਰਹੇ ਹੋ ਨਹੀਂ, ਮੈਂ ਉਸ ਤੋਂ ਬਾਅਦ ਦੀ ਗੱਲ, ਜਦੋਂ ਤੁਸੀਂ ਕਹਿੰਦੇ ਹੋ ਕਿ ਅੱਜ ਬੱਚਾ ਜਿਹੜਾ ਹੈ ਨਾ ਉਹ ਅਵੇਅਰ ਹੋ ਗਿਆ ਇਸ ਗੱਲ ਤੋਂ, ਮਾਨੋ ਚਾਲ ਨੇ ਕੁਰਬਾਨੀ ਨਹੀਂ ਕੀਤੀ। ਨਹੀਂ, ਉਸ ਤੋਂ ਬਾਅਦ ਦੇਖੋ ਸਾਰਿਆਂ ਨੇ ਕੀਤੀ। ਨਹੀਂ, ਤੁਸੀਂ ਮੈਂ ਉਸ ਕੁਰਬਾਨੀ ਦੀ ਗੱਲ ਕਰ ਰਿਹਾ। ਜਦੋਂ ਤੁਸੀਂ ਕਹਿ ਰਹੇ ਹੋ ਨਾ ਕਿ ਹਰ ਬੱਚਾ ਅਵੇਅਰ ਹੋ ਗਿਆ ਕਿ ਉਹ ਆਪਣੇ ਦੇਸ਼ ਦੇ ਲਈ ਮਰ ਮਿਟਣ ਲਈ ਤਿਆਰ ਹੈ, ਨਾਲ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਪੰਜਾਬ ਵਾਸੀਆਂ ਦੀ ਮਜਬੂਰੀ ਸਮਝਣੀ ਚਾਹੀਦੀ ਹੈ। ਪੰਜਾਬ ਵਾਸੀਆਂ ਦੀ ਮਜਬੂਰੀ ਦਾ ਮਤਲਬ ਹੈ ਕਿ ਉਹਨਾਂ ਦਾ ਆਪਣਾ ਮੁਹਾਜ਼ ਉਹਨਾਂ ਨਾਲ ਜੁੜਿਆ ਹੈ। ਇਸ ਇੱਕ ਮਿੰਟ ਜਦੋਂ ਕਿਸੇ ਦਾ ਮੁਹਾਜ਼ ਸੈਲਫਿਸ਼ਨੈਸ ਨਾਲ ਜੁੜੇਗੀ ਕਿ ਉਸ ਵਕਤ ਉਹ ਕੁਰਬਾਨੀ ਕਰ ਸਕੇਗਾ। ਮੈਂ ਕਹਿ ਰਿਹਾ ਉਹਨਾਂ ਨੇ ਤੇ ਆਪਣੀ ਕੁਰਬਾਨੀ ਕਰ ਰਹੇ ਆ। ਉਹ ਚੰਦ ਲੋਕ ਸਨ। ਨਹੀਂ ਦੇਖੋ, ਚੰਦ ਲੋਕ ਨਹੀਂ ਹੈਗੇ। ਤੁਸੀਂ ਆ 5 ਤਰੀਕ ਨੂੰ ਅੱਖੀ ਦੇਖਿਆ ਕਿ ਨਹੀਂ ਜੀ ਕਿੰਨਾ ਚੇਂਜ ਆਇਆ? ਉਹ ਕਾਹਤੇ ਆਇਆ? ਅੱਜ ਜਿਹੜੇ 14 ਸਾਲ ਦੇ ਪਰ ਉਹ ਚੇਂਜ ਤੁਸੀਂ ਪੰਜਾਬ 'ਚ ਨਹੀਂ ਨਾ ਲਿਆ ਸਕੇ। ਪਲੀਜ਼ ਸੁਣੋ ਤਾਂ ਨਹੀਂ, ਜਿਸ ਜਗ੍ਹਾ ਤੇ ਉੱਪਰ ਅਸੀਂ ਵਤਨ ਬਣਾਉਣਾ ਉੱਥੇ ਨਹੀਂ ਲਿਆ ਸਕੇ ਨਾ। ਨਹੀਂ, ਉੱਥੇ ਜਾਓਗੇ, ਜੇ ਕਿਸੇ ਤੁਰਾਂਗੇ ਤਦੇ ਹੀ ਪਹੁੰਚਾਂਗੇ। ਪਰ ਉੱਥੇ ਜਿਹੜੇ ਰਹਿ ਰਹੇ ਨੇ, ਨਹੀਂ, ਉੱਥੇ ਜਿਹੜੇ ਰਹਿ ਰਹੇ ਆ ਉਹ ਆਪਣੇ ਇੱਥੇ ਆਪਣਾ ਕੰਮ ਕਰ ਰਹੇ ਆ। ਉਹ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹ ਕੋਈ ਸੁੱਖ ਲਈ ਬੈਠੇ ਆ? ਉਹ ਕੁਰਬਾਨੀਆਂ ਕਰ ਰਹੇ ਆ। ਦੇਖੋ ਜੋ ਕੁਝ ਵੀ ਉਹ ਕਰ ਸਕਦੇ ਆ ਉਹ ਕਰੀ ਜਾ ਰਹੇ ਆ ਜੀ। ਗੱਲ ਇਹ ਆ ਕਿ ਸਾਰੀ ਚੀਜ਼ ਨੂੰ ਇਕੱਠੇ ਕਰ ਕਿਸ ਤਰੀਕੇ ਨਾਲ ਕਰਨਾ, ਕਿ ਅਸੀਂ ਆਪਣਾ ਤਾਲਮੇਲ ਇੰਟਰਨੈਸ਼ਨਲ ਤੇ ਲੋਕਲ ਸਾਰੀਆਂ ਚੀਜ਼ਾਂ ਦਾ ਕਰਨਾ। ਖਾਲਿਸਤਾਨ ਜਿਹੜਾ ਉਹ ਕੱਲਾ ਪੰਜਾਬ ਦੇ ਬਣਨਾ ਪੰਜਾਬ ਚ ਆ, ਲੇਕਿਨ ਉਹਨਾਂ ਨੇ ਨਿਕਲਿਆ ਨੇ ਬਣਾਉਣਾ। ਬਾਕੀ ਜਿੰਨੀ ਸੰਗਤ ਇਸ ਵੇਲੇ ਸਿੱਖਾਂ ਦੀ ਖੁਸ਼ਕਿਸਮਤੀ ਆ ਕਿ ਸਾਰੀ ਦੁਨੀਆ ਤੇ ਛਾਏ ਪਏ ਆ, ਇਕਨੋਮਿਕਲੀ ਬੈਟਰ ਆਫ ਆ। ਉਹ ਜਿਹੜੇ ਬਾਹਰ ਬੈਠੇ ਆ ਨਾ, ਉਹਨਾਂ ਨੇ ਉਹਨਾਂ ਦੀ ਮਦਦ ਕਰਨੀ ਆ ਤੇ ਇਹਨਾਂ ਦਾ ਜਿੰਨਾ ਚਿਰ ਆਪਸ ਵਿੱਚ ਹੀ ਤਾਲਮੇਲ ਨਹੀਂ ਹੁੰਦਾ ਉਹਨਾਂ ਚਿਰ ਗੱਲ ਨਹੀਂ ਬਣਨੀ। ਔਰ ਤਾਲਮੇਲ ਹੋ ਰਿਹਾ। ਮਦਦ ਤਾਂ ਤੁਸੀਂ ਉਸ ਦੀ ਕਰੋਗੇ ਨਾ ਜਿਹੜਾ ਤੁਹਾਡੇ ਨਾਲ ਸਹਿਮਤ ਹੋਏਗਾ। ਮੈਂ ਤੁਹਾਡੇ ਨਾਲ ਸਹਿਮਤ ਹੀ ਨਹੀਂ, ਤੁਸੀਂ ਮੇਰੀ ਮਦਦ ਕੀ ਕਰੋਗੇ? ਨਹੀਂ, ਹੁਣ ਦੇਖੋ ਦਲ ਖਾਲਸਾ ਵਾਲੇ ਮੁੰਡੇ ਕੰਮ ਕਰ ਰਹੇ ਆ ਉੱਥੇ, ਮੈਂ ਉਹੀ ਬੇਨਤੀ ਕੀਤੀ ਨਾ, ਮਾਨ ਕਰ ਰਹੇ ਆ। ਹੋਰ ਵੀ ਜਿੰਨੇ ਜਥੇਬੰਦੀਆਂ ਕੁਝ ਜਥੇਬੰਦੀਆਂ ਕਰ ਰਹੀਆਂ ਨਾ। ਹੁਣ ਇਹ ਤਾਂ ਹੁੰਦਾ ਨਹੀਂ ਵੀ ਜਿਸ ਵੇਲੇ ਵੀ ਕੋਈ ਕੰਮ ਕਰਦਾ ਹੈ ਨਾ, ਪਹਿਲਾਂ ਇਕੱਲਾ ਬੰਦਾ ਤੁਰਦਾ, ਉਹਦੇ ਨਾਲ ਫਿਰ ਹੋਰ ਬੰਦੇ ਜੁੜਨ ਲੱਗ ਪੈਂਦੇ ਆ। ਜੁੜਨ ਤੋਂ ਬਾਅਦ ਉਹ ਹੜ ਵਾਂਗੂ ਉਹ ਇੱਕ ਲਹਿਰ ਬਣ ਜਾਂਦੀ ਆ। ਤੁਸੀਂ ਕਿ ਸਮੇਂ ਤੋਂ ਲਹਿਰ ਬਣ ਗਈ? ਹਾਂਜੀ, ਲਹਿਰ ਬਣ ਗਈ ਹੁਣ ਤੱਕ ਨਹੀਂ ਬਣੀ, ਹਾਲੇ ਤੁਸੀਂ ਲਹਿਰ ਨਹੀਂ ਬਣਾ ਸਕੇ। ਸਵਤਾ ਸਾਹਿਬ ਬਹੁਤ ਬਹੁਤ ਧੰਨਵਾਦ। ਔਰ ਮੈਂ ਆਪਣੇ ਸੁਣਨ ਵਾਲੇ ਨੂੰ ਦੱਸਦਾ ਚੱਲਾਂ ਕਿ ਹੁਣੇ ਸਾਡੇ ਨਾਲ ਸ਼ਾਮਲ ਹੋਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਅਮਰੀਕ ਸਿੰਘ ਜੀ ਗਿੱਲ ਸਾਹਿਬ, ਜਿਹੜੇ ਕਿ ਸਿੱਖ ਫੈਡਰੇਸ਼ਨ ਦੇ
ਇਸ ਵਕਤ ਉਹਨਾਂ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਦੀ ਨੁਮਾਇੰਦੇ ਦੀ ਹਾਜ਼ਰੀ ਨਾਲ ਹਾਜ਼ਰ ਹੋਏ ਨੇ। ਅਸੀਂ ਆਪਣੇ ਬਾਕੀ ਦੇ ਜਿਹੜੇ ਸਾਡੇ ਨਾਲ ਸ਼ਾਮਲ ਨੇ ਸਾਡੇ ਮਹਿਮਾਨ, ਉਹਨਾਂ ਦੀ ਗੱਲਬਾਤ ਵੀ ਆਪਾਂ ਕਰਨੀ ਹੈ। ਸਾਡੇ ਪਾਸ ਸਿਰਫ ਅੱਧੇ ਘੰਟੇ ਦਾ ਵਕਤ ਹੈ ਔਰ ਆਪਣੇ ਸੁਣਨ ਵਾਲੇ ਨੂੰ ਦੱਸਦਾ ਚੱਲਣਾ ਕਿ ਅਸੀਂ ਇਸ ਵਕਤ ਕਾਲਸ ਨਹੀਂ ਲੈ ਸਕ ਰਹੇ, ਅਸਮਰਥ ਹਾਂ, ਕਿਉਂਕਿ ਅਸੀਂ ਹੁਣ ਤੋਂ 20 ਮਿੰਟ ਬਾਅਦ ਅਰਦਾਸ ਕਰਨੀ ਹੈ ਜਿਹੜੀ ਕਿ ਵਿਵੇਕੀ ਸਾਹਿਬ ਕਰਨਗੇ। ਉਸ ਤੋਂ ਬਾਅਦ ਅਸੀਂ ਸਨਮਾਨਿਤ ਕਰਨਾ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਸਾਹਿਬ ਨੂੰ, ਖੇਲਾ ਸਾਹਿਬ ਨੂੰ। ਅਮਰੀਕ ਸਿੰਘ ਜੀ ਗਿੱਲ ਸਾਹਿਬ, ਮੈਂ ਆਪ ਜੀ ਦਾ ਸਵਾਗਤ ਕਰਦਾ, ਆਪ ਜੀ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸੰਗਤ ਚੈਨਲ ਦੇ ਉੱਤੇ ਚੱਲ ਕੇ ਆਏ। ਔਰ ਜਿਵੇਂ ਕਿ ਆਪ ਜਾਣਦੇ ਹੋ ਕਿ ਸਾਡਾ ਮੁੱਦਾ ਇਸ ਵਕਤ ਜੂਨ 84 ਤੇ ਉਸ ਘੱਲੂਘਾਰੇ ਦਾ ਹੈ, ਜਿਸ ਘੱਲੂਘਾਰੇ ਦੇ ਬਾਬਤ ਮਹਾਂਪੁਰਖਾਂ ਨੇ ਕਿਹਾ ਸੀ ਕਿ ਜਿਸ ਦਿਨ ਭਾਰਤ ਦੀ ਫੌਜ ਅੰਦਰ ਵੜੇਗੀ ਉਸ ਦਿਨ ਨੀਂਹ ਰੱਖੀ ਜਾਏਗੀ। ਨੀਂਹ ਉਸਰ ਜਾਣ ਤੋਂ ਬਾਅਦ ਕੀ ਤੁਸੀਂ ਸੋਚਦੇ ਹੋ ਕਿ ਕਿੰਨੀਆਂ ਕੁ ਇੱਟਾਂ ਤੁਸੀਂ ਹੁਣ ਤੱਕ ਲਗਾ ਸਕੇ ਹੋ? ਭਵਨ ਕਦੋਂ ਬਣੇਗਾ? ਡਾਕਟਰ ਸਾਹਿਬ ਮਾਈਕ ਥੋੜਾ ਨੇੜੇ ਕਰ ਲੈਣਾ। ਬੇਨਤੀ ਇਹ ਆ ਭਈ ਜੀ, ਜਿਹੜੀ ਐਕਸਪੈਕਟੇਸ਼ਨ ਹੁੰਦੀ ਆ ਕੌਮ ਦੀ, ਕਈ ਵਾਰੀ ਉਹ ਆਪਾਂ ਜਦੋਂ ਮੂਵਮੈਂਟਾਂ ਕੋਈ ਵੀ ਹੁੰਦੀਆਂ ਉਹਦੇ ਵਿੱਚ ਜਿਹੜੇ ਖਾਸ ਕਰਕੇ ਮੋਹਲੀ ਕਤਾਰ ਵਿੱਚ ਜੂਝ ਰਹੇ ਹੁੰਦੇ ਉਹਨਾਂ ਦੀ ਤਾਂ ਤਕਰੀਬਨ ਇਹ ਹੁੰਦੀ ਆ ਵੀ ਮੰਜ਼ਿਲ ਜਿਹੜੀ ਬਹੁਤ ਨੇੜੇ ਆ ਜੀ। ਤੇ ਜਿਹੜੇ ਮੂਵਮੈਂਟ ਨੂੰ ਲੀਡ ਕਰਨ ਹੁੰਦੇ ਆ ਉਹਨਾਂ ਦੀਆਂ ਵੀ ਕਈ ਵਾਰੀ ਇਦਾਂ ਦੀਆਂ ਮਜਬੂਰੀਆਂ ਹੁੰਦੀਆਂ ਵੀ ਉਹਨਾਂ ਨੂੰ ਕਈ ਵਾਰੀ ਗੱਲ ਥੋੜੀ ਮੋਰਾਲ ਜਿਹੜਾ ਹੈਗਾ ਉਹਨੂੰ ਕਾਇਮ ਰੱਖਣ ਲਈ ਕਰਨੀ ਪੈਂਦੀ ਆ, ਪਰ ਕਈ ਵਾਰੀ ਅਸਲੀਅਤ ਉਹ ਨਹੀਂ ਹੁੰਦੀ ਜੀ। ਅੱਜ ਤੱਕ ਮੈਂ ਸਮਝਦਾ ਕਿ ਜੇ ਆਪਾਂ ਸਾਰੇ ਪਿਛੋਕੜ ਨੂੰ ਮਤਲਬ ਵਿਚਾਰੀਏ ਜਾਂ ਉਹਨੂੰ ਫਰੋਲੀਏ ਤੇ ਬਹੁਤ ਲੰਮੇ ਸਮੇਂ ਦੀ ਲੋੜ ਆ। ਪਰ ਜੇ ਆਪਾਂ ਸੰਖੇਪ ਵਿੱਚ ਆਪਾਂ ਇਹ ਦੇਖੀਏ ਪਈ ਮੂਵਮੈਂਟਾਂ ਦਾ ਜਿਹੜਾ ਇਤਿਹਾਸ ਹੁੰਦਾ ਕਦੀ ਵੀ ਉਹਦੇ ਵਿੱਚ ਤੁਸੀਂ ਕੋਈ ਇੱਦਾਂ ਸਮਾਂ ਜਿਹੜਾ ਹੈਗਾ ਉਹ ਤੈਅ ਨਹੀਂ ਕਰ ਸਕਦੇ, ਕਿਉਂਕਿ ਉਹ ਡਿਪੈਂਡ ਕਰਦਾ ਹੁੰਦਾ ਆ ਵੀ ਉਸ ਗੱਲ ਨਾਲ ਲੋਕਾਂ ਦੀ ਜਿਹੜੀ ਕਿੰਨੀ ਕੁ ਸਹਿਮਤੀ ਆ ਜੀ, ਕਿਉਂਕਿ ਉਹਨੂੰ ਇੱਕ ਆਧਾਰ ਮੰਨ ਕੇ ਹੀ ਕੋਈ ਮੂਵਮੈਂਟਾਂ ਜਿਹੜੀਆਂ ਹੈਗੀਆਂ ਉਹ ਸਫਲ ਹੁੰਦੀਆਂ ਜੀ। ਸੋ ਸਿੱਖ ਸੰਘਰਸ਼ ਵਿੱਚ ਮੈਂ ਸਮਝਦਾ ਕਿ ਜਿਹੜਾ ਬਾਹਰਲਾ ਸਾਡਾ ਦੇਖਣ ਦਾ ਨਜ਼ਰੀਆ ਸੀ ਤੇ ਜਿਹੜਾ ਉੱਥੇ ਦੇ ਲੋਕਾਂ ਦਾ ਨਜ਼ਰੀਆ ਸੀਗਾ ਉਹਦੇ ਵਿੱਚ, ਕਿਉਂਕਿ ਅਸੀਂ ਤਕਰੀਬਨ 84 ਤੋਂ ਵੀ ਤਕਰੀਬਨ 2-3 ਸਾਲ ਪਹਿਲਾਂ 78 ਦੇ ਵਿੱਚ ਤਕਰੀਬਨ ਐਕਟਿਵ ਹੋਏ ਆ ਜੀ। ਤੇ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਸਾਡੇ ਕੋਲ ਆਏ ਆ ਪਹਿਲਾਂ ਜੀ, ਉਦੋਂ ਤਕਰੀਬਨ ਅਸੀਂ ਥੋੜਾ ਸਰਗਰਮੀ ਨਾਲ ਕੰਮ ਕਰ ਰਿਹਾ ਸੀ। ਬਹੁਤ ਲੰਮੇ ਸਮੇਂ ਦੀ ਗੱਲ ਆ, ਤੁਸੀਂ ਵੀ ਬਹੁਤ ਜੰਗ ਸੀਗੇ, ਅਸੀਂ ਵੀ ਜੰਗ ਸੀਗੇ ਜੀ, ਆਪਾਂ ਹੁਣ ਵੀ ਜਾਂਗੇ ਤੇ ਹੁਣ ਤਾਂ ਸਿਆਣੇ ਹੋ ਗਏ, ਥੋੜੇ ਚਿੱਟੀਆਂ ਦਾੜੀਆਂ ਹੋ ਗਈਆਂ, ਪਰ ਹਾਲਾਤ ਅਸਲ ਦੇ ਵਿੱਚ ਇਹਦੇ ਬਣ ਗਿਆ ਕਿ ਜਿਹੜੇ ਲੋਕਾਂ ਨਾਲ ਆਪਣਾ ਰੱਖ ਲਓ ਮੱਥਾ ਸੀਗਾ, ਉਹ ਲੋਕਾਂ ਕੋਲ ਬੜੇ ਨਜ਼ਰੀਏ ਸੀ, ਉਹਨਾਂ ਕੋਲ ਬੜੇ ਸਾਧਨ ਸੀਗੇ, ਆਪਾਂ ਕੋਲ ਜਜ਼ਬਾਤ ਬਹੁਤ ਸੀ, ਜਜ਼ਬਾ ਬਹੁਤ ਸੀ, ਕੁਰਬਾਨੀ ਦੀ ਭਾਵਨਾ ਬਹੁਤ ਸੀ, ਪਰ ਆਪਾਂ ਪੂਰੀ ਤਰ੍ਹਾਂ ਉਸ ਗੱਲ ਲਈ ਆਰਗੇਨਾਈਜ਼ ਨਹੀਂ ਸੀ। ਕਿਸ ਗੱਲ ਲਈ ਆਰਗੇਨਾਈਜ਼ ਸੀ? ਜਿਹੜਾ ਮੰਜ਼ਿਲ 84 ਦਾ ਮੁੱਦਾ ਸੀ, ਜਿਹੜਾ 84 ਦਾ ਮੁੱਦਾ ਸੀਗਾ ਨਾ, ਜਦੋਂ ਵੱਡੀ ਵੱਡੀ ਗੱਲਾਂ ਕਹੀਆਂ ਤੁਸੀਂ। ਇੱਕ ਕਿਹਾ ਕਿ ਕੁਝ ਮਜਬੂਰੀਆਂ, ਹਾਂਜੀ, ਦੂਸਰੀ ਗੱਲ ਕਹੀ ਕਿ ਅਸੀਂ ਉਹਨੇ ਐਕਟਿਵ ਨਹੀਂ ਰਹੇ ਹੁਣ ਤੱਕ, ਉਹਨੀਆਂ ਸਰਗਰਮੀਆਂ ਨਹੀਂ ਰਹੀਆਂ, ਇਹ ਵੀ ਤੁਸੀਂ ਕਿਹਾ। ਸੋਤਾ ਸਾਹਿਬ ਨੇ ਹੁਣੇ ਕਿਹਾ ਸੀਗਾ ਕਿ ਅਸੀਂ ਆਪਣੀ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਅੱਜ ਹਰ ਬੱਚਾ ਕੌਮ ਦਾ ਆਜ਼ਾਦੀ ਦੇ ਨਾਲ ਸਹਿਮਤ ਹੈ, ਜਿਹੜੀ ਅਸੀਂ ਖਾਲਸਾਈ ਆਜ਼ਾਦੀ ਖਾਲਸਾ ਰਾਜ ਦੀ ਗੱਲ ਕਰ ਰਹੇ ਹਾਂ। ਤੁਸੀਂ ਕੀ ਸੋਚਦੇ ਹੋ ਕਿ ਕਿਸ ਕਿਸਮ ਦੀਆਂ ਤੁਹਾਨੂੰ ਮਜਬੂਰੀਆਂ ਨੇ ਔਰ ਕਿਉਂ ਤੁਹਾਡੀਆਂ ਐਕਟੀਵਿਟੀਜ਼ ਜਾਂ ਜਿਹਨੂੰ ਤੁਸੀਂ ਸਰਗਰਮੀਆਂ ਕਿਹਾ ਉਹ ਕਿਉਂ ਘਟ ਗਈਆਂ? ਕੀ ਕਾਰਨ ਸੀ? ਜਦੋਂ ਕਿ ਜੇ ਤੁਹਾਡੀ ਜਥੇਬੰਦੀ ਬੈਨ ਵੀ ਹੋਈ ਹੈ ਉਸ ਵਕਤ ਵੀ ਤੁਸੀਂ ਸਰਗਰਮੀਆਂ ਆਪਣੀਆਂ ਨਹੀਂ ਘਟਾਈਆਂ, ਪਰ ਹੁਣ ਤੁਸੀਂ ਕਿਉਂ ਮਹਿਸੂਸ ਕਰ ਰਹੇ ਹੋ? ਨਹੀਂ, ਅਸੀਂ ਮੈਂ ਤੁਸੀਂ ਗੱਲ ਮੈਨੂੰ ਪਿੱਛੇ ਦੀ ਪੁੱਛੀ ਆ, ਕਿਉਂਕਿ ਇੱਥੇ ਦੀ ਨੇ ਮੈਂ ਥੋੜਾ ਜਿਹਾ ਥੋੜਾ ਕਨਫਿਊਜ਼ ਹੋ ਗਿਆ। ਮੈਂ ਪਿੱਛੇ ਦੀ ਗੱਲ ਸ਼ੁਰੂ ਕੀਤੀ ਆ, ਜੇ ਤੁਸੀਂ ਇਸ ਮੁਲਕ ਦੇ ਸੰਬੰਧ ਦੇ ਵਿੱਚ ਕਰਦੇ ਤਾਂ ਉਹ ਫਿਰ ਮੈਂ ਇੱਥੇ ਦੇ ਹਿਸਾਬ ਨਾਲ ਗੱਲ ਕਰ ਰਹੀ। ਚਲੋ ਤੁਸੀਂ ਪਿੱਛੇ ਦੀ ਗੱਲ ਕਰੋ, ਪਿੱਛੇ ਕੀ ਮਜਬੂਰੀਆਂ ਸਨ? ਪਿੱਛੇ ਇਦਾਂ ਹੋਇਆ ਵੀ ਉੱਥੇ ਮਤਲਬ ਆਪਾਂ ਤਕਰੀਬਨ ਸਾਰੇ ਜਿਹੜੇ ਇੱਥੇ ਦੇ ਸਾਰੇ ਢਾਂਚੇ ਸੀ, ਆਪਾਂ ਤਕਰੀਬਨ ਪਿੱਛੇ ਆਪਣੀ ਨਜ਼ਰ ਉੱਥੇ ਹੀ ਹੁੰਦੀ ਸੀ ਜੀ, ਕਿਉਂਕਿ ਮੂਲ ਮੁੱਦਾ ਉਹ ਸੀ, ਉੱਥੇ ਹੀ ਆਪਾਂ ਹਰ ਜਿਹੜੀ ਸੇਧ ਆ ਤਕਰੀਬਨ ਉੱਥੋਂ ਹੀ ਲੈ ਰਿਹਾ ਸੀ ਜੀ। ਲੇਕਿਨ ਉੱਥੇ ਇਹ ਦੇਖ ਲਓ ਕਿ ਪਹਿਲੀ ਤਾਂ ਵੱਡੀ ਗੱਲ ਇਹ ਸੀ ਵੀ ਸਾਡੀ ਕੋਈ ਵੀ ਜਿਹੜੀ ਗੱਲ ਸੀਗੀ ਉਹ ਮੀਡੀਆ ਨੇ ਇੰਨਾ ਪ੍ਰੈਸ਼ਰ ਉੱਥੇ ਬਣਾਈ ਰੱਖਿਆ ਵੀ ਉਹ ਗੱਲ ਸਾਡੀ ਕੋਈ ਵੀ ਜਿਹੜੀ ਆ ਉੱਭਰ ਕੇ ਬਾਹਰ ਆਉਣ ਹੀ ਨਹੀਂ ਦਿੱਤੀ। ਠੀਕ ਹੈ, ਸਾਨੂੰ ਬਹੁਤ ਬੁਰੀ ਤਰ੍ਹਾਂ ਨਾਲ ਕੁਚਲਿਆ, ਬਹੁਤ ਬੁਰੀ ਤਰ੍ਹਾਂ ਨਾਲ ਜਲੀਲ ਕੀਤਾ, ਕੁੱਟਿਆ, ਮਾਰਿਆ, ਹਰ ਤਰ੍ਹਾਂ ਦਾ ਤਸ਼ੱਦਦ ਸਿੱਖ ਕੌਮ ਤੇ ਕੀਤਾ। ਲੇਕਿਨ ਉਹ ਪਿਕਚਰ ਜਿਹੜੀ ਸਾਰੀ ਸੀ ਜਿਹਦੇ ਨਾਲ ਸਾਡੇ ਮਤਲਬ ਹਰ ਬੱਚਾ ਜੁੜਨਾ ਸੀ, ਉਹਨਾਂ ਕੋਲ ਉਹ ਪਹੁੰਚ ਹੀ ਨਹੀਂ ਸਕੀ, ਲੋਕਾਂ ਨੂੰ ਪਤਾ ਨਹੀਂ ਲੱਗਾ। ਹੁਣ ਮੀਡੀਆ ਨੇ ਉਹ ਗੱਲ, ਜਦੋਂ ਉਹੀ ਗੱਲ ਜਿਹੜੀ ਅੱਜ ਤੋਂ 25 ਸਾਲ 20 ਸਾਲ ਪਹਿਲਾਂ 15 ਸਾਲ ਪਹਿਲਾਂ ਹੋਈ ਆ, ਜਦੋਂ ਉਹੀ ਗੱਲ ਆਪਾਂ ਘਰ ਪਹੁੰਚਾਈ ਆ ਤੇ ਲੋਕਾਂ ਨੇ ਕਿਹਾ ਕਿ ਸਾਡੇ ਨਾਲ ਆਹ ਕੁਛ ਹੋਇਆ,
ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ। ਲੇਕਿਨ ਫਿਰ ਵੀ ਉਹਦੇ ਬਾਵਜੂਦ ਵੀ ਮੈਂ ਸਮਝਦਾ ਡਾਕਟਰ ਸਾਹਿਬ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਉਸ ਗੱਲ ਨੂੰ, ਕਿਉਂਕਿ ਇੱਕ ਵਾਰੀ 92 ਤੋਂ ਬਾਅਦ ਜਿੱਦਾਂ ਸੋਤਾ ਸਾਹਿਬ ਨੇ ਦੱਸਿਆ, ਇੱਦਾਂ ਦੀ ਥੋੜ੍ਹੀ ਜਿਹੀ ਹਾਲਾਤ ਬਣ ਗਈ ਸੀ ਭਈ ਪਿੱਛੇ ਤਸ਼ੱਦਦ ਨਾਲ ਇੰਨਾ ਸਹਿਮ ਇੰਨਾ ਦਹਿਲ ਗਿਆ ਸੀ ਉੱਥੇ ਦਾ ਸਾਰਾ ਹੀ ਤਕਰੀਬਨ ਮਤਲਬ ਵਰਗ ਵੀ ਕੋਈ ਉਹ ਗੱਲ ਵੀ ਕਰਨ ਲਈ ਤਿਆਰ ਨਹੀਂ ਸੀ। ਜੇ ਅਸੀਂ ਮੈਨੂੰ ਯਾਦ ਆ ਕਿ ਜੇ ਇੱਥੇ ਕਿਸੇ ਪਰਿਵਾਰ ਨੂੰ ਕੋਈ ਸਹਾਇਤਾ ਭੇਜਦੇ ਸੀ ਤਾਂ ਕਈ ਵਾਰੀ ਉਹ ਉੱਥੇ ਗਿਆ ਬੰਦਿਆਂ ਨੂੰ ਇਹ ਕਹਿ ਕੇ ਮੋੜ ਦਿੰਦੇ ਸੀ ਵੀ ਤੁਸੀਂ ਮਤਲਬ ਲੈ ਜਾਓ, ਸਾਡੇ ਨਾਲ ਕੁਝ ਨਹੀਂ ਹੋਇਆ। ਪਰ ਜਦੋਂ ਬਾਅਦ 'ਚ ਉਹਨੂੰ ਪੁੱਛਿਆ ਜਾਂਦਾ ਵੀ ਸਾਨੂੰ ਇੱਦਾਂ ਦਾ ਸੁਨੇਹਾ ਆਇਆ ਕੁਛ ਤਾਂ ਉਹ ਇੰਨੇ ਡਰੇ ਸੀ, ਕਹਿੰਦੇ ਨਹੀਂ ਅਜੇ ਬੰਦੇ ਜਾਂਦੇ ਤੁਹਾਡੇ ਘਰੋਂ ਨਿਕਲਦੇ ਮਗਰੋਂ ਆ ਤੇ ਪਹਿਲਾਂ ਉਹ ਤੋਂ 10 ਮਿੰਟਾਂ ਬਾਅਦ ਉੱਥੇ ਪੁਲਿਸ ਆ ਜਾਂਦੀ ਆ ਵੀ ਤੁਹਾਡੇ ਘਰ ਕੋਈ ਹੋ ਕੇ ਆਇਆ, ਕੌਣ ਆਇਆ ਸੀ, ਕਿੱਥੋਂ ਆਇਆ ਸੀ, ਕਿੰਨੇ ਪੈਸੇ ਦੇ ਗਿਆ। ਇਹਨਾਂ ਦਹਿਲ ਲੋਕਾਂ ਦੇ ਵਿੱਚ ਉੱਥੇ ਪਾਇਆ ਗਿਆ। ਪਰ ਮੈਂ ਸਮਝਦਾ ਵੀ ਉਹਦੇ ਬਾਵਜੂਦ ਵੀ ਇੱਥੇ ਦੇਖੋ ਜਦੋਂ 2001 ਦੇ ਵਿੱਚ ਜਥੇਬੰਦੀ ਬੈਨ ਹੋਈ ਆ ਉਦੋਂ ਥੋੜ੍ਹਾ ਇੱਦਾਂ ਦਾ ਹਾਲਾਤ ਹੋਇਆ ਸੀ ਵੀ ਕੰਮ ਕਰਨਾ ਇਹਨਾਂ ਮੁਲਕਾਂ ਵਿੱਚ ਵੀ ਜਿਹੜੇ ਸਾਡੇ ਨਾਲ ਵਿਚਰਦੇ ਆ ਉਹਨਾਂ ਲਈ ਔਖਾ ਹੋ ਗਿਆ। ਸਾਨੂੰ ਇਮੀਡੀਏਟਲੀ ਇਹ ਹਿਸਾਬ ਨਾਲ ਸਰਕਲ ਜਦੋਂ ਮੈਨੂੰ ਜਿੱਦਾਂ ਇੱਥੇ ਜਿਹੜੇ ਇਹਨਾਂ ਦਾ ਜਿਹੜਾ ਸਿਟੀ ਦਾ ਜਿਹੜਾ ਕਮਾਂਡਰ ਹੁੰਦਾ ਉਹ ਤੋਂ ਛੋਟੇ ਰੈਂਕ ਦਾ ਬੰਦਾ, ਦੇਖੋ ਉਹਨਾਂ ਨੂੰ ਮਤਲਬ ਕਿੰਨੀ, ਹਾਲਾਂਕਿ ਆਪਾਂ ਤਾਂ ਹੈ ਵੀ ਕੁਛ ਨਹੀਂ ਸੀ, ਉਸ ਰੈਂਕ ਦੇ ਬੰਦੇ ਨੇ ਸਪੈਸ਼ਲ ਉਹ ਬੰਦਾ ਭੇਜਿਆ ਵੀ ਉਹਨੂੰ ਦੱਸ ਦਿਓ ਵੀ ਜੀ ਅੱਜ 12 ਵਜੇ ਤੱਕ ਤੁਹਾਡੀਆਂ ਐਕਟੀਵਿਟੀ ਸੀਜ਼ ਨਾ ਹੋਈਆਂ ਤੇ ਅਸੀਂ ਤੁਹਾਡਾ ਕੋਈ ਵੀ ਮੈਂਬਰ ਜਿਹੜਾ ਆਪਣੇ ਆਪ ਨੂੰ ਕਲੇਮ ਕਰੂਗਾ ਵੀ ਮੈਂ ISYF ਦਾ ਮੈਂਬਰ ਹਾਂ ਜਾਂ ਉਹਦੀ ਕੋਈ ਸਰਗਰਮੀ 'ਚ ਐਕਟਿਵ ਹੋ ਗਈ ਉਹਨੂੰ ਅਸੀਂ ਉਸੇ ਵੇਲੇ ਚੱਕ ਸਕਦੇ ਹਾਂ। ਲੋਕਾਂ 'ਚ ਦਹਿ ਥੋੜ੍ਹਾ ਬੜਾ ਤਾਂ ਹੋਣਾ ਹੀ ਸੀ, ਪਰ ਮੈਂ ਸਮਝਦਾ ਫਿਰ ਵੀ ਮਹਾਰਾਜ ਦੀ ਕਿਰਪਾ ਰਹੀ ਆ। ਤਕਰੀਬਨ 2001 ਤੋਂ ਲੈ ਕੇ 2000 ਤੁਸੀਂ ਇੱਕ ਮਜਬੂਰੀ ਦੀ ਗੱਲ ਕੀਤੀ ਸੀ ਪੰਜਾਬ ਦੇ ਵਿੱਚ, ਸ਼ਾਰਟ ਦੇ ਵਿੱਚ ਦੱਸਣਾ ਕਿਸ ਕਿਸਮ ਦੀ ਮਜਬੂਰੀ ਹੈ? ਕਿਉਂਕਿ ਗਿੱਲ ਸਾਹਿਬ ਮੈਂ ਮਾਫੀ ਚਾਹਾਂਗਾ ਤੁਸੀਂ ਲੇਟ ਆਏ, ਇਸ ਕਰਕੇ ਆਪਾਂ ਜ਼ਿਆਦਾ ਡਿਟੇਲ 'ਚ ਗੱਲ ਨਹੀਂ ਕਰ ਸਕਾਂਗੇ ਕਿਉਂਕਿ ਆਪਾਂ ਅਰਦਾਸ ਵੀ ਕਰਨੀ ਔਰ ਮੈਂ ਹਾਜੀ ਹੋਰ ਵੀ ਮੈਂ ਲੇਟ ਆਉਣ ਲਈ ਖਿਮਾ ਮੰਗਦਾ ਕਿਉਂਕਿ ਮੈਂ ਸਿਰਫ ਮੈਂ ਹਾਜ਼ਰੀ ਦੇ ਤੌਰ ਤੇ ਹੀ ਉਹਦਾ ਵੈਸੇ ਸ਼ਾਮਲ ਹੋਇਆ ਕਿਉਂਕਿ ਚਲੋ ਆਪਾਂ ਸਮਾਂ ਮਿਲਦਾ ਰਹਿੰਦਾ ਫੇਰ ਕਿਤੇ ਇਹਨਾਂ ਟੌਪਿਕਾਂ ਤੇ ਖੁੱਲ ਕੇ ਗੱਲ ਕਰ ਲਵਾਂਗੇ। ਪਰ ਮੈਂ ਉਹ ਜਿਹੜਾ ਤੁਹਾਡੇ ਹਾਲਾਤ ਇਹ ਸੀਗਾ ਵੀ ਉੱਥੇ ਲੋਕਾਂ ਤੇ ਮਤਲਬ ਇੰਨਾ ਰੱਖ ਲਓ ਵੀ ਦਹਿਲ ਜਾਂ ਇੰਨਾ ਲੋਕਾਂ ਤੇ ਪ੍ਰੈਸ਼ਰ ਇੰਨਾ ਤਸ਼ੱਦਦ ਹੋ ਗਿਆ ਸੀ ਵੀ ਲੋਕ ਚਾਹੁੰਦੇ ਹੋਏ ਵੀ ਉਹਨੂੰ ਤੁਸੀਂ ਮਜਬੂਰੀ ਦਾ ਨਾਂ ਦੇ ਰਹੇ ਹੋ। ਹਾਂ, ਚਾਹੁੰਦੇ ਹੋਏ ਵੀ ਲੋਕਾਂ ਦੀ ਹਾਲਾਤ ਇਦਾਂ ਦੀ ਬਣ ਗਈ, ਲੋਕਾਂ ਦੇ ਅੰਦਰ ਜਿਹੜਾ ਸੀ ਨਾ, ਜੇ ਤੁਸੀਂ ਬੰਦੇ ਨੂੰ ਕਿਸੇ ਨੂੰ ਆਪਣੇ ਭਰੋਸੇ 'ਚ ਲੈ ਲਓ ਮਾੜਾ ਜਿਹਾ 10-15 ਮਿੰਟ ਅੱਧਾ ਘੰਟਾ ਬਹਿ ਕੇ ਉਹਨੂੰ ਇਦਾਂ ਮਹਿਸੂਸ ਕਰਾ ਦਿਓ ਵੀ ਮਤਲਬ ਇਹ ਅਪਣਾਤਿਆ ਵੀ ਮੈਂ ਤੇਰਾ ਹੀ ਹਾਂ, ਫਿਰ ਉਹ ਖੁੱਲ ਪੈਂਦਾ ਸੀ। ਇਦਾਂ ਦੇ ਬਹੁਤ ਕੇਸ ਆਏ ਆ। ਪਰ ਜਦੋਂ ਕੋਈ ਆਮ ਸਧਾਰਨ ਬੰਦਾ ਜਾਂਦਾ ਸੀ ਉਹ ਕਹਿੰਦਾ ਉੱਥੇ ਤਾਂ ਕੋਈ ਨਾਂ ਹੀ ਨਹੀਂ ਲੈਂਦਾ ਕਿਉਂਕਿ ਨਾਂ ਲੈਣ ਕਿੱਦਾਂ ਹਾਲਾਤ ਮਜਬੂਰੀ ਦਾ ਨਾਂ ਦੇ ਇਦਾਂ। ਹਾਂ, ਇਹ ਹਿਸਾਬ ਨਾਲ ਤਸ਼ੱਦਦ ਏਡਾ ਵੱਡੇ ਰੂਪ ਵਿੱਚ ਹੋਇਆ ਜੀ। ਗਿੱਲ ਸਾਹਿਬ ਔਰ ਆਪਾਂ ਮੈਂ ਚਾਹਾਂਗਾ ਜ਼ਰੂਰ ਕਿ ਆਪਾਂ ਕਿਸੇ ਵਕਤ ਖੁੱਲ ਕੇ ਗੱਲ ਕਰਾਂਗੇ। ਮੈਂ ਖਿਮਾ ਮੰਗਦਾ ਕਿਉਂਕਿ ਮੈਨੂੰ ਥੋੜੀ ਜਿਹੀ ਲੱਖਾ ਸਿੰਘ ਸਾਹਿਬ ਮੈਂ ਤੁਹਾਡੇ ਵੱਲ ਆਉਣਾ ਕਿਉਂਕਿ ਤੁਸੀਂ ਇੱਥੋਂ ਦੇ ਸਿਸਟਮ ਦੇ ਵਾਕਿਫ ਹੋ। ਸਿਸਟਮ ਮੇਰਾ ਕਹਿਣ ਦਾ ਮਤਲਬ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਤੁਸੀਂ ਪ੍ਰਬੰਧਕ ਦੇ ਤੌਰ ਉੱਪਰ ਵੀ ਰਹੇ ਹੋ ਔਰ ਤੁਸੀਂ ਉਸ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਦੇ ਤੌਰ ਉੱਪਰ ਰਹੇ ਹੋ ਜਿਸ ਗੁਰਦੁਆਰਾ ਸਥਾਨ ਉੱਪਰ ਭਾਈ ਅਮਰੀਕ ਸਿੰਘ ਦੀ ਜਾਂ ਸਿੱਖ ਕੌਮ ਦੀ ਜਿਹੜੀ ਸਿੱਖ ਫੈਡਰੇਸ਼ਨ ਹੈ ਉਹਨਾਂ ਨੇ ਹਰ ਵਾਰੀ ਆਪਣੀਆਂ ਜਥੇਬੰਦੀ ਵੱਲੋਂ ਉੱਥੇ ਸਰਗਰਮੀਆਂ ਰੱਖੀਆਂ ਨੇ। ਤੁਸੀਂ ਕੀ ਸੋਚਦੇ ਹੋ ਕਿ ਜੂਨ 84 ਦੇ ਵਿੱਚ ਸਾਰੇ ਦੀ ਗੱਲਾਂ ਵੀ ਤੁਸੀਂ ਸੁਣੀਆਂ, ਇੱਕ ਪ੍ਰਬੰਧਕ ਹੋਣ ਦੇ ਨਾਤੇ ਇੱਕ ਗੁਰਸਿੱਖ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਕਿ ਅਸੀਂ ਸਿੰਸੈਰਿਟੀ ਨਾਲ ਆਪਣਾ ਤਨਦੇਹੀ ਨਾਲ ਆਪਣਾ ਕੰਮ ਕਰ ਰਹੇ ਹਾਂ ਜਾਂ ਕਿ ਅਸੀਂ ਸਿਰਫ ਇੱਕ ਇਹ ਸੋਚ ਕੇ ਚੱਲ ਰਹੇ ਹਾਂ ਵੀ ਚਲੋ ਹੋ ਗਿਆ ਨਾ ਹੋਇਆ ਨਾ ਸਹੀ ਆਪਣੇ ਪ੍ਰੋਗਰਾਮ ਅਸੀਂ ਕਰੀ ਜਾਈਏ? ਇਹਦੇ ਵਿੱਚ ਤੁਸੀਂ ਕੀ ਸੋਚਦੇ ਹੋ, ਕਿੰਨੀ ਕੁ ਸਾਡੀ ਸਿੰਸੈਰਿਟੀ ਹੈ? ਡਾਕਟਰ ਸਾਹਿਬ ਜਿਹੜੀ ਇੱਥੋਂ ਦੀ ਸੋਚ ਦੀ ਗੱਲ, ਖੈਰ ਜਿੱਥੇ ਵੀ ਕੋਈ ਸਿੱਖ ਜਥੇਬੰਦੀ 'ਚ ਬੈਠਾ, ਜਿੱਥੇ ਵੀ ਕੋਈ ਇੱਥੇ ਇਸ ਮੁਲਕ ਵਿੱਚ ਬੈਠਾ ਕੰਮ ਕਰ ਰਿਹਾ ਜੀ, ਬੜਾ ਸ਼ਲਾਘਾਯੋਗ, ਆਪਣੇ ਬੜੇ ਚੰਗੇ ਤਰੀਕੇ ਨਾਲ ਸਾਰੇ ਕਰ ਰਹੇ। ਪਰ ਕਈ ਵਾਰੀ ਕਈ ਸੱਜਣ ਇਹ ਵੀ ਗੱਲ ਕਹਿੰਦੇ ਆ ਵੀ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਆ ਤੇ ਤੁਸੀਂ ਇੱਥੇ ਕਾਹਤੋਂ ਕਰਦੇ, ਤੁਸੀਂ ਪਿੰਡ ਜਾ ਕੇ ਕਰੋ ਜਾਂ ਉੱਥੇ ਪੰਜਾਬ 'ਚ ਜਾ ਕੇ ਕਰੋ, ਪੰਜਾਬ 'ਚ ਕਰੋ। ਠੀਕ ਹੈ, ਪਰ ਉੱਥੇ ਕਈ ਵਾਰੀ ਗੱਲ ਇਹ ਕਹੀ ਜਾਂਦੀ ਆ ਵੀ ਜੇ ਕਿਸੇ ਦੇ 2 ਭਰਾ ਇੱਥੇ ਆਏ ਹੁਣ ਤੇ ਪਿੱਛੇ 2 ਭਰਾ ਰਹਿੰਦੇ ਹੁਣ ਤੋਂ ਦੇ ਬਾਪ ਦੇ ਕਿਸੇ ਨੇ ਡਾਂਗ ਮਾਰ ਕੇ ਸਿਰ ਪਾੜ ਦੇਵੇ ਕੋਈ, ਤੂੰ ਜਿਹੜੇ ਇੱਥੇ ਬੈਠੇ ਉਹ ਚੈਨ ਨਾਲ ਨਹੀਂ ਬੈਠਣਗੇ, ਉਹਨਾਂ ਨੂੰ ਜਾਣਾ ਹੀ ਪਊਗਾ। ਸੋ ਪਿੱਛੇ ਪੰਜਾਬ ਸਾਡਾ ਪਰਿਵਾਰ, ਜਿਹੜੀ ਪੰਜਾਬ ਦੇ ਵਿੱਚ ਲੇਕਿਨ ਹਾਲਾਤ ਇਦਾਂ ਦੇ ਹੋ ਗਏ ਜੀ। ਇਹ ਗੱਲ ਜਿਹੜੀ ਹੁਣ ਅੱਜ ਵੀ ਆਈ ਆ, ਆਪਾਂ ਸਾਰੇ ਗੱਲਾਂ ਕਰਦੇ ਵੀ 27 ਸਾਲ ਤੋਂ ਬਾਅਦ ਜੀ ਅੱਜ ਹਾਈਡ ਪਾਰਕ ਦੇ ਵਿੱਚ ਵੀ ਗੈਦਰਿੰਗ ਜ਼ਿਆਦਾ ਹੋਈ, ਲੇਕਿਨ ਜਿਹੜਾ 10 ਜੂਨ 84 ਨੂੰ ਜੋ ਇੱਥੇ ਮਤਲਬ ਉਸ ਦਿਨ ਮੁਜ਼ਾਹਰਾ ਹੋਇਆ ਸੀ ਜੀ, ਔਰ ਉਹ ਕਦੀ ਹੋ ਨਹੀਂ ਸਕਦਾ ਕਿਉਂਕਿ ਉਦੋਂ ਇਦਾਂ ਦਾ ਸੰਗਤਾਂ ਦੇ ਵਿੱਚ। ਪਰ ਹੁਣੇ ਲੱਖਾ ਸਿੰਘ ਸਾਹਿਬ ਥੋੜੀ ਦੇਰ ਪਹਿਲਾਂ ਗੱਲ ਆਈ ਸੀ ਕਿ ਪਹਿਲੀ ਵਾਰੀ ਇੰਨਾ ਇਕੱਠ ਹੋਇਆ 84 ਤੋਂ ਬਾਅਦ।
ਨਹੀਂ ਜੀ, ਅੱਜ ਇਹ 84 ਦਲਵੰਦ ਜੋ 10 ਜੂਨ ਨੂੰ ਇਕੱਠ ਹੋਇਆ ਉਸ ਤੋਂ ਉਦੋਂ ਸਾਨੂੰ ਕਿਤੇ ਵੀ ਕੋਈ ਕੋਚ ਨਹੀਂ ਲੱਭੀ ਸਾਰੇ ਇੰਗਲੈਂਡ ਦੇ ਵਿੱਚ। ਉਹਨਾਂ ਅਸੀਂ ਖੁਦ ਕਾਰਾਂ ਲੈ ਕੇ ਗਏ, ਜਿਹੜੀਆਂ ਕੋਚਾਂ 10-10 12-12 ਕੋਚਾਂ ਕੀਤੀਆਂ ਹੋਈਆਂ ਸੀ ਗੁਰਦੁਆਰਿਆਂ ਨੇ, ਔਰ ਟ੍ਰੇਨਾਂ 'ਚ ਗਏ ਲੋਕ। ਉਸ ਦਿਨ ਲੋਕਾਂ ਦੇ ਵਿੱਚ ਇੰਨਾ ਰੋਸ ਸੀ ਵੀ ਜੇ ਉਧਰ ਲੋਕਾਂ ਨੂੰ ਕਹਿੰਦੇ ਸਮੁੰਦਰ ਛਾਲ ਮਾਰ ਦਿਓ ਆਪਾਂ ਇੰਡੀਆ ਨੂੰ ਜਾਣਾ, ਸਾਰੇ ਜਾਣ ਨੂੰ ਤਿਆਰ ਸੀ। ਲੇਕਿਨ ਉਹ ਤੋਂ ਬਾਅਦ ਗੱਲ ਥੱਲੇ ਡਾਕਟਰ ਸਾਹਿਬ ਮੈਂ ਤੁਹਾਡੇ ਵੱਲ ਆਉਣਾ, ਲੱਖਾ ਸਿੰਘ ਸਾਹਿਬ ਜੀ ਦੀ ਗੱਲ ਕੀਤੀ ਬੜੀ ਖੂਬਸੂਰਤ। ਲੱਖਾ ਸਿੰਘ ਸਾਹਿਬ ਆਪਾਂ ਸਮੇਂ ਦੀ ਪ੍ਰਤੀਬੱਧਤਾ ਦੇਖਦੇ ਹੋਏ ਤੁਹਾਡੀ ਗੱਲ ਨੂੰ ਵਿੱਚੇ ਕੱਟ ਰਹੇ ਹਾਂ। ਜਿਹੜੀ ਲੱਖਾ ਸਿੰਘ ਸਾਹਿਬ ਨੇ ਗੱਲ ਕੀਤੀ ਕਿ ਉਸ ਵਕਤ ਇੰਨਾ ਜ਼ਿਆਦਾ ਰੋਸ ਸੀ ਕਿ ਜੋ ਵੀ ਕਿਹਾ ਜਾਂਦਾ ਕੌਮ ਨੇ ਉਹ ਮੰਨਣਾ ਸੀ, ਚਾਹੇ ਮਤਲਬ ਸਮੁੰਦਰ ਛਾਲ ਮਾਰਨ ਦੀ ਉਹਨਾਂ ਨੇ ਇੱਕ ਮਿਸਾਲ ਦਿੱਤੀ। ਮਿਸਾਲ ਦਾ ਮਤਲਬ ਇਹ ਹੈ ਕਿ ਉਸ ਵਕਤ ਕੁਝ ਮਾਰਨ ਲਈ ਤਿਆਰ ਹੋ ਗਏ ਸੀਗੇ। ਮਾਰਨ ਦਾ ਜਜ਼ਬਾ ਇੱਕ ਇੰਟੈਲੈਕਚੁਅਲ ਹੋਣ ਦੇ ਨਾਤੇ ਤੁਸੀਂ ਦੱਸਿਓ ਉਹ ਮੱਠਾ ਕਿਉਂ ਪੈ ਗਿਆ? ਵਾਹਿ ਖਾਲਸਾ ਵਾਹਿ ਫਤਿਹ ਜੀ। ਮੇਰਾ ਐਕਚੁਅਲੀ ਖਿਆਲ ਹੈ ਕਿ ਅਸੀਂ ਜਿਹੜਾ ਮੋਮੈਂਟਮ ਜਿਹੜਾ ਲੂਜ਼ ਕੀਤਾ ਨਾ ਜੀ, ਮੋਮੈਂਟਮ ਅਸੀਂ ਕੀਤਾ ਅਨਯੂਨਾਈਟਿਡਨੈਸ ਨਾਲ, ਅਸੀਂ ਜੋੜ ਨਹੀਂ ਸਕੇ ਆਪਣੇ ਨਾਲ, ਕਿ ਸਾਡੇ ਵਿੱਚ ਜਿਹੜੀ ਜੋੜ ਨਹੀਂ ਸਕੇ ਜਿਹੜੀ ਪਿਆਰ ਦੀ ਭਾਵਨਾ ਹੈ ਨਾ, ਉਹ ਜਜ਼ਬਾ ਫਿਰ ਖਤਮ। ਇੱਕ ਹੋਰ ਮੈਂ ਜਿਹੜੀ ਗੱਲ ਆਪਾਂ ਸ਼ੇਅਰ ਵੈਸੇ ਕਰਨੀ ਹੈ ਕਿ ਜਦੋਂ ਅੰਮ੍ਰਿਤ ਛਕਦੇ, ਅੰਮ੍ਰਿਤ ਦੇ ਵਿੱਚ ਪਤਾਸੇ ਪਾਏ ਜਾਂਦੇ ਨੇ। ਪਤਾਸੇ ਇਸ ਲਈ ਪਾਏ ਜਾਂਦੇ ਵੀ ਸਾਡੇ 'ਚ ਮਿਠਾਸ ਹੋਵੇ, ਉਹ ਖਤਮ ਹੋ ਗਈ। ਮਿਠਾਸ ਜਿਹੜੀ ਸਾਡੇ ਵਿੱਚ ਇਸ ਵੇਲੇ ਨਾ, ਜਿਹੜੀ ਅਸੀਂ ਆਪਣੇ ਭਾਈ ਨੂੰ ਭਾਈ ਦੇਖ ਕੇ ਇੱਕ ਤਰ੍ਹਾਂ ਨਾਲ ਈਗੋਨਸ, ਨਫਰਤਨਸ, ਇਹ ਜਿਹੜੀਆਂ ਚੀਜ਼ਾਂ ਮੈਂ ਦੇਖ ਰਿਹਾ ਹਾਂ, ਇਹ ਸਾਡੀ ਸਿੱਖ ਕੌਮ ਨੂੰ ਹੋਰ ਵੀ ਡਿਵਾਈਡ ਕਰ ਰਹੀਆਂ ਹਨ ਰਾਦਰ ਦੈਨ ਯੂਨਾਈਟਿੰਗ ਦ ਪੰਥ। ਐਂਡ ਪੰਥਕ ਮਸਲੇ ਦੇ ਉੱਤੇ ਜਿਹੜਾ ਕਿ ਅਸੀਂ ਜਿਹੜਾ ਮੀਡੀਆ ਦੀ ਗੱਲ ਕਰਦੇ ਸੀ ਇੰਡੀਆ ਦੇ ਵੀ, ਵੀ ਹੈਵ ਟੂ ਬਾਈ ਦ ਮੀਡੀਆ ਵੈਦਰ ਵੀ ਬਾਈ ਇਟ ਬਾਈ ਹੁੱਕ ਔਰ ਕਰੁਕ। ਇਨ ਇੰਡੀਆ ਜਿਹੜਾ ਮੀਡੀਆ ਉੱਥੇ ਬੈਨ ਹੁੰਦਾ ਨਾ, ਵੀ ਆਰ ਲੱਕੀ ਵੀ ਗੋਟ ਮੀਡੀਆ ਹੇਅਰ, ਪਰ ਇੰਡੀਆ ਵਿੱਚ ਇਫ ਯੂ ਹੈਵ ਟੂ ਪੇ ਫॉर ਦ ਨਿਊਜ਼ ਟੂ ਦ ਮੀਡੀਆ, ਸਾਨੂੰ ਉੱਥੇ ਪੇ ਕਰਕੇ ਉਹ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਨਿਊਜ਼ ਹਨ ਉਹ ਬਾਹਰਲੇ ਪਾਸੇ ਆਉਣੀਆਂ ਚਾਹੀਦੀਆਂ। ਤਰਸੇਮ ਸਿੰਘ ਸਾਹਿਬ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਜਿਹੜੀ ਡਾਕਟਰ ਪਿਆਰਾ ਸਿੰਘ ਜੀ ਭੋਗਲ ਹੁਣਾਂ ਨੇ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਜਿਹੜੀ ਪਤਾਸੇ ਪਾ ਕੇ ਮਿਠਾਸ ਘੋਲੀ ਸੀ ਉਹ ਅੱਜ ਸਾਡੇ ਵਿੱਚ ਨਹੀਂ ਰਹੀ। ਕੀ ਤੁਸੀਂ ਇਸ ਨਾਲ ਸਹਿਮਤ ਹੋ? ਬਿਲਕੁਲ ਮੈਂ ਸਹਿਮਤ ਹਾਂ, ਕਿਉਂਕਿ ਅਸੀਂ ਇੱਕ ਦੂਜੇ ਨੂੰ, ਦੂਜੇ ਸਿੱਖ ਦੀ ਚੜ੍ਹਦੀ ਕਲਾ ਦੇਖ ਕੇ ਵੀ ਖੁਸ਼ ਨਹੀਂ। ਸਾਡੇ ਇੱਥੋਂ ਤੱਕ ਗਿਰਾਵਟ ਆ ਚੁੱਕੀ ਆ। ਜਿਹੜੀ ਜਥੇਬੰਦੀ ਚੰਗਾ ਕੰਮ ਕਰਦੀ ਆ ਉਹਨੂੰ ਵੀ ਅਸੀਂ ਪਿੱਛੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ। ਸੋ ਇਹ ਸਾਨੂੰ ਬੜਾ ਸਿੰਸੀਅਰ ਹੋ ਸੋਚਣਾ ਪਊਗਾ। ਮੈਂ ਇੱਕ ਗੱਲ ਨਾਲ ਜ਼ਰੂਰ ਕਰਾਂਗਾ ਕਿ ਸਿੱਖ ਕੌਮ, ਸਿੱਖ ਨਸਲ ਕੁਛ ਹਜੇ ਤੱਕ ਰੋਕ ਨਹੀਂ ਸਕੀ ਜੀ। ਅਜੇ ਤੱਕ ਜੋ ਕਿਉਂ ਸਿੱਖ ਨਸਲ ਕੁਛ ਹੋ ਰਹੀ ਆ, ਚਾਹੇ ਸੱਭਿਆਚਾਰਕ ਹੋਵੇ, ਧਾਰਮਿਕ ਹੋਵੇ, ਰਾਜਨੀਤਿਕ ਹੋਵੇ ਜਾਂ ਆਰਥਿਕ ਤੌਰ ਤੇ ਹੋਵੇ। ਮਤਲਬ ਕੱਲ ਤੱਕ ਸਰਕਾਰ ਕਰਦੀ ਸੀ, ਅੱਜ ਅਸੀਂ ਆਪਣੇ ਆਪ ਕਰਨੀ ਸ਼ੁਰੂ ਕਰ ਦਿੱਤੀ। ਤੁਸੀਂ ਇਹ ਕਹਿਣਾ ਚਾਹਦੇ? ਬਿਲਕੁਲ ਸਹਿਮਤ। ਯਾਨੀ ਕਿ ਉਹ ਮਿਠਾਸ ਜਿਹੜੀ ਉਹ ਖਤਮ ਹੋ ਗਈ। ਤੇ ਫਿਰ ਕੀ ਸੋਚਦੇ ਆਪਾਂ, ਫਿਰ ਜਿਹੜਾ ਅੰਮ੍ਰਿਤ ਛਕਿਆ ਉਹਦਾ ਕੀ ਫਾਇਦਾ ਹੋਇਆ ਫਿਰ? ਇਸ ਤਰ੍ਹਾਂ ਮੈਂ ਨਾਲ ਜੋ ਅੰਮ੍ਰਿਤ ਛਕਿਆ ਉਹਦੇ ਨਾਲ ਸਾਨੂੰ ਗੁਰੂ ਦਾ ਗਿਆਨ ਹੋਣਾ ਜ਼ਰੂਰੀ ਆ। ਕੱਲ ਅੰਮ੍ਰਿਤ ਛਕਿਆ ਉਤਨਾ ਸਾਨੂੰ ਪ੍ਰਭਾਵਿਤ ਨਹੀਂ ਕਰਦਾ ਜਿੱਦਾਂ ਸਾਨੂੰ ਗੁਰੂ ਦਾ ਗਿਆਨ ਨਹੀਂ ਪ੍ਰਾਪਤ ਹੁੰਦਾ। ਗੁਰੂ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਵੀ ਸਾਨੂੰ, ਜਿੱਦਾਂ ਭਾਈ ਜੁਗਾ ਸਿੰਘ ਕਾਫੀ ਜ਼ੋਰ ਲਾ ਦੇਵੇ, ਇੱਕ ਮਰਜ਼ਾਦਾ ਤੇ ਅਸੀਂ ਸਹਿਮਤ ਹੋ ਜਾਈਏ। ਮਰਜ਼ਾਦਾ ਦੇ ਬਾਅਦ ਨਾਲ ਅਸੀਂ ਆਪਸ ਵਿੱਚ ਝਗੜੀਏ ਨਾ। ਅਸੀਂ ਜਦ ਮਰਿਆਦਾ ਹੈ ਹੀ ਇੱਕ, ਤਰਸੇਮ ਸਿੰਘ ਜੀ, ਫਿਰ ਆਪਾਂ ਇੱਕ ਮਰਿਆਦਾ ਉੱਤੇ ਸਹਿਮਤ ਕਿਉਂ ਨਹੀਂ ਹੋ ਰਹੇ? ਜਦ ਹੈ ਹੀ ਇੱਕ ਮਰਿਆਦਾ, ਫਿਰ ਕਿਉਂ ਨਹੀਂ ਸਹਿਮਤ ਹੋ ਰਹੇ? ਉਪਰੰਤ ਤੁਸੀਂ ਇਹਨਾਂ ਗੱਲ ਸਹਿਮਤ ਹੋਵੋਗੇ, ਸਾਡੇ ਜਿਤਨੇ ਵੀ ਜਿਤਨੇ ਵੀ ਡੇਰੇਦਾਰ ਉਹਨੇ ਆਪਣੀ ਮਰਜ਼ਾਦਾ ਬਣਾਈ ਹੋਈ ਆ, ਜਿਤਨੀਆਂ ਜਥੇਬੰਦੀਆਂ ਉਹਨੇ ਆਪਣੀ ਮਰਜ਼ਾਦਾ ਬਣਾਈ ਹੋਈ ਆ। ਅਸੀਂ ਗੁਰੂ ਦੀ ਮਰਜ਼ਾਦਾ ਦੇ, ਗੁਰੂ ਦੇ ਸਿਧਾਂਤ ਨੂੰ ਲੈ ਕੇ ਤੁਰਦੇ ਨਹੀਂ। ਪਹਿਲਾਂ ਇਹ ਆਖਦੇ ਨੇ ਕਿ ਸਾਡੇ ਮਹਾਂਪੁਰਖਾਂ ਨੇ ਆ ਆਖਿਆ, ਕਦੀ ਇਹ ਨਹੀਂ ਆਖਿਆ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਆ ਆਖਿਆ। ਮੈਂ ਮਹਾਂਪੁਰਖਾਂ ਦਾ ਬੜਾ ਸਤਿਕਾਰ ਕਰਦਾ। ਕੋਈ ਭਿੰਡਰਾਂ ਵਾਲਿਆਂ ਦੇ ਤਾਂ ਉਹਦੀ ਤਾਂ ਗੱਲ ਇੱਕ ਵੱਖਰੀ, ਉਹਦਾ ਇੱਕ ਮਹਾਨ ਪੁਰਖ ਸੀ ਨਾ। ਅੱਜ ਕੱਲ ਆਮ ਜਿਹੜੇ ਸੰਤ ਸਾਧ ਆ ਉਹਨਾਂ ਵੱਲੋਂ ਉਹਨਾਂ ਚੇਲਿਆਂ ਬਾਲਕਾਂ ਵੱਲੋਂ ਇਹ ਆਖਿਆ ਮਹਾਂਪੁਰਖ ਨੇ ਆਖਿਆ। ਉੱਥੇ ਇਹ ਨਹੀਂ ਕਦੀ ਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਕੀ ਆਖਦੇ ਹਨ। ਜੇਕਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਥਾਨ ਲੈ ਕੇ ਤੁਰਾਂਗੇ, ਮੈਂ ਸੋਚਦਾ ਹਾਂ, ਮਤਲਬ ਆਪਾਂ ਸਾਰੇ ਇਸ ਗੱਲ ਤੇ ਸਹਿਮਤ ਹਾਂ ਕਿ ਜਿੰਨੀ ਦੇਰ ਤੱਕ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਸਤਿਕਾਰ ਨਹੀਂ ਕਰਦੇ ਜਿਹੜਾ ਸਾਨੂੰ ਕਰਨਾ ਚਾਹੀਦਾ, ਉਨੀ ਦੇਰ ਤੱਕ ਇਹ ਹੁੰਦਾ ਰਹੇ। ਸਕਸੈਸ ਨਹੀਂ ਹੋ ਸਕਦੇ। ਤਰਸੇਮ ਸਿੰਘ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਜੇ ਆਡੀਅנס ਚੋਂ ਕਿਸੇ ਹੋਰ ਨੇ ਗੱਲ ਕਰਨੀ ਚਾਹਣ ਤਾਂ ਪਰਮਜੀਤ ਸਿੰਘ ਸਾਹਿਬ ਆਪ ਗੱਲ ਕਰਨਾ ਚਾਹੋਗੇ? ਠੀਕ ਹੈ ਜੀ, ਬਹੁਤ ਧੰਨਵਾਦ। ਇਸ ਦੇ ਨਾਲ ਹੀ ਮੈਂ ਚਾਹਾਂਗਾ ਕਿ ਜਿਹੜੇ ਬਾਹਰ ਵੀ ਸਿੰਘ ਨੇ ਉਹ ਅੰਦਰ ਆ ਜਾਣ ਤਾਂ ਕਿ ਆਪਾਂ ਅਰਦਾਸ ਸ਼ੁਰੂ ਕਰੀਏ। ਖਾਸ ਕਰਕੇ ਮੈਂ ਗਿੱਲ ਸਾਹਿਬ ਤੋਂ, ਆਪਣੇ ਵੀਰ ਅਮਰੀਕ ਸਿੰਘ ਜੀ ਤੋਂ ਖਿਮਾ ਚਾਹਾਂਗਾ ਕਿ ਉਹਨਾਂ ਨੂੰ ਅਸੀਂ ਵਕਤ ਬਹੁਤ ਘੱਟ ਦੇ ਸਕੇ। ਅਮਰੀਕ ਸਿੰਘ ਜੀ ਸੋਤਾ ਸਾਹਿਬ ਨੂੰ ਵੀ ਵਕਤ ਬਹੁਤ ਘੱਟ ਦੇ ਸਕੇ, ਉਹਨਾਂ ਨੂੰ ਵਕਤ ਬਹੁਤ ਜ਼ਿਆਦਾ ਦੇਣਾ ਚਾਹੀਦਾ ਸੀ। ਲੱਖਾ ਸਿੰਘ ਸਾਹਿਬ ਜੀ ਦਾ ਵੀ ਧੰਨਵਾਦ, ਪਿਆਰਾ ਸਿੰਘ ਜੀ ਭੋਗਲ ਸਾਹਿਬ ਦਾ ਵੀ, ਔਰ ਤਰਸੇਮ ਸਿੰਘ ਸਾਹਿਬ ਜੀ ਦਾ ਵੀ, ਜੋਗਾ ਸਿੰਘ ਸਾਹਿਬ ਜੀ ਦਾ, ਕੁਲਦੀਪ ਸਿੰਘ ਸਾਹਿਬ ਜੀ ਦਾ ਵੀ, ਔਰ ਸੰਧੂ ਸਾਹਿਬ ਪਿੱਛੇ ਬੈਠੇ ਹੈ। ਬਜ਼ੁਰਗਾਂ ਦਾ ਨਾਮ ਮੈਨੂੰ ਨਹੀਂ ਪਤਾ, ਉਹ ਆਪ ਹੀ ਦੱਸ ਦੇਣ ਕਿਉਂਕਿ ਉਹਨਾਂ ਦਾ ਵੀ ਸਵਾਗਤ ਹੈ। ਗਿੱਲ ਸਾਹਿਬ ਦੇ ਨਾਲ ਆਏ ਨੇ ਮੇਰੇ ਖਿਆਲ ਅਮਰੀਕ ਸਿੰਘ ਜੀ ਸੰਧੂ ਸਾਹਿਬ, ਕਿਉਂਕਿ ਸੰਧੂ ਸਾਹਿਬ ਨੂੰ ਵੀ ਆਪਾਂ ਸਮਾਂ ਨਹੀਂ ਦੇ ਸਕੇ। ਲੇਕਿਨ ਸੰਧੂ ਸਾਹਿਬ ਮੈਂ ਚਾਹਾਂਗਾ ਕਿ ਆਪ ਜ਼ਰੂਰ 1 ਮਿੰਟ ਲਈ ਫਤਿਹ ਜ਼ਰੂਰ ਆਪਣੀ ਬੁਲਾਓ ਤਾਂ ਕਿ ਆਪ ਜੀ ਦੀ ਜਿਹੜੀ ਹਾਜ਼ਰੀ ਹੈ ਉਹ ਲੱਗ ਸਕੇ। ਉਸ ਤੋਂ ਬਾਅਦ ਆਪਾਂ ਅਰਦਾਸ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਜੀ ਸੰਧੂ ਸਾਹਿਬ ਦਾ। ਤੋ ਸਾਰੇ ਸਿੰਘ ਜਿਹੜੇ ਆ ਬਾਹਰ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਸਿੰਘ ਕਾਫੀ ਸਨ, ਸਾਡੇ ਕੋਲ ਸਟੂਡੀਓ ਦੇ ਵਿੱਚ ਇੰਨੀ ਜਗ੍ਹਾ ਨਹੀਂ ਸੀ, ਉਹ ਅੰਦਰ ਆ ਗਏ ਹੈ। ਤੋ ਆਪਾਂ ਪਹਿਲਾਂ ਅਰਦਾਸ ਕਰਾਂਗੇ ਜਿਹੜੀ ਕਿ ਦਵਿੰਦਰਪਾਲ ਸਿੰਘ ਜੀ ਭੁੱਲਰ ਹੋਣਾ ਦੀ, ਕਿਉਂਕਿ ਬੇਬੇਕੀ ਸਾਹਿਬ ਗੁਰੂ ਕੇ ਸਿੱਖ ਨੇ। ਮੈਂ ਇਹ ਵੀ ਚਾਹਾਂਗਾ ਕਿ ਉਹ ਨਾਲ ਭਾਈ ਸਾਹਿਬ ਪਾਲਾ ਸਿੰਘ ਸਾਹਿਬ ਜੀ ਦਾ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਕਿ ਉਹਨਾਂ ਨੂੰ ਵੀ ਸਤਿਗੁਰ ਚੜ੍ਹਦੀ ਕਲਾ ਵਿੱਚ ਰੱਖਣ। ਔਰ ਇਸ ਦੇ ਨਾਲ ਹੀ ਆਪਾਂ ਫਿਰ ਅਰਦਾਸ ਦੀ ਸਮਾਪਤੀ ਤੋਂ ਬਾਅਦ ਭਾਈ ਸਾਹਿਬ ਸਤਿਕਾਰਯੋਗ ਬਲਵੀਰ ਸਿੰਘ ਜੀ ਖਹਿਲਾ, ਜਿਨ੍ਹਾਂ ਦੇ ਲਈ ਅਸੀਂ ਵਿਸ਼ੇਸ਼ ਔਰ ਖਾਸ ਸਮਾਗਮ ਅੱਜ ਦਾ ਇਸ ਕਰਕੇ ਅਰੇਂਜ ਕੀਤਾ ਸੀ ਕਿ ਉਹਨਾਂ ਨੂੰ ਸੰਗਤ ਟੈਲੀਵਿਜ਼ਨ ਵੱਲੋਂ, ਸੰਗਤ ਟੈਲੀਵਿਜ਼ਨ ਦੇ ਵਿਊਅਰਸ ਵੱਲੋਂ, ਸਿੱਖ ਸੰਗਤ ਵੱਲੋਂ ਔਰ ਆਪ ਸਾਰਿਆਂ ਵੱਲੋਂ ਜਿਹੜੇ ਕਿ ਇੱਥੇ ਆਏ ਹੋ, ਉਹਨਾਂ ਵੱਲੋਂ ਆਪਾਂ ਸਨਮਾਨਿਤ ਕਰ ਸਕੀਏ। ਉਹਨਾਂ ਦੀਆਂ ਪੰਥਕ ਸੇਵਾਵਾਂ ਦੇ ਬਦਲੇ ਜੋ ਸੇਵਾਵਾਂ ਉਹਨਾਂ ਨੇ ਨਿਭਾਈਆਂ ਨੇ, ਜੋ ਉਹਨਾਂ ਦੀ ਸੇਵਾ ਅਣਥਕ ਹੈ, ਉਹ ਭੁਲਾਈ ਨਹੀਂ ਜਾ ਸਕਦੀ। ਤੋ ਇਹ ਮਹਾਨ ਸੇਵਾ ਜਿਹੜੀ ਹੈ ਸਤਿਗੁਰ ਨੇ ਉਹਨਾਂ ਨੂੰ ਬਖਸ਼ੀ ਹੈ, ਸੇਵਕ ਕੋ ਸੇਵਾ ਬਣਾਈ। ਇਸ ਅਰਦਾਸ ਦੇ ਨਾਲ ਆਪਾਂ ਅਰਦਾਸ ਕਰਾਂਗੇ ਕਿ ਸਤਿਗੁਰੂ ਉਹਨਾਂ ਪਾਸੋਂ ਇਹ ਸੇਵਾ ਲਈ ਜਾਣ ਔਰ ਇਸ ਤਰ੍ਹਾਂ ਨਿਸ਼ਕਾਮ ਹੋ ਕੇ ਉਹ ਇਹ ਸੇਵਾ ਕਰਦੇ ਰਹਿਣ। ਆਪ ਸਭਨਾਂ ਦਾ ਜਿਹੜੇ ਦੂਰੋਂ ਨੇੜੋਂ ਚੱਲ ਕੇ ਆਏ ਹੋ, ਬਹੁਤ ਬਹੁਤ ਧੰਨਵਾਦ ਹੈ। ਬਹੁਤ ਬਹੁਤ ਸੰਗਤ ਟੈਲੀਵਿਜ਼ਨ ਤੇ ਆਉਣ ਦਾ ਸਵਾਗਤ ਹੈ। ਜਿਨ੍ਹਾਂ ਖਾਸ ਕਰਕੇ ਵਿਊਅਰਸ ਕੋਲੋਂ ਇਸ ਗੱਲ ਦੀ ਮਾਫੀ ਹੈ ਕਿ ਉਹਨਾਂ ਦੀਆਂ ਅੱਜ ਕਾਲਸ ਨਹੀਂ ਲੈ ਸਕੇ, ਕਿਉਂਕਿ ਸਮੇਂ ਦੀ ਪ੍ਰਤੀਬੱਧਤਾ ਜਿਹੜੀ ਹੈ, ਸਮੇਂ ਦੀ ਜਿਹੜੀ ਸੀਮਾ ਹੈ, ਹੱਦ ਹੈ, ਉਸ ਨੂੰ ਦੇਖਣਾ ਜਿਹੜੀ ਸਾਡੀ ਮਜਬੂਰੀ ਹੈ। ਤੋ ਇਸ ਮੱਦੇਨਜ਼ਰ ਆਪਾਂ ਇਸ ਪ੍ਰੋਗਰਾਮ ਨੂੰ ਸਮਾਪਤੀ ਤੋਂ ਬਾਅਦ ਤਾਂ ਮੈਂ ਜਦੋਂ ਆਪਾਂ ਸਿਰੋਂ ਪਾਉ ਦੇ ਲਾਂਗੇ ਫਿਰ ਇੱਕ ਵਾਰੀ ਆਪ ਜੀ ਦਾ ਧੰਨਵਾਦ ਕਰਾਂਗਾ। ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜਿਹੜੇ ਸਾਡੇ ਸੱਜਣ ਚੱਲ ਆਏ ਨੇ ਉਹ ਸਾਰੇ ਆਪਾਂ ਖੜੇ ਹੋ ਜਾਈਏ ਤੇ ਵਿਵੇਕੀ ਸਾਹਿਬ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਸਤਿਕਾਰਯੋਗ ਭੁੱਲਰ ਸਾਹਿਬ ਜੀ ਦੇ ਪਰਥਾਏ ਅਰਦਾਸ ਆਪਾਂ ਪ੍ਰਰੰਭਦੇ ਹਾਂ ਜੀ। ਤੂੰ ਠਾਕ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਖਿਰ ਵਿੱਚ ਆਪਾਂ ਜਿਹੜੀ ਅੱਜ ਦੀ ਸਤਿਕਾਰਯੋਗ ਭਾਈ ਸਾਹਿਬ ਬਲਵੀਰ ਸਿੰਘ ਜੀ ਖਹਿਲਾ ਹੋਣਾ ਦੇ ਸਨਮਾਨ ਵਜੋਂ ਸੰਗਤ ਟੈਲੀਵਿਜ਼ਨ ਉੱਪਰ ਆਪ ਜੀ ਦੇ ਵੱਡਮੁੱਲੇ ਸਹਿਯੋਗ ਸਦਕਾ ਸਮੁੱਚੀ ਸੰਗਤ ਵੱਲੋਂ, ਸੰਗਤ ਟੈਲੀਵਿਜ਼ਨ ਦੇ ਵਿਊਅਰਸ ਵੱਲੋਂ ਜੋ ਉਹਨਾਂ ਦਾ ਸਤਿਕਾਰ ਸਨਮਾਨ ਕਰਨਾ ਹੈ, ਉਸ ਲਈ ਮੈਂ ਭਾਈ ਸਾਹਿਬ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਭਾਈ ਸਾਹਿਬ ਜੀ ਨੇ ਉਹ ਸ਼ੀਲਡ ਦੇ ਦਿੱਤੀ ਹੈ। ਤੋ ਇਹ ਸਤਿਕਾਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਗਿੱਲ ਸਾਹਿਬ ਕਰ ਰਹੇ ਨੇ। ਬਾਅਦ ਦੇ ਵਿੱਚ ਵਿਵੇਕੀ ਸਾਹਿਬ ਜੀ, ਪਹਿਲਾਂ ਵਿਵੇਕੀ ਸਾਹਿਬ ਜੀ ਆ ਜਾਣਗੇ। ਵਿਵੇਕੀ ਸਾਹਿਬ ਜੀ ਸਿਰੋਂ ਪਾਉ ਦੇ ਕੇ ਸਨਮਾਨਿਤ ਕਰ ਰਹੇ ਨੇ। ਬੋਲੇ ਸੋਨਿਆ ਸਤਿ ਸ੍ਰੀ ਅਕਾਲ। ਹੁਣ ਮੈਂ ਬੇਨਤੀ ਕਰਾਂਗਾ ਗਿੱਲ ਸਾਹਿਬ ਨੂੰ, ਅਮਰੀਕ ਸਿੰਘ ਜੀ ਨੂੰ ਤੇ ਨਾਲ ਹੀ ਬਲਵੀਰ ਸਿੰਘ ਸਾਹਿਬ ਜੀ ਨੂੰ ਵੀ ਕਿ ਉਹ ਵੀ ਨਾਲ ਹੀ ਆ ਜਾਣ। ਤੇ ਇਹ ਜਿਹੜਾ ਸਤਿਕਾਰ ਸਨਮਾਨ ਹੈ ਆਪ ਸਾਰਿਆਂ ਵੱਲੋਂ ਦਿੱਤਾ ਜਾ ਰਿਹਾ ਜੀ ਉਹਨਾਂ ਦੀਆਂ ਪੰਥਕ ਅਣਥਕ ਸੇਵਾਵਾਂ ਦਾ ਬਦਲੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਸ ਨਾਲ ਹੀ ਬਲਵੀਰ ਸਿੰਘ ਜੀ ਖਹਿਲਾ ਹੋਣਾ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ। ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਿ ਪਾਤਸ਼ਾਹ ਇਸ ਤਰ੍ਹਾਂ ਹੀ ਉਹਨਾਂ ਪਾਸੋਂ ਸੇਵਾਵਾਂ ਲੈਣ। ਬਹੁਤ ਬਹੁਤ ਧੰਨਵਾਦ। ਆਪਾਂ ਸਾਰੇ ਇੱਕ ਵਾਰੀ ਫਿਰ ਬੈਠ ਕੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸਾਰੇ ਹੀ ਆਪ ਜਿਹੜੇ ਮਹਿਮਾਨ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਸਤਿਕਾਰਯੋਗ ਅਮਰੀਕ ਸਿੰਘ ਜੀ ਗਿੱਲ ਸਾਹਿਬ, ਸਤਿਕਾਰਯੋਗ ਸਰਵਣ ਸਿੰਘ ਜੀ ਵਿਵੇਕੀ ਸਾਹਿਬ, ਬਲਵੀਰ ਸਿੰਘ ਜੀ ਖਹਿਲਾ ਸਾਹਿਬ, ਸਤਿਕਾਰਯੋਗ ਬਲਵੀਰ ਸਿੰਘ ਸਾਹਿਬ ਜੀ, ਅਮਰੀਕ ਸਿੰਘ ਜੀ ਸੋਤਾ ਸਾਹਿਬ, ਤਰਸੇਮ ਸਿੰਘ ਸਾਹਿਬ, ਡਾਕਟਰ ਪਿਆਰਾ ਸਿੰਘ ਜੀ ਭੋਗਲ ਸਾਹਿਬ, ਸਤਿਕਾਰਯੋਗ ਸੰਧੂ ਸਾਹਿਬ, ਜੋਗਾ ਸਿੰਘ ਸਾਹਿਬ, ਕੁਲਦੀਪ ਸਿੰਘ ਸਾਹਿਬ ਔਰ ਸਾਡੇ ਨੌਜਵਾਨ ਵੀਰ ਪਰਮਜੀਤ ਸਿੰਘ ਜੀ ਸੋਲ ਸਾਹਿਬ ਤੇ ਪਿੱਛੇ ਤਰਸੇਮ ਸਿੰਘ ਜੀ ਸੰਧੂ ਸਾਹਿਬ ਬੈਠੇ ਹੈ। ਮੈਂ ਤਾਂ ਜ਼ਰੂਰ ਚਾਹਿਆ ਸੀਗਾ ਕਿ ਤਰਸੇਮ ਸਿੰਘ ਜੀ ਸੰਧੂ ਸਾਹਿਬ ਵੀ ਥੋੜੇ ਜਿਹੇ ਆਪਣੇ ਕੀਮਤੀ ਵਿਚਾਰ ਰੱਖਦੇ, ਪਰ ਉਹਨਾਂ ਨੇ ਕਿਹਾ ਸੀ ਕੋਈ ਗੱਲ ਨਹੀਂ। ਫਿਰ ਵੀ ਆਪਾਂ ਬੇਨਤੀ ਕਰਾਂਗੇ ਜਿਹੜੇ ਸੱਜਣ ਜਿਹੜੇ ਗੁਰ ਕੇ ਸਿੱਖ ਸਾਡੇ ਪਾਸ ਚੱਲ ਕੇ ਆਏ ਹੈ, ਸੰਗਤ ਟੈਲੀਵਿਜ਼ਨ ਦੇ ਉੱਤੇ ਹਮੇਸ਼ਾ ਹੀ ਉਹਨਾਂ ਦਾ ਸਵਾਗਤ ਹੈ। ਦਰਵਾਜ਼ੇ ਹਮੇਸ਼ਾ ਖੁੱਲੇ ਨੇ, ਬਾਹਾਂ ਖੁੱਲੀਆਂ ਨੇ। ਗੁਰੂ ਪਾਤਸ਼ਾਹ ਕਿਰਪਾ ਕਰੇ ਕਿਸੇ ਵੀ ਕਿਸਮ ਦੇ ਵਿਚਾਰ ਹੋਣ, ਜ਼ਰੂਰੀ ਨਹੀਂ ਹੈ ਕਿ ਆਪਾਂ ਜਿਨ੍ਹਾਂ ਨੇ ਵਿਚਾਰ ਦਿੱਤੇ ਆਪਾਂ ਸਾਰੇ ਇਹੀ ਵਿਚਾਰਾਂ ਦੇ ਨਾਲ ਸਹਿਮਤ ਹੋਈਏ, ਔਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਆਪਾਂ ਅਗਰ ਵਿਚਾਰ ਅੱਜ ਸਹਿਮਤੀ ਨਹੀਂ ਹੈ ਤਾਂ ਆਪਾਂ ਅੱਗੋਂ ਇਕੱਠੇ ਬੈਠਣਾ ਵੀ ਨਹੀਂ ਹੈ। ਆਪਾਂ ਬੈਠਣਾ ਵੀ ਇਕੱਠੇ ਹੈ, ਸਹਿਮਤੀ ਹੋਵੇ ਭਾਵੇਂ ਨਾ ਸਹਿਮਤੀ ਹੋਵੇ, ਆਪਾਂ ਕਿਸੇ ਨਤੀਜੇ ਉੱਪਰ ਪਹੁੰਚਣ ਦੀ ਇਸੇ ਤਰੀਕੇ ਨਾਲ ਕੋਸ਼ਿਸ਼ ਕਰ ਸਕਦੇ ਹਾਂ। ਜਦੋਂ ਆਪਣੀਆਂ ਸਹਿਮਤੀਆਂ ਔਰ ਅਹਿਮ ਸਹਿਮਤੀਆਂ ਉੱਪਰ ਵਿਚਾਰ ਕਰਦੇ ਹੋਇਆਂ ਆਪਾਂ ਇਸ ਗੱਲ ਦਾ ਵਿਚਾਰ ਕਰੀਏ ਕਿ ਆਪਾਂ ਇਕੱਠੇ ਕਿਵੇਂ ਇੱਕ ਕਾਫਲੇ ਦੇ ਰੂਪ ਦੇ ਵਿੱਚ ਅੱਗੇ ਵਧਣਾ। ਤਾਂ ਬਹੁਤ ਖੁਸ਼ੀ ਹੋਈ ਹੈ ਕਿ ਗਿੱਲ ਸਾਹਿਬ ਵੀ ਆਏ ਹੈ, ਵਿਵੇਕੀ ਸਾਹਿਬ ਵੀ ਆਏ ਹੈ, ਖਹਿਲਾ ਸਾਹਿਬ ਵੀ ਆਏ, ਭਾਈ ਸਾਹਿਬ ਬਲਵੀਰ ਸਿੰਘ ਸਾਹਿਬ ਜੀ ਆਏ, ਸੋਤਾ ਸਾਹਿਬ ਜੀ ਆਏ। ਸਾਰੇ ਆਪ ਜਿਹੜੇ ਸਿੰਘ ਦੂਰੋਂ ਨੇੜੋਂ ਚੱਲ ਕੇ ਆਏ ਹੋ, ਆਪ ਸਭਨਾਂ ਦਾ ਤਹਿ ਦਿਲੋਂ ਸਵਾਗਤ ਹੈ, ਸਨਮਾਨ ਹੈ, ਜੀਵਾਇਆਂ ਨੂੰ ਹੈ ਔਰ ਸਭਨਾਂ ਦਾ ਧੰਨਵਾਦ ਹੈ। ਬਲਵੀਰ ਸਿੰਘ ਜੀ ਆਖਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਬੇਨਤੀ ਇਹੀ ਕਰਨੀ ਚਾਹੁੰਦਾ, ਮੈਂ ਇਸ ਚੀਜ਼ ਦੇ ਕਾਬਲ ਨਹੀਂ ਸੀਗਾ ਜਿਹੜਾ ਤੁਸੀਂ ਇਹ ਕੀਤਾ ਆ। ਇੱਕ ਨਿਮਾਣਾ ਜਿਹਾ ਸੇਵਕਾਂ ਮੈਂ ਦਾਸ ਇਸ ਦਰ ਦਾ ਕੁੱਕਰਵਾਂ ਜੋ ਇਹ ਤੁਸੀਂ ਕੀਤਾ, ਮੈਨੂੰ ਸਮਝ ਲੱਗਦੀ ਮੈਂ ਤੁਹਾਡਾ ਕਿੱਦਾਂ ਧੰਨਵਾਦ ਕਰਾਂ, ਕਿੱਦਾਂ ਤੁਹਾਡਾ ਸ਼ੁਕਰੀਆ ਕਰਾਂ। ਧੰਨਵਾਦ ਸਤਿਗੁਰ ਦਾ ਜਿਨ੍ਹਾਂ ਨੇ ਤੁਹਾਡੇ ਕੋਲ ਸੇਵਾ ਕੀਤੀ। ਕਿਉਂਕਿ ਦਾਸ ਨੂੰ ਦੱਸਿਆ ਗਿਆ ਸੀ ਵੀ ਡਾਕਟਰ ਸਾਹਿਬ ਦੇ ਮਸਲੇ ਕੋਲ ਆਪਣਾ ਪ੍ਰੋਗਰਾਮ ਰੱਖਿਆ ਹੈਗਾ ਤੇ ਤੁਸੀਂ ਜ਼ਰੂਰ ਆਇਓ, ਪਰ ਆ ਵੀ ਨਹੀਂ ਦੱਸੇ ਮਾੜਾ ਆਪਣੇ ਡਾਕਟਰ ਸਾਹਿਬ ਨੇ ਮੈਂਸ਼ਨ ਕੀਤਾ ਸੀ, ਦਾਸ ਨੇ ਬੇਨਤੀ ਕੀਤੀ ਸੀ ਕਿ ਮੈਂ ਇਹਦੇ ਕਾਬਲ ਨਹੀਂ ਹੈਗਾ, ਇਹ ਨਾ ਕਰਿਓ।
ਡਾਕਟਰ ਸਾਹਿਬ ਦੇ ਮਸਲੇ ਤੁਸੀਂ ਜੋ ਰੱਖੋਗੇ ਦਾਸ ਜ਼ਰੂਰ ਆਊਗਾ, ਲੇਕਿਨ ਇਹਨਾਂ ਨੇ ਬਹੁਤ ਇੱਕ ਖੇਚਲ ਕੀਤੀ ਸਾਰੇ। ਮੈਂ ਪਤਾ ਨਹੀਂ ਮੈਂ ਤੁਹਾਡਾ ਹੁਣ ਕਿੱਦਾਂ ਧੰਨਵਾਦ ਦਾ ਕਰਾਂ ਸਾਰਾ ਜਿਹੜੀ ਤੁਸੀਂ ਇੰਨੀ ਖੇਚਲ ਤੁਸੀਂ ਦੱਸਿਆ ਸੀ। ਮੈਂ ਬੇਨਤੀ ਕੀਤੀ ਸੀ ਸਨਮਾਨ ਕੀ ਮੈਂ ਬੇਨਤੀ ਕੀਤੀ ਸੀ ਦਾਸ ਨੇ ਵੀ ਤੁਸੀਂ ਇਹ ਖੇਚਲ ਨਾ ਕਰਿਓ, ਦਾਸ ਇਹਦੇ ਕਾਬਿਲ ਨਹੀਂ ਹੈ। ਇਹ ਸਨਮਾਨ ਤੁਹਾਡਾ ਨਹੀਂ ਹੈ, ਇਹ ਤੁਹਾਡੀ ਕਾਬਿਲ ਸੇਵਾਵਾਂ ਦਾ। ਮੈਂ ਤਾਂ ਇਹ ਦਾਦਾ ਕੁੱਕਰ ਦਾ ਮੈਂ ਬੇਨਤੀ ਕੀਤੀ, ਇਹ ਸਨਮਾਨ ਤੁਹਾਡਾ ਨਹੀਂ, ਤੁਹਾਡੀ ਸੇਵਾਵਾਂ ਦਾ, ਜਿਹੜੀ ਸੇਵਾਵਾਂ ਤੁਸੀਂ ਕੀਤੀਆਂ। ਮੈਂ ਕਾਬਿਲ ਨਹੀਂ ਸੀ, ਤੁਸੀਂ ਬਹੁਤ, ਮੈਂ ਤੁਹਾਡਾ ਧੰਨਵਾਦ ਕਰਦਾ ਸਾਰੇ ਜਿੰਨੀ ਤੁਸੀਂ ਮੇਰਾ ਮਾਣ ਕੀਤਾ ਆ। ਪਰ 84 ਦਾ ਜੋ ਪ੍ਰੋਗਰਾਮ ਸੀਗਾ ਉਹ ਥੋੜਾ ਮੈਂ ਦੱਸਣਾ ਚਾਹੁੰਦਾ, ਹੁਣ ਆਪਣੇ ਕੋਲ ਸਮਾਂ ਨਹੀਂ ਹੈਗਾ। ਜੋ ਉਸ ਵੇਲੇ ਦੇਖਿਆ ਸੀ, ਜੋ ਉਸ ਵੇਲੇ ਦਾਸ ਨੇ ਦੇਖਿਆ ਸੀ, ਉਸ ਵੇਲੇ ਬੱਚਿਆਂ ਦੀ ਹਾਲਤ ਤੇ ਬੀਬੀਆਂ ਦੀ ਤੇ ਹੋਰ ਸਾਰੇ ਸੰਗਤ ਦੀ ਹਾਲਤ, ਉਹ ਦੇਖ ਕੇ ਅਸੀਂ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਸੀ। ਲੋਕੀ ਪਾਣੀ ਤੋਂ ਤਰਸ ਰਹੇ ਸੀ, ਇੰਨੀ ਗਰਮੀ ਸੀ ਉਸ ਵੇਲੇ। ਉਹ ਲੰਗਰ ਤੱਕ ਗੱਲ ਹੀ ਦੂਰ ਦੀ, ਪਾਣੀ ਨਹੀਂ ਸੀ ਮਿਲਿਆ ਉਸ ਵੇਲੇ ਕਿਸੇ ਨੂੰ ਵੀ ਪਾਣੀ ਮਿਲ ਜਵੇ ਕਿ ਘੁੱਟ ਪੀਣ ਦਾ, ਕਿਤੇ ਉਹ ਪਾਣੀ ਤੋਂ ਤਰਸ ਰਿਹਾ ਸੀ। ਉਹ ਦੇਖਦਿਆਂ ਹੋਇਆ ਪਰਿਵਾਰ ਨੇ ਆਪਣੇ ਜਿਹੜੇ ਵੀ ਸਿੰਘ ਜੂਝੇ ਹੈ ਉਹ ਦੇਖ ਕੇ ਜੂਝੇ ਹੈ, ਕਿਉਂਕਿ ਇਹ ਮੰਜ਼ਰ ਹੀ ਐਸਾ ਸੀ ਤੇ ਉਹਨਾਂ ਨੂੰ ਫਿਰ ਨਾ ਤੋੜਿਆ ਤੇ ਉਹ ਨਿਆਣੇ ਇਸ ਗੱਲ ਨੂੰ ਸੁਣ ਕੇ ਸਾਡੀ ਬੇਨਤੀ ਹੈ ਪ੍ਰਵਾਨ ਕਰੋ ਜੀ। 7 ਵਜੇ ਸਾਰਿਆਂ ਤੁਹਾਨੂੰ ਮੈਂ ਧੰਨਵਾਦ ਕਰ ਰਿਹਾ। ਮੈਂ ਤਾਂ ਕੋਈ ਜਵਾਨ ਹੀ ਨਹੀਂ, ਮੈਂ ਤਾਂ ਕਿਹੜੀ ਤੁਹਾਡੇ ਧੰਨਵਾਦ ਕਰ ਰਿਹਾ ਕਿ ਮੈਨੂੰ ਇੰਨਾ ਸਨਮਾਨ ਕੀਤਾ। ਮੈਂ ਗੁਰ ਕਿਰਪਾ ਕਰੇ ਜੀ। ਸਭਨਾਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦੇ ਹੋਏ ਸੰਗਤ ਟੈਲੀਵਿਜ਼ਨ ਚੈਨਲ ਉੱਪਰ ਆਪ ਸਾਰਿਆਂ ਨੇ ਦਰਸ਼ਨ ਦਿੱਤੇ। ਆਪ ਜੀ ਦਾ ਸਭਨਾਂ ਦਾ ਸਵਾਗਤ, ਧੰਨਵਾਦ ਜੀ ਆਇਆਂ ਨੂੰ। ਔਰ ਆਖਿਰ ਦੇ ਵਿੱਚ ਫਿਰ ਇੱਕ ਵਾਰੀ ਮੈਂ ਆਪ ਜੀ ਦਾ ਦਾਸ ਇੱਥੇ ਆਪ ਜੀ ਤੋਂ ਖਿਮਾ ਚਾਹਾਂਗਾ। ਮੈਂ ਅਗਲੇ ਸ਼ੁੱਕਰਵਾਰ ਸ਼ਨੀਚਰਵਾਰ ਫਿਰ ਆਪ ਜੀ ਦੇ ਸੰਗਤ ਟੈਲੀਵਿਜ਼ਨ ਦੇ ਮਾਧਿਅਮ ਦੇ ਰਾਹੀਂ ਸ਼ੁੱਕਰਵਾਰ ਵਾਲੇ ਦਿਨ 7 ਤੋਂ 9 ਸਾਡੇ ਵਿਚਕਾਰ ਉਸ ਦਿਨ ਸ਼ਾਮਲ ਹੋਣਗੇ। 2 ਸ਼ਖਸੀਅਤਾਂ ਮੈਂ ਤੁਹਾਨੂੰ ਇੱਕ 77 ਵਰਿਆਂ ਦੇ ਨੌਜਵਾਨ ਦੇ ਨਾਲ ਮਿਲਵਾਵਾਂਗਾ ਅਗਲੇ ਸ਼ੁੱਕਰਵਾਰ ਵਾਲੇ ਦਿਨ, ਜਿਹੜੀ ਸਾਡੀ ਕੌਮ ਦਾ ਮਾਣ ਵੀ ਫਖਰ ਵੀ ਨੇ। ਝਲਮਣ ਸਿੰਘ ਜੀ ਬੜੈਚ ਉਹਨਾਂ ਦੇ ਨਾਲ ਮਿਲਾਵਾਂਗਾ, ਉਹਨਾਂ ਦੀ ਅਚੀਵਮੈਂਟ ਜੋ ਉਹਨਾਂ ਨੇ ਸਾਡੀ ਕੌਮ ਲਈ ਕੀਤਾ, ਜੋ ਕੌਮ ਦਾ ਨਾਮ ਇੱਥੇ ਉੱਚਾ ਕੀਤਾ। ਔਰ ਇਸ ਦੇ ਨਾਲ ਹੀ ਇੱਕ ਹੋਰ ਸਾਡੇ ਨਾਮਵਰ ਵਿਅਕਤੀ ਸ਼ਾਮਲ ਹੋਣਗੇ ਅਗਲੇ ਪ੍ਰੋਗਰਾਮ ਦੇ ਵਿੱਚ, ਕੰਧਾਲਵੀ ਸਾਹਿਬ ਜੀ, ਨਿਰਮਲ ਸਿੰਘ ਸਾਹਿਬ ਜੀ। ਤੋਂ ਉਹਨਾਂ ਦਾ ਆਪਾਂ ਅਗਲੇ ਸ਼ੁੱਕਰਵਾਰ ਵਾਲੇ ਦਿਨ ਸਵਾਗਤ ਕਰਾਂਗੇ। ਤੋਂ ਅਗਲੇ ਸ਼ੁੱਕਰਵਾਰ ਵਾਲੇ ਦਿਨ ਸਤਿਗੁਰ ਨੇ ਚਾਹਿਆ ਤਾਂ ਮੈਂ ਆਪ ਜੀ ਦਾ ਦਾਸ ਗੁਰਦੀਪ ਸਿੰਘ ਫਿਰ ਆਪ ਜੀ ਦੇ ਚਰਨ ਪਰਸਾਂਗਾ। ਇੱਕ ਵਾਰ ਫਿਰ ਆਪ ਸਭਨਾਂ ਦਾ ਸਵਾਗਤ ਕਰਦੇ ਹੋਇਆ ਆਪ ਜੀ ਦੀ ਅੱਜ ਫੋਨ ਕਾਲਸ ਨਹੀਂ ਲੈ ਸਕੇ, ਸਮੇਂ ਦੀ ਘਾਟ ਕਾਰਨ ਇਸ ਗੱਲ ਦੀ ਖਿਮਾ ਮੰਗਦਾ ਹੋਇਆ। ਔਰ ਕੋਈ ਵੱਧ ਘੱਟ ਲਫ਼ਜ਼ ਕਿਸੇ ਦਾ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ, ਪਰ ਆਪਾਂ ਸੱਚ ਦੇ ਉੱਤੇ ਵਿਚਾਰ ਜ਼ਰੂਰ ਕਰਨਾ ਹੈ। ਇਸ ਕਰਕੇ ਮੇਰੇ ਸਤਿਕਾਰਯੋਗ ਵੀਰਾਂ ਨੇ, ਸਿੰਘਾਂ ਨੇ ਜਿਹੜੇ ਵਿਚਾਰ ਦਿੱਤੇ ਉਹ ਸਾਡੇ ਲਈ ਬੇਸ਼ਕੀਮਤੀ ਨੇ। ਆਪਾਂ ਉਹਨਾਂ ਸਾਰਿਆਂ ਵਿਚਾਰਾਂ ਨੂੰ ਆਪਣੀ ਝੋਲੀ ਵਿੱਚ ਪਾਉਣੇ ਆ ਔਰ ਕੋਸ਼ਿਸ਼ ਇਹੋ ਰਹੇਗੀ ਕਿ ਜਿਹੜੇ ਸਿੰਘਾਂ ਨੇ ਵਿਚਾਰ ਦਿੱਤੇ ਨੇ ਉਹਨਾਂ ਵਿਚਾਰਾਂ ਉੱਪਰ ਆਪਾਂ ਚੱਲਣ ਦੇ ਸਾਡੇ ਸਤਿਗੁਰ ਸਮਰਥ ਕਰਨ। ਆਪਣੇ ਸਾਰੇ ਸਿੰਘਾਂ ਨਾਲ, ਵੀਰਾਂ ਨਾਲ ਆਪ ਸਾਰਿਆਂ ਤੋਂ ਖਿਮਾ ਮੰਗਦਾ ਹਾਂ ਜੀ, ਵਿਦਾ ਮੰਗਦਾ ਹਾਂ ਜੀ। ਆਪਣਾ ਖਿਆਲ ਰੱਖਣਾ ਜੀ। ਰੱਬ ਰੱਖਾ। ਸ਼ੁਭ ਰਾਤ, ਸ਼ਬ ਖੈਰ, ਗੁੱਡ ਨਾਈਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।